जी का खालसा वाहिगुरू जी की फतेह जी। तुसीं देख रहे हो पीबीसी ਤੇ ਮੈਂ ਸੰਦੀਪ ਸਿੰਘ। ਪ੍ਰੋਗਰਾਮ ਪੰਥਕ ਸੱਥ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਆਪਾਂ ਗੱਲ ਕਰੀਏ ਤੇ ਇੱਕ ਸਿੱਖਾਂ ਦੀ ਉਹ ਸਰਮੌਰ ਸੰਸਥਾ ਜਿੱਥੋਂ ਹਰ ਇੱਕ ਸਿੱਖ ਦਾ ਉੱਥੇ ਜਾ ਕੇ ਸਿਰ ਝੁਕਦਾ ਆ ਤੇ ਇਹ ਸਰਮੌਰ ਸੰਸਥਾ ਦੇ ਵਿੱਚ ਕਿੱਦਾਂ ਕੰਮ ਹੁੰਦੇ ਨੇ ਕੀ ਇਹਨਾਂ ਦੀਆਂ ਗਤੀਵਿਧੀਆਂ ਨੇ ਤੇ ਅੱਜ ਜੇ ਦੇਖਿਆ ਜਾਵੇ ਸਿੱਖਾਂ ਦੀ ਸਰਮੌਰ ਸੰਸਥਾ ਦੇ ਵਿੱਚ ਕਾਫੀ ਜਿਹੜੇ ਆ ਉਲਝਣਾਂ ਵੀ ਉਹ ਪਈਆਂ ਹੋਈਆਂ ਨੇ। ਜਿਸ ਆਪਾਂ ਗੱਲ ਕਰ ਲਈਏ ਪਿਛਲੇ ਸਮੇਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਹੈ ਕਿ ਸੁੱਕੀਆਂ ਰੋਟੀਆਂ ਦਾ ਘਪਲਾ ਹੋ ਗਿਆ ਜਾਂ ਘੇ ਨੂੰ ਲੈ ਕੇ ਇੱਕ ਘਪਲਾ ਹੋ ਜਾਂਦਾ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਤੇ ਅੱਜ ਜੇ ਆਪਾਂ ਗੱਲ ਕਰੀਏ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਵੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਉਹ ਮਾਹੌਲ ਇੱਕ ਪੈਦਾ ਹੋਇਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਇਹ ਫੈਸਲਾ ਲੈਣ ਦੇ ਵਿੱਚ ਇੰਨੀ ਦਿਊਰੀ ਕਿਉਂ ਹੋ ਗਈ, ਕਿਉਂਕਿ ਜੇ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕਾਫੀ ਸਮਾਂ ਪਹਿਲਾਂ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਨਿੱਜੀ ਚੈਨਲ ਚਲਾਉਣਾ ਚਾਹੀਦਾ। ਤੇ ਅੱਜ ਸਾਡੇ ਕੋਲ ਪੀਬੀਸੀ ਦੇ ਕੋਲ ਅੱਜ ਮੌਕਾ ਮਿਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦਾ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਜੀ ਸਾਡੇ ਕੋਲ ਪਹੁੰਚੇ ਨੇ। ਉਹਨਾਂ ਨਾਲ ਆਪਾਂ ਸਵਾਗਤ ਕਰਦੇ ਹਾਂ ਤਾਂ ਫਿਰ ਆਪਾਂ ਕਰਦੇ ਹਾਂ ਅੱਜ ਬਹੁਤ ਸਾਰੀਆਂ ਗੱਲਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਝੱਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਝੱਬਰ ਸਾਹਿਬ ਬਹੁਤ ਤੁਹਾਡਾ ਸਵਾਗਤ ਆ ਪੀਬੀਸੀ ਦੇ ਸਟੂਡੀਓ ਦੇ ਵਿੱਚ। ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਮੌਜੂਦਾ ਮੈਂਬਰ ਹੋ। ਆਪਾਂ ਸ਼ੁਰੂਆਤ ਥੋੜੀ ਜਿਹੀ ਕਰੀਏ, ਤੁਸੀਂ ਥੋੜੀ ਜਿਹੀ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿਓ ਤੇ ਮੌਜੂਦਾ ਮੈਂਬਰ ਤੁਸੀਂ ਹੋਣ ਦੇ ਨਾਤੇ ਇਹ ਵੀ ਦੱਸਿਓ ਕਿ ਤੁਹਾਡਾ ਇੱਧਰ ਨੂੰ ਰੁਝਾਅ ਕਿੱਦਾਂ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਸੰਦੀਪ ਸਿੰਘ ਜੀ ਪੀਬੀਸੀ ਪੰਜਾਬ ਬ੍ਰੌਡਕਾਸਟ ਚੈਨਲ ਤੁਹਾਡਾ ਬਹੁਤ ਧੰਨਵਾਦ ਕਰਦਾ। ਤੁਸੀਂ ਸਮਾਂ ਦਿੱਤਾ, ਚਲੋ ਇੱਥੇ ਇੰਗਲੈਂਡ ਆਏ, ਮਿਲ ਕੇ ਗੱਲਾਂ ਬਾਤਾਂ ਜੋ ਆਪਣੀਆਂ ਸੰਸਥਾ ਦੀਆਂ ਕਰਾਂਗੇ ਤੁਹਾਡੇ ਨਾਲ। ਕੌਮ ਦੇ ਮਨ ਦੇ ਵਿੱਚ ਸਵਾਲ ਹੈ ਜੋ ਵਲਵਲੇ ਹੈ ਉਹ ਤੁਸੀਂ ਕੋਸ਼ਿਸ਼ ਕਰੋਗੇ ਨਿਕਲਣ ਦੀ, ਉਹ ਸਾਹਮਣੇ ਆਉਣ ਦੀ, ਪੱਕ ਰੱਖਣ ਦੀ। ਤੇ ਧਾਰਮਿਕ ਤੌਰ ਤੇ ਇਹੀ ਹੈ ਜੀ, ਵੈਸੇ ਕੋਈ ਸਿਆਸੀ ਪਿਛੋਕੜ ਨਹੀਂ ਬਾਹਲਾ ਹੈਗਾ ਗਾ ਤੇ ਆਮ ਸਧਾਰਨ ਕਿਸਾਨ ਪਰਿਵਾਰ ਦੇ ਵਿੱਚੋਂ ਆਪਾਂ ਹੈਗੇ ਆ। ਫਾਦਰ ਸਾਹਿਬ ਖੇਤੀ ਕਰਦੇ ਸੀ, ਮਾਤਾ ਜੀ ਪੜ੍ਹੇ ਨਹੀਂ ਸੀ ਕੋਈ ਵਾਲੇ। ਧਾਰਮਿਕ ਤੌਰ ਤੇ ਆਪਾਂ ਜਿਵੇਂ ਹਰ ਇੱਕ ਧਾਰਮਿਕ ਸਮਾਗਮ, ਗੁਰਮਤਿ ਸਮਾਗਮ ਸੰਤ ਬਾਬਾ ਦਲੇਰ ਸਿੰਘ ਖੇੜੀ ਵਾਲੇ ਉਹਨਾਂ ਦੇ ਦੀਵਾਨ ਚੱਲਦੇ ਸੀ 97 ਤੋਂ, ਉਹਨਾਂ ਦੇ ਦੀਵਾਨਾਂ ਤੋਂ ਸ਼ੁਰੂ ਹੋ ਕੇ ਧਾਰਮਿਕ ਲਗਨ ਲੱਗੀ। ਉਸ ਤੋਂ ਬਾਅਦ 2004 ਦੇ ਵਿੱਚ ਧਾਰਮਿਕ ਲਗਨ ਲੱਗ ਜੇ ਫਿਰ ਆਪਾਂ ਨੂੰ ਚਾਅ ਹੁੰਦਾ ਵੀ ਕਿਤੇ ਜੋੜਾ ਘਰ ਲਾਉਣਾ, ਕਿਤੇ ਪਾਣੀ ਦੀ ਸੇਵਾ ਕਰਨੀ ਹੈ ਤੇ ਸਵੀਲ ਲਾਉਣੀ ਹੈ ਜਾਂ ਲੰਗਰ ਚੱਲਦੇ ਆ ਦਮਦਮਾ ਸਾਹਿਬ ਜਾਣਾ। 8 ਤਰੀਕ ਨੂੰ ਦਮਦਮਾ ਸਾਹਿਬ ਲੰਗਰ ਦੇ ਵਿੱਚ ਵੜ ਜਾਣਾ ਜਾ ਕੇ ਤੇ 15 ਅਪ੍ਰੈਲ ਨੂੰ ਬਾਹਰ ਨਿਕਲਦੇ ਲੰਗਰ ਹਾਲ ਦੇ ਵਿੱਚੋਂ ਤੇ ਉਹ ਗੱਲਾਂ ਸੁਣਦੇ ਵੀ ਬੜਾ ਇਕੱਠ ਸੀ, ਬੜਾ ਅਸੀਂ ਕਹਿੰਦੇ ਤਾਂ ਇੱਥੇ ਪਤਾ ਹੀ ਨਹੀਂ ਲੱਗਿਆ, ਅੰਦਰ ਹੀ ਲੰਘ ਗਿਆ। ਮਤਲਬ 7-8 ਦਿਨ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ, ਲੰਗਰ ਵਰਤਾਉਂਦੀ ਪਤਾ ਹੀ ਲੱਗਦਾ ਸੀਗਾ। ਵਿਸਾਖੀ ਲੰਗਰ ਹਾਲ 'ਚ ਹੀ ਲੰਘੀ ਹੁੰਦੀ ਸੀਗੀ ਤੇ ਦੁੱਧ ਇਕੱਠਾ ਕਰਨਾ ਪਿੰਡ ਦੇ ਵਿੱਚੋਂ, ਪਿੰਡ 'ਚ ਗੁਰੂ ਘਰ ਦੀ ਸੇਵਾ ਜੋ ਧਾਰਮਿਕ ਲਗਨ ਹੋ ਜੇ, ਮਤਲਬ ਇੱਕ ਸ਼ੌਕ, ਇੱਕ ਰੁਝੇਵਾਂ, ਇੱਕ ਪ੍ਰਮਾਤਮਾ ਵੱਲੋਂ ਵੀ ਕਹਿ ਸਕਦੇ ਨਹੀਂ ਮਹਾਰਾਜ ਵੱਲੋਂ। ਜਿਵੇਂ ਮੈਨੂੰ ਕਹਿੰਦੇ ਬੋਲਦਾ ਕਿਵੇਂ ਬੋਲਣਾ ਤੇ ਮੈਂ ਜਦੋਂ ਨਿਤਨੇਮ ਕਰਨਾ ਸੁਬਾਹ ਸ਼ਾਮ ਤੇ ਅਸੀਂ ਮੁੰਡੇ ਹੁੰਦੇ ਪਿੰਡ ਦੇ, ਕਈ ਚਾਹ ਹੁੰਦਾ ਵੀ ਅੱਜ ਮੈਕ ਦੇ ਵਿੱਚ ਨਿਤਨੇਮ ਮੈਂ ਕਰੂੰ, ਉਹ ਕਹਿੰਦਾ ਮੈਂ ਕਰੂੰ, ਸੁੱਚਾ ਬੰਦ ਕਰ ਦਿਓ, ਨਿਤਨੇਮ ਕਰ ਲਾ। ਕਹਿੰਦਾ ਅਸੀਂ ਪਹਿਲੀ ਮਹਾਰਾਜ ਦੇ ਚੌਰ ਸਾਹਿਬ ਲੈ ਕੇ ਬਹਿ ਜਾਂਦੇ ਵੀ ਹੁਕਮਨਾਮਾ ਮੈਂ ਲਊਂ, ਤੂੰ ਰਹਿਰਾਸ ਕਰੇਗਾ ਮੈਂ ਹੁਕਮਨਾਮਾ ਲਊਂਗਾ। ਸੋ ਇਹ ਚਾਹ ਹੁੰਦਾ 3 ਵਜੇ ਉੱਠ ਕੇ ਵੀ ਅਨਾਉਂਸਮੈਂਟ ਕਰਨੀ, ਭਾਈ ਉੱਠ ਖੜੋ ਪਿੰਡ ਵਾਲਿਆਂ, ਜਿਵੇਂ ਜਾਂ ਮਤਲਬ ਗ੍ਰੰਥੀ ਸਿੰਘ ਦਾ ਪ੍ਰਭਾਤ ਫੇਰੀਆਂ ਤੇ ਜਾਣ ਦਾ ਮੌਕਾ ਮਿਲਿਆ। ਹਾਂਜੀ, ਪ੍ਰਭਾਤ ਫੇਰੀਆਂ ਅਸੀਂ ਪਿੰਡ 'ਚ ਵੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਪੇਂਡੂ ਏਰੀਏ 'ਚ ਘੱਟ ਹੁੰਦੀ ਹੈ, ਸ਼ਹਿਰਾਂ 'ਚ ਵੱਧ ਹੁੰਦੀ ਹੈ, ਪਰ ਅਸੀਂ ਜਿਵੇਂ ਵੀ ਸਾਡੇ ਮਾਨਸਾਂਗਾ ਉੱਥੇ ਜਾਂਦੇ ਹਾਂ। ਮਤਲਬ ਇੱਥੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਲਾ ਲਓ ਕੱਲੀ ਧਾਰਮਿਕ, ਜਦੋਂ ਆਪਾਂ ਹੋ ਜਾਈਏ ਧਾਰਮਿਕ ਵਾਲੇ ਪਾਸੇ ਚੱਲ ਪਈਏ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਕੱਲਾ ਜਦੋਂ ਠੀਕ ਹੈ ਸਿੱਖ ਇਤਿਹਾਸ ਪੁਰਾਤਨ ਤਾਂ ਪੜ੍ਹਦੇ ਹਾਂ ਗੁਰੂ ਸਾਹਿਬਾਨ ਦਾ, ਪਰ ਲੇਟੈਸਟ ਨਵੀਆਂ ਗੱਲਾਂ ਕੌਮ ਧਰਮ ਪਿੱਛੇ ਸ਼ਹਾਦਤਾਂ ਕੁਰਬਾਨੀਆਂ, ਜਿਵੇਂ 4 ਦੇ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਦਾ ਮੁੰਡਾ ਭਾਈ ਸਰਬਜੀਤ ਸਿੰਘ ਖਾਲਸਾ ਤੇ ਉਹ ਸਾਡੇ ਚੋਣ ਲੜਿਆ ਸੀਗਾ ਤੇ ਮਤਲਬ ਲੋਕ ਸਭਾ ਦੀ। ਤੇ ਅਸੀਂ ਜਦੋਂ ਸੁਣਿਆ ਸਾਡੇ ਪਿੰਡ 'ਚ ਆ ਕੇ ਬੋਲਿਆ ਵੀ ਤੁਸੀਂ ਮੇਰੇ ਮਾਤਾ ਹੋ, ਤੁਸੀਂ ਮੇਰੇ ਪਿਤਾ ਹੋ। ਮੇਰੇ ਪਿਤਾ ਨੇ ਤਾਂ ਕੌਮ ਦੀ ਜਦੋਂ ਅਕਾਲ ਤਖਤ ਸਾਹਿਬ ਇੰਦਰਾ ਗਾਂਧੀ ਨੇ ਢਹਿ ਕਰਤਾ, ਉਹ ਨਾ ਸਹਾਰਦੇ ਹੋਏ ਕੁਰਬਾਨੀ ਕਰਤੀ, ਇੰਦਰਾ ਗਾਂਧੀ ਸੋਧਤੀ, ਸਾਨੂੰ ਤੁਹਾਡੇ ਹਵਾਲੇ ਕਰਤਾ। ਮਤਲਬ ਗੱਲਾਂ ਸੁਣ ਕੇ ਉੱਧਰ ਚੱਲ ਪਏ। ਫਿਰ ਚੱਲੇ ਚਲੋ ਜੀ ਇੰਨੇ ਮਤਲਬ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਮੈਂ ਚੱਲ ਪਈ ਐਕਟੀਵਿਟੀ ਇਹ ਕਰਦੇ ਕਰਾਉਂਦੇ, ਇੰਨੇ ਚੋਣ ਆ ਗਈ 11 ਦੇ ਵਿੱਚ। ਹਾਲਾਂਕਿ ਪਿੰਡ ਦੀ ਮੈਂਬਰੀ ਦੀ ਚੋਣ ਲੜਨ ਬਾਰੇ ਵੀ ਕਿਤੇ ਫੁਰਨਾ ਨਹੀਂ ਸੀ, ਚੋਣ ਲੜਨ ਤੱਕ ਕਾਗਜ਼ ਭਰਨ ਤੱਕ ਮੈਂ ਇਹ ਕਹਿੰਦਾ
ਸੀ ਵੀ ਇਹ ਚੋਣਾਂ ਲੜਨੀਆਂ ਠੀਕ ਨਹੀਂ ਯਾਰ, ਲੋਕ ਬੜਾ ਕੁਛ ਕਰਦੇ ਨੇ, ਮਤਲਬ ਹਨਾ ਬਹੁਤ ਕੁਛ ਕਰਦੇ ਨੇ, ਮਤਲਬ ਲੋਕ ਚੋਣ ਲੜਨੀ ਹਰ ਇੱਕ ਕੰਨ ਮਰੋੜਦਾ ਵੋਟਾਂ ਦੌਰਾਨ ਵੀ ਮੇਰਾ ਆਹ ਕਰ ਆਹ ਕਰ ਆਹ ਕਰ ਆਹ ਕਰ। ਤੇ ਨਾਲੇ ਸ਼੍ਰੋਮਣੀ ਕਮੇਟੀ ਤਾਂ ਇੱਕ ਤੁਹਾਨੂੰ ਪਤਾ ਹੈ ਸੇਵਾ, ਪਰ ਜੇ ਵੇਖੀਏ ਉਦੋਂ ਵੀ ਲੱਖਾਂ ਰੁਪਇਆ ਉਹ ਤੇ ਵੀ ਖਰਚਾ ਆ ਜਾਂਦਾ, ਤੇਲ ਜੇ ਕੋਈ ਹਲਕਾ ਪੂਰਾ 53 ਪਿੰਡ ਨੇ। ਤੇ ਮੈਂ ਸੋਚਦਾ ਸੀਗਾ ਵੀ ਮੈਂਬਰੀ ਲੜਨੀ, ਪਰ ਮਹਾਰਾਜ ਨੇ ਜਦੋਂ ਆਪ ਦੀ ਸੇਵਾ ਲੈਣੀ ਹੋਵੇ, ਮਹਾਰਾਜ ਕਹਿੰਦਾ ਵੀ ਤੂੰ ਕੱਲੀ ਭਾਈ ਡਾਲੀਆਂ ਕਰਦੇ ਹੋ, ਲੰਗਰ ਵਰਤਾਉਣੇ ਹੋ, ਵੱਡੀ ਸੇਵਾ ਚਾਹੋ, ਵੱਡੀ ਤੁਹਾਡੀ ਸੰਸਥਾ ਕੌਮ ਦੀ ਚਾਹੋ, ਗੁਰੂ ਆਪ ਲੈ ਕੇ ਜਾਂਦਾ ਬਾਂਹ ਫੜ ਕੇ ਉਂਗਲ। ਫਿਰ ਉਹ ਚਲੋ ਚੋਣ ਲੜੀ 11 ਦੇ ਵਿੱਚ ਲੋਕਾਂ ਨੇ ਬੜਾ ਪਾਰਟੀਬਾਜੀ ਧੜੇਬਾਜੀ ਤੋਂ ਉੱਪਰ ਉੱਠ ਕੇ ਬੜਾ ਵਧੀਆ ਲੋਕਾਂ ਨੇ, ਮਤਲਬ ਸਭ ਤੋਂ ਛੋਟਾ ਮੈਂਬਰ ਉਮਰ ਜੋ 28 ਸਾਲ ਉਮਰ ਸੀ ਮੇਰੀ, ਤੇ ਉਹ 18 ਸਤੰਬਰ 2011 ਚ ਮੈਂ ਚੁਣਿਆ ਗਿਆ। 11 ਚ ਚੋਣ ਤੁਸੀਂ ਲੜੀ? 11 ਚੋਣ ਲੜੇ ਆ, ਬਦ ਉਹਦਾ ਚੋਣ ਨਹੀਂ ਹੋਈ ਜੀ, ਉਸ ਤੋਂ ਬਾਅਦ ਚੋਣਾਂ ਤੇ ਉਦੋਂ ਲੋਕਾਂ ਨੇ ਜਿਤਾਇਆ ਧੜੇਬਾਜੀ ਤੋਂ, ਪਾਰਟੀਬਾਜੀ ਤੋਂ ਉੱਪਰ ਉੱਠ ਕੇ। ਤੇ ਸੰਦੀਪ ਸਿੰਘ ਜੀ ਕੋਈ ਮੈਂ ਬਾਹਲੇ ਮਾਣ, ਮਤਲਬ ਚਲੋ ਆਪਣੀ ਗੱਲ ਜੀ ਰੱਖਾਂਗੇ, ਇਹਨੂੰ ਮਾਣ ਕਹਿ ਲਓ, ਵਡਿਆਈ ਕਹਿ ਲਓ, ਪਰ ਆਪਾਂ ਕੋਸ਼ਿਸ਼ ਕੀਤੀ ਹੈ ਸੰਗਤ ਨੂੰ ਦੱਸੀਏ। ਵੋਟਾਂ ਦੌਰਾਨ ਵੀ ਮੈਂ ਇਹ ਗੱਲ ਕਹਿੰਦਾ ਸੀ, ਅੱਜ ਵੀ ਕਹਿਣਾ ਤੇ ਉਦੋਂ ਵੀ ਆਪਾਂ ਹਰ ਇੱਕ ਵਿਧਾਨ ਸਭਾ, MLA, ਸਰਪੰਚੀ, ਲੋਕ ਸਭਾ ਸਾਰੀਆਂ ਵੋਟਾਂ 'ਚ ਭਾਗ ਲੈਂਦੇ ਆ, ਪਰ ਕੱਲੀ ਸ਼੍ਰੋਮਣੀ ਕਮੇਟੀ ਵਾਲੇ ਵੋਟਾਂ ਛੱਡ ਦਿੰਦੇ ਆ। ਭਾਈ ਗੁਰਦੁਆਰੇ ਦੀ ਵੋਟ ਆ ਆਪਾਂ ਪਹਿਲਾਂ ਇਹ ਸੀ ਵੀ ਛੱਡੋ ਗੁਰਦੁਆਰਾ, ਮੈਂ ਉਦੋਂ ਵੀ ਕਹਿੰਦਾ ਸੀ ਵੀ ਹੋਰ ਵੋਟਾਂ ਛੱਡ ਦਿਓ, ਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਹੈ ਉਹ 'ਚ ਆਪਾਂ ਨੂੰ ਭਾਗ ਲੈਣਾ ਬਹੁਤ ਜ਼ਰੂਰੀ ਹੈ। ਉਹ ਵੋਟ ਬਣਵਾਉਣੀ ਵੀ ਤੇ ਪਾਉਣੀ ਵੀ ਤੇ ਉਹ 'ਚ ਵਰਕ ਕਰਨਾ ਵੀ। ਤੇ ਮੈਂ ਉਦੋਂ ਵੀ ਕਹਿੰਦਾ ਸੀ, ਅੱਜ ਵੀ ਕਹਿਣਾ ਵੀ ਜਦੋਂ ਵੀ ਚੋਣਾਂ ਦਾ ਬਣਾਓ, ਮਤਲਬ ਮਹਾਰਾਜ ਜਿਵੇਂ ਆਪਣੀ ਐਕਟ ਹੈਗਾ, ਕਾਨੂੰਨ ਹੈਗਾ, ਉਵੇਂ ਵੋਟ ਬਣਵਾਓ ਤੇ ਭਾਗ ਲਓ, ਕਿਉਂਕਿ ਕੌਮ ਦਾ ਭਵਿੱਖ ਦਾ ਸਵਾਲ ਹੈ। ਮੈਂ ਸੰਗਤ ਨੂੰ ਬੇਨਤੀ ਕਰਦਾ ਹੁੰਦਾ ਸੀ ਵੀ ਤੁਸੀਂ ਮੈਂਬਰ ਬਣਾਓ, ਮੈਂ ਕੋਸ਼ਿਸ਼ ਕਰੂੰ ਵੀ ਮੈਂਬਰ, ਆਪਾਂ ਜੀ ਕੋਸ਼ਿਸ਼ ਕੀਤੀ ਹੈ ਸੰਦੀਪ ਸਿੰਘ ਜੀ, ਗੱਲਾਂ ਲੰਮੀਆਂ ਹੋ ਜਾਣਗੀਆਂ ਚਲੋ, ਤੇ ਮੈਂ ਵੀ ਲੋਕਾਂ ਨੂੰ ਦੱਸਣ 'ਚ ਵੀ ਭਾਈ ਸ਼੍ਰੋਮਣੀ ਕਮੇਟੀ ਮੈਂਬਰ ਦੇ ਹੱਕ ਅਧਿਕਾਰ ਕੀ ਹੁੰਦੇ ਆ। ਜੇ ਉਹ ਸ਼ਾਰਟ 'ਚ ਜਾਣਨਾ, ਤੁਸੀਂ ਮੇਰੀ ਇੱਕ ਵੈਬਸਾਈਟ ਬਣਾਈ ਹੈ ਬੜੀ ਮਿਹਨਤ ਨਾਲ, www.sgpchoolkajoga.com, ਤੁਸੀਂ ਉਹ ਖੋਲੋਗੇ, ਜਦੋਂ ਮੇਰੇ 53 ਪਿੰਡਾਂ ਦੀ ਲਿਸਟ ਆ ਜੂ, ਜਿਹੜਾ ਪਿੰਡ ਕਲਿੱਕ ਕਰੋਗੇ ਉਹ ਪਿੰਡ ਦੇ 1 ਗੁਰਦੁਆਰਾ, 2 ਗੁਰਦੁਆਰਾ, 3 ਗੁਰਦੁਆਰਾ, ਸਾਰੇ ਗੁਰਦੁਆਰਾ ਸਾਹਿਬਾਨ ਦੀ ਫੋਟੋ ਆ ਜੂ, ਥੱਲੇ ਇਤਿਹਾਸ ਆ ਜੂ ਗੁਰਦੁਆਰਾ ਸਾਹਿਬਾਨ ਦਾ, ਗ੍ਰੰਥੀ ਦਾ ਨਾਮ, ਮੋਬਾਈਲ ਨੰਬਰ, ਪ੍ਰਧਾਨ ਦਾ ਨਾਮ, ਮੋਬਾਈਲ ਨੰਬਰ, ਖਜ਼ਾਨਚੀ ਦਾ। ਤੇ ਜੋ ਸ਼੍ਰੋਮਣੀ ਕਮੇਟੀ ਵੱਲੋਂ ਆਪਾਂ ਗੁਰਮਤਿ ਕੈਂਪ ਲਾਉਣੇ ਆ ਬੱਚਿਆਂ ਦੇ, ਜਿਵੇਂ ਮੈਂ ਹਰ ਇੱਕ ਜੂਨ 'ਚ 1 ਜੂਨ ਤੋਂ ਲੈ ਕੇ 30 ਜੂਨ ਤੱਕ 2015 ਤੋਂ ਲਗਾਤਾਰ ਮੈਂ ਹਰ ਇੱਕ ਪਿੰਡ, ਜਿਵੇਂ 53 ਪਿੰਡ ਮੈਂ 96 ਗੁਰਦੁਆਰੇ ਨੇ, ਸਾਰੇ 96 ਗੁਰਦੁਆਰੇ ਤੇ ਮੈਂ ਕੈਂਪ ਲਾਉਣਾ ਹੁੰਨਾਗਾ। ਉਹਦੇ ਵਿੱਚੋਂ 4500 ਬੱਚਾ ਭਾਗ ਲੈਂਦਾ ਹੁੰਦਾ। 1 ਮਹੀਨਾ ਕੈਂਪ ਲਾ ਕੇ 4500 ਦੇ ਵਿੱਚੋਂ ਫਿਰ 9 ਬੱਚੇ ਕੱਢਦੇ ਹੁੰਦੇ ਆ, ਤੇ ਫਿਰ ਉਹ 9 ਜਿੱਥੇ 4500 ਨੂੰ ਮੈਡਲ ਸਰਟੀਫਿਕੇਟ ਦਿੰਦੇ ਆ ਸਾਰਿਆਂ ਨੂੰ, ਉੱਥੇ 9 ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੰਦੇ ਆ, ਵੱਡਾ ਸਮਾਗਮ ਕਰਕੇ। ਤੇ ਜਿਹੜੇ ਬੱਚੇ ਸਿੱਖੇ ਹੁੰਦੇ ਹੈਗੇ ਇਹ ਮਹੀਨੇ 'ਚ ਉਹੀ ਉਹ ਸਟੇਜ ਤੋਂ ਪਾਰਟਿਸਿਪੇਟ ਕਰਕੇ, ਬੋਲ ਕੇ, ਪੜ੍ਹ ਕੇ ਸੁਣਾਉਂਦੇ ਨੇਗੇ। ਤੇ ਉਹ ਰਜਿਸਟ੍ਰੇਸ਼ਨ ਆਪਣੇ ਕੋਲੇ, ਜਦੋਂ ਅਗਲੀ ਵਾਰ ਕੈਂਪ ਲਾਉਣੇ ਆ ਅਸੀਂ, ਜੇ ਬੱਚੇ ਨਹੀਂ ਆਉਂਦੇ ਤਾਂ ਅਸੀਂ ਮੋਬਾਈਲ ਫੋਨ ਕਰਦੇ ਆ, ਭਾਈ ਤੁਹਾਡਾ ਬੱਚਾ ਭੇਜੋ। ਇੱਥੋਂ ਤੱਕ ਗ੍ਰਾਂਥੀ ਸਿੰਘ ਕਮੇਟੀਆਂ ਬੱਚਿਆਂ ਨੂੰ ਬੁਲਾ ਕੇ ਵੀ ਲਿਆਉਂਦੀਆਂ। ਸ਼ੁਰੂ 'ਚ ਜ਼ਰੂਰ ਪ੍ਰੋਬਲਮ ਆਈ ਸੀ, ਲੋਕਾਂ ਨੂੰ ਇਹ ਸਿਆਸਤ ਕਰਨ ਆ ਗਿਆ ਇਹ, ਕਿਉਂਕਿ ਉਹ ਹਾਲਾਤ ਇਹ ਸੀ 15 'ਚ ਬਰਗਾੜੀ ਬੇਅਦਬੀ ਦਾ ਮਸਲਾ ਸੀ, ਹੋਰ ਅਗਲਾ ਕਹਿੰਦਾ ਸਿਆਸੀ ਤੌਰ ਤੇ ਆ ਗਏ, ਪਰ 15 'ਚ ਕਮੇਟੀਆਂ ਤੇ ਗ੍ਰਾਂਥੀ ਸਿੰਘਾਂ ਨੇ ਚਲੋ ਮੰਨੀ, ਬਹੁਤ ਜ਼ਿਆਦਾ ਮੰਨੀ, ਅੱਜ ਵੀ ਮੰਨਦੇ ਆ, ਪਰ ਉਦੋਂ ਮਨ 'ਚ ਸ਼ੰਕਾ ਸੀ ਵੀ ਸਿਆਸਤ ਕਰਨ ਆ ਗਿਆ। 16 17 18 23 ਤੱਕ ਉਦੋਂ ਕਿੰਨੀਆਂ ਇਲੈਕਸ਼ਨ ਆ ਗਈਆਂ, ਕਿਸੇ ਕਮੇਟੀ, ਕਿਸੇ ਗ੍ਰਾਂਥੀ, ਕਿਸੇ ਬੱਚੇ ਨੂੰ ਇਹ ਨਹੀਂ ਕਹਿ ਸਕਦਾ ਵੀ ਗੁਰਪ੍ਰੀਤ ਝੱਬਰ ਨੇ ਸਾਨੂੰ ਵੋਟਾਂ ਬਾਰੇ ਕਿਹਾ ਸੀ। ਆਪਣਾ ਕੰਮ ਹੈ ਬਈ ਬੱਚਿਆਂ ਨੂੰ ਤੁਸੀਂ ਪੜ੍ਹਨ ਵਾਲੀਆਂ ਮਸ਼ੀਨਾਂ ਬਣਾ ਰੱਖਿਆ, ਪਰ ਇਹਨਾਂ ਨੂੰ ਤੁਸੀਂ ਇੱਧਰ ਲੈ ਕੇ ਆਓ, ਕਿਉਂਕਿ ਸਵੇਰੇ ਸਕੂਲ ਪਹਿਲਾਂ ਮਾਲਵੇ ਦੇ ਵਿੱਚ ਪੜ੍ਹਾਈ ਦਾ ਘਾਟ ਸੀਗੀ, ਮਾਪਿਓ ਅਨਪੜ੍ਹ ਸੀ, ਉਹ ਕੀ ਕਰਦੇ ਬੱਚਿਆਂ ਨੂੰ ਕੌਨਵੈਂਟ ਸਕੂਲਾਂ 'ਚ ਲਾਤਾ ਤੜਕੇ ਸੁਨੇਹੀ ਭੇਜਿਆ, ਬੱਚੇ ਨੇ ਦੂਰ ਜਾਣਾ, 2 ਘੰਟਿਆਂ ਦਾ ਸਫ਼ਰ ਬੈਠ ਜਾਂਦੀ ਹੈ, ਸੁਨੇਹਾ ਉਠਾਇਆ, ਨਹਾਤਾ ਬੱਚਾ, ਸਕੂਲ ਵਗ ਗਿਆ, ਆ ਕੇ ਹੋਮਵਰਕ ਕਰ ਲਿਆ, ਫਿਰ ਟਿਊਸ਼ਨ ਤੇ ਭੇਜਤਾ, ਫਿਰ ਸੌਂ ਗਿਆ ਤੜਕੇ, ਮਤਲਬ ਜਵਾਕ ਗੁਰਦੁਆਰਾ ਦਿਖਾਈ ਨਹੀਂ ਜਵਾਕਾਂ ਨੂੰ। ਤੇ ਫਿਰ ਕੈਂਪਾਂ ਦੌਰਾਨ ਜਦੋਂ ਬੱਚੇ ਆਉਣ ਲੱਗ ਗਏ, ਫਿਰ ਬੱਚਿਆਂ ਦੇ ਰੁਟੀਨ ਬਣਦੇ। ਸੋ ਕੈਂਪਾਂ ਦੀ ਡਿਟੇਲ ਵੀ ਹੋਊਗੀ, ਜੋ ਬਾਜਾ ਜੋੜੀ ਦਿੰਨੇ ਆ ਆਪਾਂ ਕੀਰਤਨ ਸਿੱਖਣ ਵਾਸਤੇ ਪਿੰਡ ਵਾਲਿਆਂ ਨੂੰ, ਜੋ ਗੱਤਕੇ ਦੀ ਕਿੱਟ ਦਿੰਨੇ ਆ, ਜੋ ਲਾਇਬ੍ਰੇਰੀ ਪ੍ਰਕਾਸ਼ਨਾਮੇ ਦਾ ਸੈੱਟ ਫ੍ਰੀ ਦਿੰਨੇ ਆਪਾਂ ਲਿਆ ਕੇ, ਜਾਂ ਚੰਦੋਏ ਜਾਂ ਹੋਰ ਲੋੜਵੰਦਾਂ ਨੂੰ ਸਹਾਇਤਾ ਕਰ ਸਕਦੇ, 3 ਕਰੋੜ, ਉਹ ਸਾਰਾ ਉਹ ਤੇ ਐਕਟੀਵਿਟੀ ਚਾੜਦੇ ਆ। ਮੈਂ ਕਹਿਣ ਦਾ ਭਾਵ ਸ਼ਾਰਟ ਤੁਸੀਂ ਵੇਖ ਸਕਦੇ ਹੋ ਵੀ SGPC ਮੈਂਬਰ ਦੇ ਹੱਕ ਅਧਿਕਾਰ ਕੀ ਹੈ। ਠੀਕ ਹੈ, ਜ਼ਰੂਰ ਵੀ ਸਾਡਾ ਜਿਹੜਾ 22,000 ਮੁਲਾਜ਼ਮ ਹੈ ਸ਼੍ਰੋਮਣੀ ਕਮੇਟੀ ਦਾ, ਜਿੱਥੇ ਉਹਨਾਂ ਦਾ ਪ੍ਰਬੰਧ 'ਚ ਦੇਖ ਰੇਖ ਕਰਨੀ, ਵੈਸੇ ਸਾਰੀ ਕੌਮ ਦੀ ਹੱਕ ਹੈ ਉਹਨਾਂ ਨੂੰ ਵੇਖਣਾ, ਪਰ ਮੈਂਬਰ ਥੋੜਾ ਜਿਹਾ ਇਲੈਕਟਡ ਹੋਣ ਕਰਕੇ, ਟਰਸਟੀ ਹੋਣ ਕਰਕੇ ਸੰਸਥਾ ਦਾ ਪ੍ਰੈਸ਼ਰ ਮੁਲਾਜ਼ਮ ਹੁੰਦਾ। ਚੱਬਰ ਸਾਹਿਬ, ਮੈਂ ਤੁਹਾਡੀ ਇੱਕ ਗੱਲ ਰੋਕਦਾ, ਤੁਸੀਂ ਹੁਣ ਆਪਣੇ ਤੁਸੀਂ ਦੱਸਿਆ ਕਿ ਜਿੱਦਾਂ ਤੁਹਾਡਾ ਹਲਕਾ, ਤੁਸੀਂ 96 ਪਿੰਡਾਂ ਦੀ ਜਿਹੜੀ ਲਿਸਟ, 53 ਪਿੰਡ ਜੀ, 53 ਪਿੰਡ ਦੇ ਵਿੱਚ, ਜਿਹਦੇ ਵਿੱਚ ਤੁਸੀਂ ਉਹਦੇ ਵਿੱਚ ਸਾਰਾ ਪ੍ਰੋਪਰ ਤੁਸੀਂ ਉਹਦੇ ਵਿੱਚ ਲਿਖਿਆ ਵੀ ਫਲਾਨਾ ਗੁਰੂ ਘਰ ਫਲਾਨਾ ਨਾ, ਤੁਹਾਡੇ ਤੁਸੀਂ ਜਿੱਦਾਂ ਹੁਣ ਦੱਸਿਆ ਵੀ 22,000 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਮੁਲਾਜ਼ਮ ਨੇ, ਉਹਦੇ ਵਿੱਚ ਕਿੰਨੇ ਮੈਂਬਰ ਨੇ ਜੀ ਇਹਦੇ ਵਿੱਚ, ਜਿਹਦੇ ਵਿੱਚ ਚੁਣੇ ਜਾਂਦੇ ਨੇ? ਜਿਹੜੇ ਮੈਂਬਰ ਹੁੰਦੇ ਨੇ ਜੀ ਉਹ 120 ਹਲਕੇ ਹੁੰਦੇ ਆ ਜੀ, 120 ਹਲਕੇ ਜਿਹੜੇ ਪੰਜਾਬ ਦੇ ਵਿੱਚ, ਉਹ ਵੀ ਉਹਦੇ ਵਿੱਚੋਂ ਵੀ 11 ਹਲਕੇ ਹਰਿਆਣੇ 'ਚ, ਅੱਛਾ ਜੀ, 1 ਹਿਮਾਚਲ ਦਾ ਹੁੰਦਾ ਜੀ,
ਇੱਕ ਚੰਡੀਗੜ੍ਹ ਦਾ ਹੋ ਗਿਆ। ਅੱਛਾ ਜੀ। ਇਸ ਕਰਕੇ ਪੰਜਾਬ ਦੇ ਵੇਖੀਏ ਸ਼੍ਰੋਮਣੀ ਕਮੇਟੀ ਹਲਕੇ ਤਾਂ 108 ਹੀ ਨੇ, ਵਿਧਾਨ ਸਭਾ ਹਲਕੇ 117 ਨੇ। ਹਾਂ, ਸ਼੍ਰੋਮਣੀ ਕਮੇਟੀ ਤਾਂ 108 ਹੀ ਨੇ, ਮਤਲਬ ਸ਼੍ਰੋਮਣੀ ਕਮੇਟੀ ਹਲਕਾ ਜਿਹੜਾ ਵਿਧਾਨ ਸਭਾ ਨੂੰ ਵੀ ਵੱਡਾ ਹੈਗਾ। ਜ਼ਿੰਮੇਵਾਰੀ ਮੈਂਬਰ ਦੀ ਇੰਨੀ ਹੈ, ਜ਼ਿੰਮੇਵਾਰੀ ਤਾਂ ਮੈਂਬਰ ਪਰ ਜੇ ਉਹ ਆਪਣੀ ਜ਼ਿੰਮੇਵਾਰੀ ਸਮਝੇ। ਹੁਣ ਜਿੱਦਾਂ ਤੁਸੀਂ ਆਪਣੀ ਵੈਬਸਾਈਟ ਬਣਾਈ ਆ, ਤੇ ਮੈਂ ਤੁਹਾਨੂੰ ਬਿਲਕੁਲ ਅਸੀਂ ਸਕਰੀਨ ਤੇ ਵੀ ਉਹ ਲਾਵਾਂਗੇ, ਭਾਈ ਸਾਹਿਬ ਹੁਣਾਂ ਦੀ ਵੈਬਸਾਈਟ ਜਿਹੜੀ ਆ, ਉਸ ਵੈਬਸਾਈਟ ਦੇ ਜਰੀਏ ਤੁਸੀਂ ਜਾ ਕੇ ਦੇਖ ਸਕਦੇ। ਅਕਸਰ ਅੱਜ ਇੱਕ ਮਾਹੌਲ ਇਹੋ ਜਿਹਾ ਬਣ ਚੁੱਕਿਆ ਕਿ ਜਿਹੜਾ ਵੀ ਬੱਚਾ ਕੋਸ਼ਿਸ਼ ਕਰਦਾ, ਪੜ੍ਹਦਾ, ਉਹ ਆਈਲੈਟਸ ਕਰਕੇ ਬਾਹਰ ਨੂੰ ਨਿਕਲਦਾ। ਅੱਜ ਮਾਤਾ ਪਿਤਾ ਵੱਲੋਂ ਵੀ ਇਹ ਨਹੀਂ ਦੱਸਿਆ ਜਾਂਦਾ ਕਿ ਗੁਰੂ ਘਰ ਦੇ ਅਸੀਂ ਵਿੱਚ ਜਾਣਾ, ਉੱਥੇ ਜਾ ਕੇ ਨਮਸਕਾਰ ਕਰਨੀ ਆ। ਤੇ ਇੱਥੋਂ ਤੱਕ ਇਹ ਵੀ ਨਹੀਂ ਪਤਾ, ਬਹੁਤ ਸਾਰੇ ਬੱਚਿਆਂ ਦੀਆਂ ਝੱਬਰ ਸਾਹਿਬ ਇਹੋ ਜਿਹੀਆਂ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ, ਆਪਣੇ ਅੰਮ੍ਰਿਤ ਦਾ ਜ਼ਰੂਰ ਛਕਿਆ ਹੁੰਦਾ ਪਰ ਪੰਜਾਂ ਪਿਆਰਿਆਂ ਦੇ ਨਾਂ ਵੀ ਨਹੀਂ ਪਤਾ ਹੁੰਦਾ, ਚਾਰ ਸਾਹਿਬਜ਼ਾਦਿਆਂ ਦੇ ਨਾਂ ਵੀ ਨਹੀਂ ਪਤਾ ਹੁੰਦਾ। ਅੱਜ ਕੀ ਕਾਰਨ ਆ ਕਿ ਅੱਜ ਸਾਡੇ ਬੱਚੇ ਇਸ ਧਰਮ ਦੇ ਨਾਲ ਨਹੀਂ ਜੁੜ ਰਹੇ? ਅੱਜ ਕੀ ਕਾਰਨ ਕਿ ਸਾਡੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਖਾਸ ਉਪਰਾਲੇ ਨਹੀਂ ਕੀਤੇ ਜਾ ਸਕੇ? ਤੁਸੀਂ ਆਪਣਾ ਪੱਖ ਰੱਖਿਆ ਕਿ ਤੁਸੀਂ 53 ਪਿੰਡਾਂ ਦੇ ਵਿੱਚ ਜਿਹੜੇ ਉਪਰਾਲੇ ਤੁਸੀਂ ਕਰ ਰਹੇ ਹੋ, ਤੇ ਅੱਜ ਕੀ ਕਾਰਨ ਹੈ ਕਿ ਅੱਜ ਸਾਡੇ ਬੱਚੇ ਧਰਮ ਦੇ ਨਾਲ ਜ਼ਿਆਦਾ ਨੇੜਤਾ ਨਹੀਂ ਨਜ਼ਰ ਆ ਰਹੀ ਜਿੱਦਾਂ ਆਉਣੀ ਚਾਹੀਦੀ ਆ? ਵੈਸੇ ਜਦੋਂ ਸੰਸਥਾ ਦੀ ਜ਼ਿੰਮੇਵਾਰੀ ਹੋਵੇ, ਜਵਾਬਦੇਹੀ ਤਾਂ ਹੁੰਦੀ ਹੈ। ਜਦੋਂ ਕੌਮ ਦੀ ਸੰਸਥਾ, ਸਾਡੇ ਬਜ਼ੁਰਗਾਂ ਨੇ 1920 ਦੇ ਵਿੱਚ ਬੜੀਆਂ ਸਹਾਇਤਾਂ ਦੇ ਕੇ ਇੱਕ ਐਕਟ ਬਣਾਇਆ, ਕਾਨੂੰਨ ਬਣਾਇਆ, ਸਾਡੀ ਸੰਸਥਾ ਬਣਾਈ ਹੈ। ਠੀਕ ਹੈ, ਸ਼੍ਰੋਮਣੀ ਕਮੇਟੀ 'ਚ ਵੀ ਕਮੀਆਂ ਹੋ ਸਕਦੀਆਂ, ਇਹ ਨਹੀਂ ਹਰ ਇੱਕ ਚੀਜ਼ ਪੂਰੀ ਨਹੀਂ ਹੈਗੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਐਫਰਟ ਕੀਤੇ ਜਾਂਦੇ ਆ। ਜਿਵੇਂ ਪ੍ਰਚਾਰਕ ਸਿੰਘ ਹੈ ਪਿੰਡਾਂ ਦੇ ਵਿੱਚ, ਮੇਰਾ ਕੰਮ ਇਕੱਲਾ ਇਹੀ ਨਹੀਂ ਮੈਂਬਰ ਦਾ ਵੀ ਸਾਡੇ ਜਿਹੜੇ 52 ਸਕੂਲ ਹੈ, 39 ਕਾਲਜ ਹੈ, 2 ਯੂਨੀਵਰਸਿਟੀਆਂ ਜਾਂ ਵੱਡੇ ਗੁਰੂ ਘਰ ਆ, ਉਹਨਾਂ ਦਾ ਪ੍ਰਬੰਧ ਵੇਖਣਾ ਨਹੀਂ, ਮੁਲਾਜ਼ਮਾਂ ਦਾ ਵੇਖਣੀ ਨਹੀਂ। ਨਾਲ ਸਾਨੂੰ ਜੋ ਸਾਡੇ ਏਰੀਏ ਦੇ ਵਿੱਚ ਵੰਡ ਕੇ, ਕਿਉਂਕਿ ਵੰਡ ਕੇ ਕੰਮ ਵੱਧ ਹੋ ਜਾਂਦਾ, ਵੀ ਇੱਕ ਮੈਂਬਰ ਦੇ ਹਲਕੇ ਦੇ ਵਿੱਚ ਪ੍ਰਚਾਰਕ ਵੀ ਦਿੱਤੇ ਹੁੰਦੇ ਨੇ, ਢਾਡੀ ਵੀ, ਰਾਗੀ ਵੀ, ਧਰਮ ਪ੍ਰਚਾਰ ਕਰਨ ਵਾਸਤੇ। ਸਾਡੀ ਡਿਊਟੀ ਇਹ ਹੁੰਦੀ ਪਿੰਡ ਵਾਈਜ਼ ਜਦੋਂ ਜਾ ਰਹੇ ਨੇ, ਅਸੀਂ ਤੋਰ ਰਹੇ ਹਾਂ ਡਿਊਟੀ ਲਾ ਕੇ ਵੀ ਅੱਜ ਫਲਾਣੇ ਪਿੰਡ, ਅੱਜ ਫਲਾਣੇ ਪਿੰਡ ਹੈ, ਕਿ ਉਹ ਐਵੇਂ ਤਨਖਾਹ ਲਈ ਜਾਂਦੇ ਆ। ਉਹ ਮਤਲਬ ਪ੍ਰਚਾਰਕ ਢਾਡੀ ਤੇ ਵੈਸੇ ਵੀ ਜੇ ਕੋਈ ਲਿਟਰੇਚਰ ਮੰਗਦਾ ਹਨਾ, ਸਾਰਾ ਸ਼੍ਰੋਮਣੀ ਕਮੇਟੀ ਬਹੁਤ ਐਫਰਟ ਕਰ ਰਹੀ ਹੈ। ਹੋਰ ਸੰਤ ਮਹਾਂਪੁਰਸ਼, ਸੰਸਥਾਵਾਂ, ਚੈਨਲ ਬਹੁਤ ਕਰ ਰਹੇ ਹੈ। ਪਰ ਵੱਡੀ ਗੱਲ ਇਹ ਹੈ ਜੀ, ਕਮੀ ਇਕੱਲੇ ਰਿਕਥਾ ਨਹੀਂ, ਮਾਂ ਪਿਓ ਤੋਂ ਸ਼ੁਰੂ ਹੋ ਕੇ, ਮੈਨੂੰ ਜਿਹੜਾ ਮੇਰਾ ਤਜਰਬਾ ਹੈਗਾ, ਸਭ ਤੋਂ ਪਹਿਲੀ ਸਿੱਖੀ ਦੀ ਜੜ ਗ੍ਰੰਥੀ ਸਿੰਘ ਪਿੰਡ ਦਾ ਤੇ ਕਮੇਟੀ ਪਿੰਡ ਦੀ, ਜਿਹੜਾ ਪਿੰਡ ਦਾ ਗੁਰਦੁਆਰਾ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਹੈ, ਪਿੰਡ ਤੋਂ 200 ਕਿਲੋਮੀਟਰ ਦੂਰ, ਠੀਕ ਹੈ, ਪਰ ਪਿੰਡ ਦਾ ਗ੍ਰੰਥੀ ਸਿੰਘ ਤੇ ਪਿੰਡ ਦੀ ਕਮੇਟੀ, ਪਹਿਲਾਂ ਜੇ ਕਮੇਟੀ ਚੰਗੀ ਹੋਊਗੀ, ਸਿਰਦ ਜਜ਼ਬੇ ਵਾਲੀ, ਜਨੂਨ ਵਾਲੀ, ਜਿਹੜੀ ਇਹ ਪਿੰਡ 'ਚ ਐਫਰਟ ਕਰੇ, ਧਰਮ ਪ੍ਰਚਾਰ ਵਾਸਤੇ ਉਪਰਾਲੇ ਕਰੇ, ਉਸ ਤੋਂ ਬਾਅਦ ਗ੍ਰੰਥੀ ਸਿੰਘ ਹੋਵੇ ਜਿਹੜਾ ਪ੍ਰੇਰਿਤ ਕਰੇ ਕਮੇਟੀ ਨੂੰ ਵੀ ਤੇ ਪਿੰਡ ਨੂੰ ਸੁਬਾਹ ਸਭ ਅਨਾਉਂਸਮੈਂਟ ਕਰਕੇ, ਤੇ ਪਰ ਗ੍ਰੰਥੀ ਸਿੰਘ ਤਾਂ ਕਰੂ ਜਿਹਨੂੰ ਯੋਗ ਤਨਖਾਹ ਦੇਵਾਂਗੇ। ਤਨਖਾਹ ਤਾਂ ਆਪਾਂ ਵਿਚਾਰੇ ਨੂੰ ਦਿੰਦੇ ਨਹੀਂ, ਉਹ ਦਿਨੇ ਦਿਹਾੜੀ ਕਰਦਾ, ਤੜਕੇ ਹੱਥ ਨੇ ਗੁਰੂ ਘਰ ਸੇਵਾ ਕਰਦਾ। ਜੇ ਆਪਾਂ ਕੌਮ, ਆਪਾਂ ਇੰਨੀ ਸੇਵਾ ਕਰਦੇ ਆਂਗੇ, ਬਾਹਰ ਹੜ੍ਹ ਆ ਗਏ, ਹਰ ਇੱਕ ਮਸਲੇ 'ਚ ਆਪਣੀ ਕੌਮ ਦੀ ਵਡਿਆਈ ਹੈ। ਮਤਲਬ ਜਿਵੇਂ ਕਰੋਨਾ ਮਹਾਮਾਰੀ ਦੇ ਵਿੱਚ ਵੀ ਆਪਣੀ ਕੌਮ ਹੀ ਅੱਗੇ ਆਈ ਹੈ, ਹਨਾ ਜੀ, ਪਰ ਕਿਤੇ ਨਾ ਕਿਤੇ ਆਪਾਂ ਆਪਣਾ ਸਮਝ ਕੇ ਇਗਨੋਰ ਕਰ ਦਿੰਦੇ ਆ। ਜੇ ਗ੍ਰੰਥੀਆਂ ਦਾ ਆਪਾਂ ਇੱਕ ਤਰ੍ਹਾਂ ਦਾ ਇੱਕ ਨਿਯਮ ਬਣਾ ਲਈਏ ਵੀ ਘੱਟੋ ਘੱਟ ਗ੍ਰੰਥੀ ਤਨਖਾਹ ਦਾ 20,000 ਹੋਊ, ਪਰ ਪਿੰਡ ਕਮੇਟੀ ਹੈ ਉਹਨੂੰ ਵੇਖ ਕੇ ਰੱਖੇ ਵੀ ਵਧੀਆ ਹੈ, ਇਹ ਵੀ ਵਿਦਵਾਨ ਹੈ, ਇਹਨੂੰ ਗੁਰਬਾਣੀ ਆਉਂਦੀ ਹੈ, ਇਹ ਕਥਾ ਕਰਨ ਜਾਣਦਾ, ਇਹ ਪ੍ਰਚਾਰਕ ਵਧੀਆ, ਇਹ ਬੱਚਿਆਂ ਦੀ ਕਲਾਸ ਲਾ ਸਕਦਾ। ਹਾਂ ਬਿਲਕੁਲ, ਮਤਲਬ ਇਹ ਜੇ ਆਪਾਂ ਝੱਬਰ ਸਾਹਿਬ ਗੱਲ ਕਰੀਏ ਤਾਂ ਉਹਦਾ ਖਾਸ ਕਰਕੇ ਪਿਛੋਕੜ ਉਹਦਾ ਲਿਖਿਆ ਹੋਣਾ ਚਾਹੀਦਾ। ਜੇ ਗ੍ਰੰਥੀ ਵਧੀਆ ਹੋਊ, ਕਮੇਟੀ ਵਧੀਆ ਹੋਊ, ਤੇ ਪਿੰਡ ਵਾਲੇ ਮਾਪਿਓ, ਕਿਉਂਕਿ ਹੁਣ ਆਪਾਂ ਲਾਂਭਾ ਦੇਨੇ ਸਰਕਾਰਾਂ ਮਾੜੀਆਂ, ਕਿਸੇ ਸਰਕਾਰ ਇੱਕ ਦਿਨ ਨਹੀਂ ਗੱਲ ਕਰਦਾ, ਹਾਂ ਸਰਕਾਰਾਂ ਵੀ ਮਾੜੀਆਂ, ਕਿਉਂਕਿ ਢਾਂਚਾ ਸਿਸਟਮ ਉਹਨਾਂ ਨੇ ਦੇਣਾ ਹੁੰਦਾ ਹੈਗਾ। ਅਸੀਂ ਜਿਵੇਂ ਕਮੇਟੀ ਤੇ ਵੀ, ਸ਼੍ਰੋਮਣੀ ਕਮੇਟੀ ਤੇ ਉਂਗਲ ਉੱਠਦੀ ਹੈ, ਉਹ ਤੇ ਵੀ ਚਲੋ ਬਣਦੀ ਹੈ ਜ਼ਿੰਮੇਵਾਰੀ, ਪਰ ਜਿਹੜਾ ਬੱਚਾ 9 ਮਹੀਨੇ ਆਪਦੀ ਮਾਂ ਦੇ ਪੇਟ 'ਚ ਰਹਿ ਕੇ, 18 ਮਹੀਨੇ ਸਾਲ ਆਪਦੀ ਮਾਂ ਦੀ ਕਸਟਡੀ 'ਚ ਰਹਿ ਕੇ ਨਹੀਂ ਸੁਧਰਦਾ, ਤਾਂ ਉਹ ਕੱਲਾ ਆਪਾਂ ਸੰਸਥਾਵਾਂ ਨਹੀਂ ਤੇ ਮਾਪਿਆਂ ਨੂੰ ਵੇਖਣਾ ਪਊਗਾ ਵੀ ਆਪਾਂ ਕਹੇ ਜਾਂ ਉਹਨਾਂ ਨੂੰ ਦਿੱਤਾ, ਨਹੀਂ ਮਜ਼ਬੂਤ ਕਰਨੀ, ਨਹੀਂ ਮਜ਼ਬੂਤ ਕੀਤੀ। ਹਾਂ, ਕਈ ਵਾਰੀ ਬੱਚਿਆਂ ਦੀਆਂ ਮਾਵਾਂ ਹੀ ਜੀ ਕੇਸ ਜੂੜਾ ਕਰਨ, ਬੈਨ ਲੇਟ ਹੋ ਜਾਂਦੇ, ਮਾਂ ਲੇਟ ਉੱਠਦੀ ਹੈ ਤੇ ਉਧਰੋਂ ਬੈਨ ਆ ਕੇ ਹਾਰਨ ਮਾਰ ਦਿੰਦੀ ਹੈ, ਜੂੜਾ ਕਰਨ ਦੀ ਘੋਲ 'ਚ ਹੀ ਕਹਿੰਦੇ ਜਾਂ ਨਾਈ ਦੇ ਮਲਾਇਆ। ਉਹ ਛੋਟੀ ਗਲਤੀ ਹੁੰਦੀ ਹੈ, ਮਾਂ ਨੂੰ ਪਤਾ ਨਹੀਂ ਵੱਡੀ ਬਣ ਜੂ, ਉਦੋਂ ਛੋਟੀ ਹੁੰਦੀ ਹੈ, ਜੂੜਾ ਕਟਾਤਾ। ਜਦੋਂ ਜੂੜਾ ਕੱਟਿਆ ਬੱਚੇ ਦਾ ਜੀ, ਉਦੋਂ ਗਲਤ ਬੰਦੇ ਸੰਗਤ 'ਚ ਪੈ ਜਾਊਗਾ, ਤੇ ਸੰਗਤ 'ਚ ਪੈ ਕੇ ਨਸ਼ਿਆਂ ਤੇ ਲੱਗ ਜੂ। ਫਿਰ ਉਹੀ ਮਾਂ ਜਦੋਂ 20 ਸਾਲ ਦਾ ਹੋ ਜਾਂਦਾ, 5 ਸਾਲ ਦਾ ਜੂੜਾ ਮਾਂ ਨੇ ਕੱਟਿਆ ਸੀ, 20 ਸਾਲ ਦੇ ਹੋ ਜਾਂਦੇ, ਮਾਂ ਅਰਦਾਸ ਕਰਦੀ ਹੈ ਵੀ ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਸਿੱਧੇ ਰਸਤੇ ਪਾ, ਪਰ ਪਤਾ ਨਹੀਂ ਵੀ ਗਲਤੀ ਆਪਣੀ ਹੈ, ਛੋਟੀ ਜੀ ਨਿੱਕੇ ਜਿਹੇ ਲਾਲਚ। ਕਿਉਂਕਿ ਜਿਹੜੇ ਬੱਚੇ ਦੇ ਸਿਰ ਤੇ ਜੂੜਾ ਨਾ ਜੀ, ਉਹਦੇ ਲਵੇ ਜਿਹੜੀਆਂ ਏਜੰਸੀਆਂ ਨੇ ਜਾਂ ਸਿੱਖ ਵਿਰੋਧੀ ਤਾਕਤਾਂ ਨੇ, ਉਹ ਲਵੇ ਉਹਦੇ ਲੱਗਣ ਤੇ ਉਹਨੂੰ ਪੁੱਠੇ ਪਾਸੇ ਲਾਉਣ ਤੋਂ ਝਿਜਕਦੀਆਂ ਨੇ। ਮੈਂ ਕੈਂਪਾਂ 'ਚ ਹੀ ਬੋਲਦਾ ਉਹਨਾਂ ਬੱਚਿਆਂ ਨੂੰ ਵੀ ਜੂੜੇ ਰੱਖੋ, ਕਿਉਂਕਿ ਜੇ ਤੁਹਾਡੇ ਜੂੜਾ ਰੱਖਿਆ ਤਾਂ ਤੁਹਾਡੇ ਵਿਰੋਧੀਆਂ ਨੂੰ ਇਹ ਪਤਾ ਵੀ ਇਹਨੂੰ ਧਰਮ ਬਾਰੇ ਪਤਾ, ਤਾਂ ਜੂੜੇ ਰੱਖਿਆ। ਅੱਖ ਸ਼ਰਮ ਹੁੰਦੀ ਹੈ, ਹਾਂ ਅੱਖ ਸ਼ਰਮ ਹੈ ਵੀ ਇਹਨੇ ਕੇਸ ਰੱਖਿਆ, ਇਹਨੂੰ ਧਰਮ ਬਾਰੇ ਪਤਾ, ਇਸ ਕਰਕੇ ਜੇ ਗਲਤ ਰਸਤੇ ਪਾਵਾਂਗੇ ਮਾਂ ਬਾਪ
ਨੂੰ ਦੱਸੂਗਾ ਹਨਾ। ਸੋ ਜੇ ਆਪਣੀ ਨਿਸ਼ਾਨੀ ਹੈ ਇੱਕ ਤਰ੍ਹਾਂ ਦੀ, ਜਦੋਂ ਆਪਾਂ ਕੇਸ ਕਟਾਤੇ ਇਹਨੂੰ ਪਤਾ ਲੱਗਦਾ ਵੀ ਇਹ ਧਰਮ ਤੋਂ ਭੜਕਿਆ ਹੋਇਆ ਤੇ ਹੁਣ ਇਹਨੂੰ ਨਸ਼ੇ ਵਾਲੇ ਪਾਸੇ ਵੀ ਲਾ ਦਿਓ, ਗਲਤ ਰਸਤੇ ਪਾ। ਚਮਰ ਸਾਹਿਬ, ਮੈਂ ਤੁਹਾਡੇ ਇੱਕ ਗੱਲ ਇੱਥੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਇਹ ਅਸਲ 'ਚ ਪ੍ਰਕਿਰਿਆ ਕੀ ਹੁੰਦੀ? ਜਿੱਦਾਂ ਤੁਸੀਂ ਹੁਣ ਦੱਸਿਆ 11 ਤੋਂ ਬਾਅਦ ਇਲੈਕਸ਼ਨ ਹੋਏ ਨਹੀਂ। ਹੁਣ ਇਸ ਜਦੋਂ ਮੈਂਬਰ ਕੋਈ ਖੜਾ ਹੁੰਦਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ, ਇਹਨੂੰ ਵੋਟ ਕਿਹੜੇ ਲੋਕ ਪਾ ਸਕਦੇ? ਕੋਈ ਵੀ ਪਾ ਸਕਦੇ, ਜਿੱਦਾਂ ਆਮ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਜਾਂ MLA ਦੀਆਂ ਹੁੰਦੀਆਂ, ਕਿੱਦਾਂ ਇਹਦਾ ਕੀ ਪ੍ਰਕਿਰਿਆ ਕੀ ਇਹਦੀ? ਨਹੀਂ ਜੀ, ਇਹਦੇ ਵਾਸਤੇ ਕੇਸਾਧਾਰੀ ਹੋਣਾ ਬਹੁਤ ਜ਼ਰੂਰੀ ਹੈ। ਇਹ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ? ਅੰਮ੍ਰਿਤਧਾਰੀ ਨਹੀਂ, ਕੇਸਾਧਾਰੀ। ਚੋਣ ਲੜਨ ਵਾਸਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਅੱਛਾ ਜੀ। ਤੇ ਪਰ ਵੋਟ ਪਾਉਣ ਵਾਸਤੇ ਸਾਬਤ ਸੂਰਤ ਹੋਣਾ ਚਾਹੀਦਾ, ਦਸਤਾ ਮੌਜੂਦ ਕੇ ਸਿਰ ਦੇ ਕੇਸ ਵੀ ਤੇ ਆਪਣਾ ਦਾੜਾ। ਉਹਦਾ ਕੋਈ ਪ੍ਰੋਪਰ ਕੋਈ ਪੁਖਤਾ ਪਛਾਣ ਪੱਤਰ ਹੁੰਦਾ ਜਾਂ ਕੋਈ ਕੇਸ ਤਾਂ ਦਾੜੀ? ਹੁਣ ਮੈਂ ਵੀ ਕੇਸ ਦਾੜੀ ਮੈਂ ਅਗਰ ਰੱਖੇ, ਪਰ ਮੈਂ ਪੂਰੀ ਪ੍ਰੋਪਰ ਨਹੀਂ ਰੱਖ ਸਕਿਆ ਕਿ ਅੱਜ ਮੈਨੂੰ ਵੀ ਇਹ ਵੋਟ ਪਾਉਣ ਦਾ ਅਧਿਕਾਰ ਹੋ ਸਕਦਾ? ਜਿਹਦੀ ਜੀ ਦਾੜੀ ਲੱਗਦੀ ਹੈ ਵੀ ਰੱਖੀ ਹੈ, ਭਰਨ ਵੀ ਕਰੂਗਾ। ਇਹ ਵੈਸੇ ਵੋਟਾਂ ਹੁਣ ਬਣਨੀਆਂ ਨੇ, ਕਿਉਂਕਿ 11 'ਚ ਇਹ ਬਣੀਆਂ ਸੀ ਵੀ ਕੇਸ ਦਾੜੀ ਹੈਗੇ ਆ, ਪਰ ਉਦੋਂ ਰਾਮ ਘਚੋਲਾ ਰਿਹਾ। ਇਸ ਕਰਕੇ ਹੁਣ ਜਿਹੜੀ ਚੋਣ ਲੇਟ ਹੋਈ ਹੈ। ਵੈਸੇ ਤਾਂ ਪਹਿਲੀ ਗੱਲ ਇਹ ਕੋਈ ਸ਼ੱਕ ਨਹੀਂ ਵੀ ਆਪਣੀ ਕੌਮ ਤੇ ਆਪਣੀ ਸੰਸਥਾ ਤੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੈ, ਤੇ ਚਾਹੇ ਅਕਾਲੀ ਦਲ ਆ ਗਿਆ, ਆਪਣਾ ਧਾਰਮਿਕ ਜਥੇਬੰਦੀ ਸੀ, ਸਿਆਸੀ ਵਿੰਗ ਲਾ ਲਓ, ਇਸ ਤੇ ਦਿੱਲੀ ਦੀ ਅੱਖ ਹੈ। ਦਿੱਲੀ 'ਚ ਕੋਈ ਬੈਠਾ, ਜੋ ਪਾਰਟੀਆਂ ਦੇ ਮੈਨੇ ਨਹੀਂ ਰੱਖਦੀਆਂ, ਦਿੱਲੀ ਕੋਈ ਬੈਠਾ। ਜਦੋਂ ਤੋਂ ਮੈਂ ਤਾਂ ਅਕਸਰ ਕਹਿਣਾ ਹੁੰਦਾ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬਜ਼ੁਰਗਾਂ ਨੇ ਆਜ਼ਾਦ ਕਰਾ ਲਈ, ਤਾਂ ਭਾਰਤ ਦੇ ਆਜ਼ਾਦੀ ਮੰਗਣ ਵਾਲੇ ਲੀਡਰਾਂ ਨੇ ਆਪਾਂ ਨੂੰ ਵਿੱਚ ਰਲਾ ਲਿਆ, ਐਂ ਕਹਿ ਕੇ ਉੱਤੋਂ ਤਾਂ ਦਿੱਤੀ ਵਧਾਈ ਵੀ ਜੀ ਆਹ ਦੇਸ਼ ਦੀ ਪਹਿਲੀ ਆਜ਼ਾਦੀ ਜਿੱਤ ਲਈ। ਹਾਲਾਂਕਿ ਲੜੀ ਆਜ਼ਾਦੀ ਤਾਂ ਸਿੱਖਾਂ ਨੇ ਆਪਦੇ ਗੁਰਦੁਆਰੇ ਜਿੱਤੀ ਸੀ, ਲੜਾਈ ਤਾਂ ਅੰਗਰੇਜ਼ਾਂ ਤੋਂ ਜਿੱਤੇ ਤਾਂ ਆਪਦੇ ਗੁਰਦੁਆਰੇ ਸੀ, ਪਰ ਭਾਰਤ ਹੁਕਮਰਾਨਾਂ ਨੇ ਆਪਾਂ ਨੂੰ ਨਾਲ ਰਲਾ ਕੇ ਉੱਤੋਂ ਤਾਂ ਦਿੱਤੀ ਵਧਾਈ ਵੀ ਆਪਾਂ ਜੀ ਇਹ ਲੜਾਈ ਜਿੱਤ ਲਈ, ਪਹਿਲੀ ਦੇਸ਼ ਦੀ ਆਜ਼ਾਦੀ ਦੀ। ਹਾਲਾਂਕਿ ਗੁਰਦੁਆਰੇ 'ਚ ਲੜਾਈ ਜਿੱਤੀ ਹੈ, ਉਹ ਕਹਿੰਦੇ ਦੇਸ਼ ਦੀ ਆਜ਼ਾਦੀ, ਭਾਰਤ ਦੀ ਲੜਾਈ ਜਿੱਤ ਲਈ ਆਪਾਂ, ਦੇਤੀ ਬੜਾਈ। ਜਿਵੇਂ ਨਹੀਂ ਆਪਸ 'ਚ ਉੱਤੋਂ ਆਪਾਂ ਵਧਾਈ ਦੇ ਦਿੰਦੇ, ਵਿੱਚੋਂ ਖਾਰ ਖਾਂਦੇ ਆ, ਪਰ ਵਿੱਚੋਂ ਅੱਖ ਰੱਖ ਲਈ ਵੀ ਕੰਮ ਤਾਂ ਗਲਤ ਹੋ ਗਿਆ। ਇਹਨਾਂ ਨੇ ਤਾਂ ਆਪਦਾ ਇੱਕ ਤਰ੍ਹਾਂ ਦਾ ਦੇਸ਼ ਸਿਸਟਮ, ਸਾਰਾ ਸੰਵਿਧਾਨ, ਸਾਰਾ ਢਾਂਚਾ, ਇਲੈਕਟਡ ਬਾਡੀ ਲਾ ਲਓ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਦੀ ਸੁਪਰਵਿਜ਼ਨ 'ਚ ਇਹਨਾਂ ਤਾਂ ਵੱਖਰਾ ਬਣਾ ਵੀ ਲਿਆ ਹਿੰਦੁਸਤਾਨ ਨੂੰ ਪਹਿਲੀ। ਇਹਨਾਂ ਨੇ ਤਾਂ ਮਤਲਬ ਕਰ ਲਿਆ। ਉਹ ਤਾਈਓ ਉਸ ਤੋਂ ਮੈਂ ਕਿਉਂਕਿ 47 ਤੋਂ ਬਾਅਦ ਇੱਕ ਵੀ ਫੈਸਲਾ ਸਿੱਖ ਕੌਮ ਦੇ ਹੱਕ 'ਚ ਨਹੀਂ ਹੋਇਆ, ਖਿਲਾਫ ਹੋਏ ਨੇ। ਇਸ ਕਰਕੇ ਇਹ ਲੱਗਦਾ ਵੀ ਸਾਡੇ ਤੇ ਅੱਖ ਤਾਂ ਉਦੋਂ ਦੀ ਰੱਖੀ ਸੀ ਇਹਨਾਂ ਨੇ ਵੀ ਯਾਰ ਇਹ ਕਿੱਧਰੋਂ, ਪਰ 47 ਤੋਂ ਬਾਅਦ ਸਾਨੂੰ ਧੱਕੇ ਕਰਨ ਲੱਗ ਗਏ, ਹਰ ਇੱਕ ਮਸਲਾ ਸਾਡਾ ਉਲਝਾ ਕੇ ਰੱਖਿਆ। ਅੱਜ ਤੱਕ ਸਾਨੂੰ ਇੱਕ ਵੀ ਮਤਲਬ ਸਿੱਖਾਂ ਨੂੰ ਸੰਤੁਸ਼ਟ ਕਰਨ ਵਾਲਾ ਨਾ ਸੁਪਰੀਮ ਕੋਰਟ ਤੋਂ ਨਾ ਦਿੱਲੀ ਸਟੇਟ ਤੋਂ ਕਦੇ ਮਿਲਿਆ ਨਹੀਂਗਾ, ਸਾਨੂੰ ਆਇਆ ਨਹੀਂਗਾ। ਤਾਈਓ ਇਹੀ ਕਾਰਨ ਉਲਝਾ ਕੇ ਰੱਖੀ। ਤੇ ਜਿਹੜੀ ਤੁਸੀਂ ਚੋਣ ਵਾਲੀ ਗੱਲ ਕਰਦੇ ਹੋ, ਇਹ ਚੋਣ ਵੀ ਆਪਣੀ ਕਿੱਥੇ 5 ਸਾਲ ਬਾਅਦ ਹੋਣੀ ਚਾਹੀਦੀ ਹੈ। ਅਸਲ ਫੇਰ ਹੀ ਪਾਰਦਰਸ਼ਤਾ ਰਹੂ ਨਾ, ਜੇ 5 ਸਾਲ ਬਾਅਦ ਚੋਣ ਹੋਊ। ਹੁਣ ਗਿਆ ਮੈਂ ਬੈਠਾ 12 ਸਾਲ ਦਾ ਮੈਂਬਰ ਬਣਿਆ, ਮੈਂ ਚੰਗਾ ਕਰਾਂ ਗਲਤ ਕਰਾਂ ਬੈਠਾ, ਤੇ ਕਿੱਥੇ ਜੇ ਮੈਂ ਗਲਤ ਹੂੰ ਲਾ ਕੇ ਪਰਾਂ ਮਾਰਨਗੇ, ਚੰਗਾ ਹੂੰ ਲੋਕ ਲਿਆਉਣਗੇ। ਇਹ ਸਾਡੇ ਬਜ਼ੁਰਗਾਂ ਨੇ ਬਹੁਤ ਵਧੀਆ ਬਣਵਾਈ ਸੀ ਗੱਲ। ਇਹ ਪਹਿਲੀ ਹੈ ਜੀ। ਇਹ ਸੰਦੀਪ ਸਿੰਘ ਜੀ, ਤੁਸੀਂ ਤਾਂ ਮੇਰੇ ਨੂੰ ਵੱਡੇ ਹੋ, ਇਹ ਬੜੀ ਮਤਲਬ ਮਹਾਰਾਜ ਦੀ ਇੱਕ ਤਰ੍ਹਾਂ ਦੀ ਕਲਾ ਹੀ ਵਰਤਦੀ ਹੈ ਸਾਡੀ ਕੌਮ ਤੇ। ਮਤਲਬ ਇਹ ਪਹਿਲਾ ਵੀ ਸਾਡੀ ਧਾਰਮਿਕ ਬੋਡੀ ਲੋਕ ਚੁਣਦੇ ਆ, ਮਤਲਬ ਸਾਡਾ ਰੁਪਿਆ ਜੋ ਡੋਨੇਸ਼ਨ ਕੀਤਾ, ਮੱਥਾ ਟੇਕਿਆ ਸਿੱਖ ਕੌਮ ਦਾ, ਤੇ ਜਿਹੜਾ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀਗਾ, ਚਾਹੇ ਅੱਜ ਉਹ ਗੱਲਾਂ ਹੋ ਰਹੀਆਂ ਮੁੱਖ ਮੰਤਰੀ ਵੱਲੋਂ ਨਾ ਮੱਥਾ ਟੇਕੋ, ਮਤਲਬ ਉਹਨੂੰ ਮੇਨਟੇਨ ਰੱਖਣ ਵਾਸਤੇ, ਉਹਦਾ ਹਿਸਾਬ ਰੱਖਣ ਵਾਸਤੇ, ਉਹਦਾ ਕੰਟਰੋਲ ਰੱਖਣ ਵਾਸਤੇ ਕੋਈ ਥੋਪੇ ਨਹੀਂ ਜਾਂਦੇ। ਜਿਵੇਂ ਆਪਾਂ, ਮੈਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦਾ, ਤਾਂ ਲੋਕ ਚੁਣਦੇ ਆ। ਹਰ ਇੱਕ ਵੋਟ ਜਿਹਨੇ ਰੁਪਿਆ ਮੱਥਾ ਟੇਕਿਆ ਉਹੀ ਚੁਣਦਾ, ਉਹ ਆਪਦੇ ਰੁਪਏ ਦੇ ਹਿਸਾਬ ਰੱਖਣ ਵਾਲੇ ਬੰਦਿਆਂ ਨੂੰ। ਤੁਸੀਂ ਇਹ ਵੇਖੋ ਕਿੰਨੀ ਵਿਲੱਖਣ ਗੱਲ ਹੈ, ਸੰਗਤ ਚੁਣਦੀ ਹੈ। ਪਰ ਸਾਨੂੰ ਉਲਝਾ ਕੇ ਰੱਖਿਆ। 2004 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਸੀ ਸਹਿਜਧਾਰੀ ਵਾਲਾ, ਤੇ ਉਹ ਨਾ ਪਾਰਲੀਮੈਂਟ 'ਚ ਪੇਸ਼ ਕੀਤਾ, ਨਾ ਰਾਸ਼ਟਰਪਤੀ, ਕਾਨੂੰਨ ਨਹੀਂ ਬਣਿਆ, ਉਹ ਉਲਝ ਕੇ ਰਹਿ ਗਿਆ। 11 'ਚ ਚੋਣ ਹੋ ਗਈ, ਚੋਣ ਸਟੇ ਹੋ ਗਈ। ਸ਼ਾਇਦ ਤੁਸੀਂ ਸਵਾਲ ਇਹ ਵੀ ਕਰੋ ਚੋਣ ਹੋਈ ਕਿਉਂ ਨਹੀਂ, ਮੈਂ ਪਹਿਲੀ ਜਵਾਬ ਦੇ ਦਿਆਂ। ਹਾਂ, ਤੇ ਉਹ ਮਤਲਬ ਸਟੇ ਹੋ ਗਈ। ਸਟੇ ਕਿਉਂ ਹੋ ਗਈ? ਸੁਪਰੀਮ ਕੋਰਟ ਕੋਲੇ ਮਸਲਾ ਗਿਆ। ਸੁਪਰੀਮ ਕੋਰਟ ਭਾਰਤ ਸਰਕਾਰ ਤੋਂ ਮੰਗਣ ਲੱਗ ਗਈ ਵੀ ਦੱਸੋ ਤੁਹਾਡਾ ਕੀ ਕਹਿੰਦਾ ਕਾਨੂੰਨ ਐਕਟ, ਤੇ ਉਹ ਕਹਿੰਦੇ ਉਲਝਿਆ ਪਿਆ। ਉਹ ਕਹਿੰਦੇ ਜੀ ਆਹ ਹੋਇਆ ਸੀ, ਉਹ ਤਾਂ ਕਹਿੰਦੇ ਕੈਬਨਿਟ 'ਚ ਹੋਇਆ ਸੀ, ਕੈਬਨਿਟ ਦੀ ਤਾਂ 6 ਮਹੀਨੇ ਤੱਕ ਮਿਆਦ ਹੈ। ਕਿੰਨੇ ਉਹ ਫਿਰ ਦੁਬਾਰੇ ਤੁਸੀਂ ਮਤਲਬ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਸ਼ਖਸੀਅਤ ਕਰਕੇ ਕੌਮ ਦਾ ਬਹੁਤ ਵੱਡਾ ਮਸਲਾ ਹੱਲ ਹੋਇਆ। ਠੀਕ ਹੈ ਜੀ। ਨਾਲੇ ਤਾਂ ਆਪਾਂ ਮੈਂ ਗੱਲਾਂ ਵਿਰੋਧ ਕਰਨ ਦੇ ਵੀ ਤਰੀਕੇ ਹੁੰਦੇ ਆ। ਨਾਲੇ ਤਾਂ ਆਪਾਂ ਕਹਿ ਦਿੰਦੇ ਆ ਵੀ ਅਕਾਲੀਆਂ ਨਾਲ ਕੋਈ ਸਿੱਖ ਨਹੀਂ ਹੈਗਾ, ਇਹ ਸ਼੍ਰੋਮਣੀ ਅਕਾਲੀ ਦਲ ਹੈ, ਨਾਲੇ ਤਾਂ ਇਹ ਕਹਿ ਦਿੰਦੇ ਆ। ਨਾਲੇ ਕਹਿ ਦਿੰਦੇ ਆ ਜੀ ਇਹਨਾਂ ਨੇ ਕੱਲੇ ਕੇਸ ਦਾੜੀ ਵਾਲਿਆਂ ਨੂੰ ਵੋਟ ਪਾਉਣ ਦਾ ਹੱਕ ਲੈਤਾ ਬਾਦਲ ਸਾਹਿਬ ਨੇ, ਕਿਉਂਕਿ ਤੁਹਾਨੂੰ ਦੱਸਿਆ ਹੈ ਜਦੋਂ ਭਾਰਤੀ ਸਟੇਟ ਦੀ ਨੀਅਤ ਗਲਤ ਸੀ, ਚਾਹੇ ਮਨਮੋਹਨ ਸਿੰਘ ਸੀ ਸੈਂਟਰ ਦੇ ਸਿੱਖ ਸੀ,
ਪਰ ਉਹਨਾਂ ਨੇ ਵੀ ਇਹ ਸਾਡਾ ਮਸਲਾ ਹੱਲ ਨਹੀਂ ਕੀਤਾ। ਹਾਲਾਂਕਿ ਜਦੋਂ ਸੁਪਰੀਮ ਕੋਰਟ ਨੇ ਇਹ ਮੰਗੀ ਸੀ ਉਹਦੀ ਸੈਂਟਰ ਸਰਕਾਰ ਫੈਸਲਾ ਕਰਕੇ ਐਕਟ ਬਣਾ ਕੇ ਦੇ ਦਿੰਦੀ ਤਾਂ ਕਿਉਂਕਿ ਜਿਵੇਂ ਹੁਣ ਅਸੀਂ 17 ਤੋਂ ਮੈਂਬਰ ਬਣੇ ਆ, 11 ਤੋਂ ਲੈ ਕੇ 17 ਤੱਕ ਸਟੇ ਰਹੇ ਆ, ਅਸੀਂ ਮੈਂਬਰ ਹੀ ਨਹੀਂ ਸੀਗੇ, ਨਾ ਪੁਰਾਣਾ ਹੀ ਮੈਂਬਰ ਸੀ ਨਾ ਨਵੇਂ। ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਜਿਹੜੀ ਐਗਜ਼ੈਕਟਿਵ ਸੀ ਉਹ ਨੋਮੀਨੇਟ ਸੀ, ਸੁਪਰੀਮ ਕੋਰਟ ਵੱਲੋਂ ਸੁਪਰਵੀਜ਼ਨ ਕਰ ਰਹੀ ਸੀਗੀ, ਸਟੇ ਲਈ ਹੋਈ ਸੀਗੀ। ਸੋ ਫਿਰ ਉਹ ਸਹਿਜਧਾਰੀ ਵਾਲਾ ਜਦੋਂ ਮੋਦੀ ਸਰਕਾਰ ਆ ਗਈ ਇਹ 'ਚ ਗੱਲ ਕੀਤੀ, ਸਰਦਾਰ ਬਾਦਲ ਨੇ ਕਿਹਾ, ਅਕਾਲੀ ਦਲ ਨੇ ਗੱਲ ਕੀਤੀ ਵੀ ਸਾਡਾ ਲੌਂਕਿਆ ਪਿਆ, ਫੈਸਲਾ ਕਰਵਾਓ, ਤੁਸੀਂ ਉਹ ਦੁਬਾਰੇ ਕਾਨੂੰਨ ਬਣਾਓ ਵੀ ਭਾਈ ਕੇਸਾਂ ਧਾਰੀ ਵੋਟ ਪਾ ਸਕਦੇ ਆ। ਚੱਬਰ ਸਾਹਿਬ ਇਹ ਲੱਗਦਾ ਨੇ ਕਿ ਕਰਵਾਉਣਾ ਹੀ ਨਹੀਂ ਚਾਹੁੰਦੇ ਸੀ ਜੀ? ਨਹੀਂ ਜੀ, ਕਰਾਉਣਾ ਕਿਉਂ ਨਹੀਂ ਚਾਹੁੰਦੇ, ਮੈਂ ਦੱਸਦਾ ਸਾਰਾ, ਮੈਂ ਤੁਹਾਨੂੰ ਦੱਸਦਾ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਲੋਕਾਂ ਦੇ ਦਿਲਾਂ ਦੇ ਵਿੱਚ, ਮਨਾਂ ਦੇ ਵਿੱਚ ਭਾਵਨਾਵਾਂ ਨੇ ਕਿ ਇਹ ਜਾਣ ਬੁੱਝ ਕੇ ਨਹੀਂ ਕਰਵਾ ਰਹੇ। ਨਹੀਂ ਜੀ ਨਹੀਂ, ਪਹਿਲਾਂ ਕਾਂਗਰਸ ਸਰਕਾਰ ਨੇ ਇਹ ਮਸਲਾ ਹੱਲ ਨਹੀਂ ਕੀਤਾ ਵੀ ਸਾਡੇ ਨਾਲ ਜਿਹੜੇ ਪਹਿਲੀ ਗੱਲ ਤਾਂ ਨੀਅਤ ਹੀ ਖੋਟ ਹੈ, ਉਹ ਆਪਣੇ ਧਰਮ ਦੇ ਵਿੱਚ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਵਿੱਚ ਤੁਸੀਂ ਵੇਖਿਆ ਹੀ ਹੈਗਾ ਮਸਲੇ ਤਾਂਹੀ ਉਹ ਸਟੇਟ ਹੀ ਉਲਝਾ ਕੇ ਰੱਖਦੀ ਹੈ ਤੇ ਉਹ ਕਲੀਨ ਸ਼ੇਪ ਬੋਦੀਆਂ ਨੂੰ ਬਾੜਨਾ ਚਾਹੁੰਦੀ ਹੈ। ਹਰ ਇੱਕ ਧਰਮੀ ਬੰਦਾ ਇਹ ਕਹਿੰਦਾ ਵੀ ਜੋ ਧਰਮ ਦਾ ਕਾਰਜ ਹੈ ਗ੍ਰੰਥੀ ਸਿੰਘ ਜਾਂ ਮੈਂਬਰ ਤਾਂ ਯਾਰ ਉਹੋ ਜਿਹੇ ਹੋਣ ਨਾ ਜੇ ਜਰ ਸਿਧਾਂਤ ਹੈ। ਸੋ ਇਸ ਕਰਕੇ ਉਹ ਬਣਾਉਣ ਹੀ ਨਹੀਂ ਚਾਹੁੰਦੇ ਸੀ। ਜਦੋਂ ਮੋਦੀ ਸਰਕਾਰ ਆ ਗਈ 14 ਚ, ਉਦੋਂ ਅਕਾਲੀ ਦਲ ਨੇ ਕਿਹਾ ਵੀ ਤਾਂ ਆਪਣੀ ਹੈਗੀ ਰਿਲਾਇੰਸ, ਆਪਣਾ ਸਾਂਝ ਇਹਨਾਂ ਨਾਲ ਵੀ ਕਰੋ ਭਾਈ, ਤਾਂ ਅਕਾਲੀ ਬੀਜੇਪੀ ਸਰਕਾਰ ਕਹਿਣ ਲੱਗ ਗਈ ਵੀ ਆਪਾਂ ਲੋਕ ਸਭਾ 'ਚ ਤਾਂ ਕਰ ਦਾਂਗੇ ਬਹੁਮਤ ਹੈ, ਪਰ ਰਾਜ ਸਭਾ 'ਚ ਬਹੁਮਤ ਨਹੀਂ, ਉੱਥੇ ਨਾ ਲੌਂਕ ਜੇ ਇਹ ਬਿੱਲ, ਅੱਛਾ ਇਹ ਉੱਥੇ ਨਾ ਲੌਂਕ ਜੀ। ਤੇ ਬਾਦਲ ਸਾਹਿਬ ਕੱਲੀ ਸਟੇਟ ਵਾਲੀਆਂ ਪਾਰਟੀਆਂ ਨੂੰ ਮਿਲੇ, ਚਾਹੇ ਲਾਲੂ ਹੋਇਆ, ਮੁਲਾਇਮ ਯਾਦਵ ਹੋਇਆ, ਜਿੰਨੀਆਂ ਨੇ, ਨਹੀਂ ਸਿੱਖ ਨਹੀਂ ਜੀ, ਜਿੰਨੇ ਰਾਜ ਸਭਾ ਮੈਂਬਰ ਨੇ ਜਿੰਨੀਆਂ ਪਾਰਟੀਆਂ ਦੇ, ਉਹਨਾਂ ਨੂੰ ਮਿਲੇ ਵੀ ਸਾਡੇ ਧਰਮ ਦਾ ਮਸਲਾ ਗਾ, ਇਹ ਆਹ ਮਸਲਾ ਹੱਲ ਹੋਣਾਗਾ ਵੀ ਸਰਕਾਰ ਲੈ ਕੇ ਆਊ, ਤੁਸੀਂ ਸਾਡੇ ਸਹਿਜਧਾਰੀ ਦੇ ਮਤਲਬ ਮਸਲੇ ਤੇ ਵੀ ਸਾਡੀ ਮਰਿਆਦਾ ਇਹ ਕਹਿੰਦੀ ਹੈ ਵੀ ਜਿਹੜੇ ਕੇਸ ਸਾਡੇ ਸਿਧਾਂਤ ਇਹ ਕਹਿੰਦੇ ਨੇ, ਤਾਂ ਸਾਰਿਆਂ ਨੇ ਸਪੋਰਟ ਕੀਤੀ। ਲੋਕ ਪਾਰਲੀਮੈਂਟ ਕੈਬਨਿਟ 'ਚ ਪਾਸ ਹੋਇਆ, ਲੋਕ ਸਭਾ 'ਚ, ਰਾਜ ਸਭਾ 'ਚ ਪਾਸ ਹੋਇਆ, ਫਿਰ ਜਾ ਕੇ ਕਾਨੂੰਨ ਬਣਿਆ, ਫਿਰ ਸੁਪਰੀਮ ਕੋਰਟ ਨੇ ਫੈਸਲਾ ਕੀਤਾ, ਫਿਰ ਸਾਨੂੰ ਵੈਲਿਡ ਕਰਾਰ ਦਿੱਤਾ। ਫਿਰ ਇਹ 17 'ਚ ਜਾ ਕੇ ਸਾਡਾ ਪਹਿਲਾ ਹਾਊਸ ਬੈਠਾ, ਚੋਣ 11 'ਚ ਹੁੰਦੀ ਹੈ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਸੰਸਥਾ, ਤੁਸੀਂ ਇਹ ਦੇਖੋ, ਆਜ਼ਾਦ ਹੋਈ ਸੰਸਥਾ ਦੀ ਚੋਣ ਹੋਈ ਪਈ ਹੈ 11 'ਚ, ਪਰ ਮੈਂਬਰ ਨਾ ਜਿੱਤਿਆ, ਨਾ ਹਰਿਆ, ਨਾ ਪੁਰਾਣੇ ਨਵੇਂ, ਸਟੇ ਹੋਈ ਪਈ ਹੈ 17 'ਚ ਜਾ ਕੇ ਅਸੀਂ ਮੈਂਬਰ ਜਾ ਕੇ ਬਣੇ ਆ। ਤੇ ਪਰ ਹੁਣ ਪਤਾ ਨਹੀਂ ਸਵਾਰ 'ਚ ਹੁਣ ਹਰਿਆਣਾ ਕਮੇਟੀ ਦਾ ਮਸਲਾ ਜਾ ਕੇ ਰੱਖਿਆ ਸੀ ਇਹਨਾਂ ਨੇ, ਤਾਂ ਨਹੀਂ ਕਰਾ ਰਹੇ ਸੀ ਚੋਣ। ਮਤਲਬ ਕੋਈ ਨਾ ਕੋਈ ਜਿਹੜਾ ਮਸਲਾ ਉਹ ਸਾਹਮਣੇ ਪੰਗਾ ਪਾ ਕੇ ਰੱਖਦੇ, ਕੋਈ ਨਾ ਕੋਈ ਜਿਹੜਾ ਮਸਲਾ ਉਹ ਸਾਹਮਣੇ ਨਿਕਲ ਕੇ ਸਾਹਮਣੇ ਆ ਜਾਂਦਾ। ਕਿਉਂਕਿ ਅੱਜ ਬਹੁਤ ਸਿੱਖਾਂ ਦੀ ਇਹ ਮੰਗ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਵਾਈ ਜਾਵੇ, ਹੈ ਨਾ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ। ਵੈਸੇ ਤਾਂ ਆਜ਼ਾਦ ਹੈ, ਪਰ ਚੋਣ ਕਰਾਈ ਜਾਵੇ ਸ਼ਬਦ ਵਧੀਆ। ਆਜ਼ਾਦ ਤਾਂ ਇਹ ਬਹਾਨਾ, ਜਿਵੇਂ ਹੁਣ ਕਹਿੰਦੀ ਮੋਦੀ ਦਾ ਗੁਲਾਮ ਹੈ ਭਾਰਤ, ਜਾਂ ਪੰਜਾਬ ਭਗਵੰਤ ਮਾਨ ਦਾ ਗੁਲਾਮ ਹੈ, ਜਾਂ ਕੇਜਰੀਵਾਲ ਦਿੱਲੀ ਗੁਲਾਮ ਹੈ, ਜਿਹਦੀ ਸੱਤਾ ਆ ਗਈ ਸੰਗਤ ਨੇ ਦੇਤੀ, ਸੰਗਤ ਨੇ ਫਤਵਾ ਦਿੱਤਾ ਹੈਗਾ। ਇਹ ਚੱਬਰ ਸਾਹਿਬ ਜੇ ਆਪਾਂ ਗੱਲ ਕਰੀਏ ਨਾ, ਇਹ ਇੱਕ ਜਥੇਦਾਰ ਸਾਹਿਬ ਦਾ ਇਲੈਕਟ ਹੋਣਾ, ਚੁਣਨਾ ਉਹਨਾਂ ਦਾ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨਾ, ਬਹੁਤ ਸੁਰਖੀਆਂ ਬਣਦੀਆਂ ਨੇ ਲਿਫਾਫਾ ਕਲਚਰ। ਇਹਦੇ ਬਾਰੇ ਜੇ ਦੱਸੋ ਵੀ ਇਹਦੇ ਵਿੱਚ ਅਸਲ 'ਚ ਸੱਚਾਈ ਹੈ ਕੀ ਹੈ? ਇਹ ਜੇ ਤਾਂ ਜੀ ਸ਼੍ਰੋਮਣੀ ਕਮੇਟੀ ਨੂੰ ਆਪਾਂ ਲਿਫਾਫਾ ਕਲਚਰ ਕਹਿੰਦੇ ਆ, ਫਿਰ ਤਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਵੀ ਲਿਫਾਫਾ ਕਲਚਰ ਨੇ, ਪਾਰਟੀਆਂ ਦੇ ਪ੍ਰਧਾਨ ਵੀ ਲਿਫਾਫਾ ਕਲਚਰ ਨੇ, ਪ੍ਰਧਾਨ ਮੰਤਰੀ ਵੀ ਬੀਜੇਪੀ ਦੇ ਲਿਫਾਫੇ 'ਚੋਂ ਨਿਕਲਿਆ ਹੋਇਆ ਹੈ ਜੀ, ਭਗਵੰਤ ਮਾਨ ਕੇਜਰੀਵਾਲ ਦੇ ਲਿਫਾਫੇ 'ਚੋਂ ਨਿਕਲਿਆ, ਫਿਰ ਕਹਿ ਲਈਏ ਖੱਟਰ ਬੀਜੇਪੀ ਦੇ ਲਿਫਾਫੇ 'ਚੋਂ ਨਿਕਲਿਆਗਾ, ਤੇ ਇਹ ਵੱਖੋ ਵੱਖਰੇ ਸੂਬਿਆਂ ਦੀ ਇਹੀ ਪ੍ਰਕਿਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਦੀ ਹੈ ਕੌਮ। ਪੰਜਾਬ ਹਲਕਾ ਵਾਈਜ਼ ਮੈਂ ਦੱਸਦਾ ਜੀ, ਹਲਕਾ ਵਾਈਜ਼ ਉਹਨਾਂ ਦਾ ਹਾਊਸ ਬਣਦਾ, ਜੇ ਵਿਧਾਨ ਸਭਾ ਦਾ ਹਾਊਸ ਬੈਠਦਾ, ਉਹ ਆਪਣੀ ਲੀਡਰ ਆਫ ਦਾ ਹਾਊਸ ਚੁਣਦੇ ਆ ਨਾ ਜੀ। ਜਿਵੇਂ ਭਗਵੰਤ ਮਾਨ ਨੂੰ ਚੁਣਿਆ 92 ਨੇ, ਤਾਂ ਉਹ ਮੁੱਖ ਮੰਤਰੀ ਬਣ ਗਿਆ। ਅਸੀਂ ਆਪਣਾ ਲੀਡਰ ਚੁਣਦੇ ਆ, ਇਹ ਪਾਰਟੀ ਸਪੋਰਟ ਹੁੰਦੀ ਹੈ। ਭਗਵੰਤ ਮਾਨ ਨੂੰ ਪੇਸ਼ ਤਾਂ ਪਾਰਟੀ ਨਹੀਂ ਕੀਤਾ ਨਾ ਜੀ, ਪਾਰਟੀ ਨਹੀਂ ਕੀਤਾ। ਅਸੀਂ ਐਤਕੀ ਇਸ ਵਾਰ ਤੁਸੀਂ ਵੇਖਿਆ ਸਰਦਾਰ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਵੱਲੋਂ ਸੀਗੇ, ਤੇ ਬੀਬੀ ਜਗੀਰ ਕੌਰ ਆਜ਼ਾਦ ਤੌਰ ਤੇ ਵੀ ਮੈਂ ਵੀ ਚੋਣ ਲੜੂੰਗੀ, ਤੇ 40 ਮੈਂਬਰਾਂ ਨੇ ਵੋਟ ਉਹਨਾਂ ਨੂੰ ਪਾਈ, ਤੇ 110 ਮੈਂਬਰਾਂ ਨੇ ਇਹਨਾਂ ਨੂੰ ਪਾਈ। ਇਹ ਵੋਟ ਪੈ ਗਏ। ਹਾਲਾਂਕਿ ਜੇ ਵੇਖੀਏ ਭਗਵੰਤ ਮਾਨ ਹੋਰੀ ਸਾਰੇ ਇੱਕ ਆਦੇਸ਼ ਆਇਆ ਪਾਰਟੀ ਦਾ ਵੀ ਭਾਈ ਪ੍ਰਤਾਪ ਬਾਜਵਾ ਉਹ ਤੇ ਲੀਡਰ ਬਣੂਗਾ, ਭਗਵੰਤ ਮਾਨ ਮੁੱਖ ਮੰਤਰੀ ਬਣੂਗਾ, ਪਰ ਕਿੱਡੀ ਪਾਰਦਰਸ਼ਤਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਨ ਵਾਸਤੇ ਹਾਊਸ ਦੇ ਮੈਂਬਰਾਂ ਦੀ ਵੋਟਿੰਗ ਹੋਈ ਜੀ, ਵੋਟਿੰਗ ਹੋ ਕੇ ਆਪਦਾ ਚੁਣਿਆ ਮੈਂਬਰ। ਸੋ ਇਸ ਕਰਕੇ ਪਰ ਡਿਸਪਲਿਨ ਤਾਂ ਹੁੰਦੀ ਹੈ ਨਾ ਜੀ। ਜੇ ਪਾਰਟੀ ਪ੍ਰਧਾਨ ਜੇ ਇਹੀ ਪਾਰਟੀ ਕਹਿ ਦੇ ਵੀ ਤੁਸੀਂ ਬਹਿ ਜਾਓ ਭਾਈ ਤੇ ਬਣ ਜਾਓ, ਤਾਂ ਮੈਂ ਸਭ ਤੋਂ ਪਹਿਲਾਂ ਕਹੂੰਗਾ ਵੀ ਮੈਨੂੰ ਬਣਾਓ ਜੀ ਪ੍ਰਧਾਨ। ਸਾਰੇ ਮੈਂਬਰਾਂ ਨੂੰ ਕਹੂੰ ਵੀ ਬੇਨਤੀ ਹੈ ਮੈਨੂੰ ਪ੍ਰਧਾਨ ਬਣਾਓ, ਮੈਂ ਸੇਵਾ ਕਰਨੀ ਹੈ। ਹਰ ਇੱਕ ਮੈਂਬਰ ਦੇ ਮਨ 'ਚ ਸੌਰੀ ਮੈਂ ਤੁਹਾਡੀ ਗੱਲ ਟੋਕਦਾ, ਪਰ ਤੁਸੀਂ ਗੱਲ ਕੀਤੀ ਆ ਬੀਬੀ ਜਗੀਰ ਕੌਰ ਦੀ, ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ ਲੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਪ੍ਰਧਾਨਗੀ ਦੇ ਲਈ।
ਤੇ ਅੱਜ ਜੇ ਉਹਨਾਂ ਦੀ ਹਾਰਨ ਤੋਂ ਬਾਅਦ ਬਾਗੀ ਸੁਰ ਉਹਨਾਂ ਦੇ ਕਿਉਂ ਹੋਏ, ਆਪਾਂ ਇਹ ਵੀ ਮੈਂ ਤੁਹਾਡੇ ਤੋਂ ਉਹਨੂੰ ਪੁੱਛਣਾ ਚਾਹੂੰਗਾ। ਪਰ ਜਿਹੜਾ ਉਹਨਾਂ ਨੇ ਹਾਰਨ ਤੋਂ ਬਾਅਦ ਜਿਹੜਾ ਬਿਆਨ ਦਿੱਤਾ ਆ ਕੇ ਮੀਡੀਆ ਦੇ ਵਿੱਚ, ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਕਰਦਾ ਕਿ ਬੀਬੀ ਜੀ ਲਿਫਾਫਾ ਕਲਚਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਉਹ ਕਹਿੰਦੀ ਬਿਲਕੁਲ ਜੀ, ਲਿਫਾਫਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਉਹਨਾਂ ਦੇ ਉੱਥੋਂ ਆਉਂਦਾ ਚੱਲ ਕੇ ਤੇ ਇੱਥੇ ਆ ਕੇ ਖੋਲ੍ਹਿਆ ਜਾਂਦਾ, ਉਹੀ ਪ੍ਰਧਾਨ ਜਿਹੜਾ ਉਹ ਬਣਾਇਆ ਜਾਂਦਾ। ਪਤਾ ਕੀ ਹੈ ਜੀ ਸੰਦੀਪ ਸਿੰਘ ਜੀ, ਵੈਸੇ ਤਾਂ ਕੋਈ ਸਮਾਂ ਹੁੰਦਾ ਸੀ, ਪਹਿਲਾਂ ਮੈਂ ਵੇਖਦੇ ਹੁੰਦੇ ਸੀ, ਪਹਿਲਾਂ ਤੋਲੋ ਫਿਰ ਬੋਲੋ ਦੀ ਕਹਾਵਤ ਹੁੰਦੀ ਸੀ। ਲੀਡਰ ਹੁੰਦੇ ਪਹਿਲਾਂ ਤੋਲਦੇ ਗੱਲ ਫਿਰ ਬੋਲਦੇ, ਇਹ ਲਿਆਕਤ ਹੁੰਦੀ ਸੀ, ਸਿਆਸੀ ਲਿਆਕਤ ਜੀ। ਪਰ ਜਦੋਂ ਦੇ ਆ ਸੋਸ਼ਲ ਮੀਡੀਆ ਆਇਆ ਲਾ ਲਓ ਜਾਂ ਬੌਕਰ ਵਾਲੇ ਆਏ ਨੇਗੇ, ਉਦੋਂ ਦਾ ਮਤਲਬ ਇਹ ਹੋ ਗਿਆ ਵੀ ਜਿੰਨਾ ਪੁੱਠਾ ਡਾਇਲੌਗ ਸਿੱਟਾਂਗੇ ਉਨੀ ਸਾਡੀ ਗੱਲ ਹਵਾ ਵਾਂਗੂ ਫੈਲੂ, ਦੁਨੀਆ 'ਚ ਜਾਊਗੀ। ਪਰ ਕੱਲ ਨੂੰ ਹੋ ਸਕਦਾ ਮੈਂ ਕੀ ਕਰਨਾ, ਤੁਸੀਂ ਤਾਂਹੀਓ ਵੇਖਦੇ ਹੋ ਸੋਸ਼ਲ ਮੀਡੀਆ ਤੇ ਇੱਕ ਲੀਡਰ ਦੇ 4-4 ਪਾਰਟੀਆਂ 'ਚ ਗਏ ਦੇ ਬਿਆਨ ਆਉਂਦੇ ਆ। ਪਹਿਲਾਂ ਕਹਿੰਦਾ ਵੀ ਆਹ ਪਾਰਟੀ 'ਚ ਮੈਂ ਮਰੂੰਗਾ, ਫਿਰ ਕਹਿੰਦਾ ਇਹ 'ਚ ਮੈਂ ਮਰੂੰਗਾ। ਫਿਰ ਲੋਕਾਂ ਨੇ ਬਹੁਤ ਸੋਸ਼ਲ ਮੀਡੀਆ ਜੋੜਤਾ। ਇੱਕ ਸ਼੍ਰੋਮਣੀ ਕਮੇਟੀ ਦੀ ਜਦੋਂ ਗੱਲ ਆ ਜਾਂਦੀ ਹੈ ਵੀ ਸ਼੍ਰੋਮਣੀ ਕਮੇਟੀ ਜਦੋਂ ਸਟੱਡੀ ਕਰ ਲੈਂਦਾ ਹਰ ਇੱਕ ਬੰਦਾ, ਉਹ ਕਹਿੰਦਾ ਯਾਰ ਸ਼੍ਰੋਮਣੀ ਕਮੇਟੀ ਕਰਦੀ ਤਾਂ ਬਹੁਤ ਕੁਛ ਹੈ ਪਰ ਤੁਸੀਂ ਦੱਸਦੇ ਨਹੀਂ। ਇਹ ਸ਼੍ਰੋਮਣੀ ਕਮੇਟੀ ਇੱਕ ਜੋ ਸੋਸ਼ਲ ਮੀਡੀਆ ਦਾ ਟੇਸਟ ਹੈ ਨਾ, ਇਹ ਪੋਜ਼ਿਟਿਵਿਟੀ ਨੂੰ ਚੱਕਦਾ ਨਹੀਂ, ਨੈਗੇਟਿਵਿਟੀ ਨੂੰ ਚੱਕਦਾ ਜੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਲੋਕਾਂ ਨੇ ਚੁਣੇ ਆ, ਮੁਲਾਜ਼ਮ ਇੱਕ ਧਾਰਮਿਕ ਸੰਸਥਾ ਦੇ ਸੇਵਾਦਾਰ ਨੇ, ਤੇ ਇਸ ਲਿਆਕਤ ਨਾਲ ਬੋਲਣਾ ਪੈਂਦਾਗਾ। ਤੇ ਜਿਹੜੇ ਦੂਜੇ ਹੁੰਦੇ ਆ ਝਾੜੂ ਬੌਕਰ ਵਾਲੇ, ਪੁੱਠਾ ਬੋਲ ਦਿੰਦੇ ਆ, ਪੁੱਠੀ ਗੱਲ ਚੱਲ ਜਾਂਦੀ ਆ। ਐਂ ਲੀਡਰਾਂ, ਮੈਂ ਤਾਂ ਇਹ ਕਹਿੰਦਾ ਸੰਗਤ ਨੂੰ, ਜੇ ਇਹ ਜਿਹੜੇ ਐ ਲੀਡਰ ਪਹਿਲਾਂ ਰਹਿ ਕੇ 40-30 ਸਾਲ ਆਨੰਦ ਲੈ ਕੇ, ਉਸ ਤੋਂ ਬਾਅਦ ਜਦੋਂ ਉਸ ਪਾਰਟੀ, ਕਿਸੇ ਪਾਰਟੀ 'ਚ ਹੀ ਹੈ ਜੀ, ਚਾਹੇ ਕਾਂਗਰਸ, ਬੀਜੇਪੀ, ਝਾੜੂ, ਮਾਨਦਲ, ਕਿਸੇ 'ਚ, ਜਦੋਂ ਉਹ 'ਚੋਂ ਨਿਕਲ ਕੇ ਉਹਦੇ ਬਾਰੇ ਬੋਲਦਾ, ਮੈਨੂੰ ਤਾਂ ਲੱਗਦਾ ਸੰਗਤ ਪਹਿਲੇ ਤਾਂ ਮੂਹਰੇ ਬੈਠਿਆਂ ਨੂੰ ਸਵਾਲ ਕਰਨੇ ਚਾਹੀਦੇ ਉਸ ਨੂੰ ਵੀ ਤੂੰ ਪਹਿਲਾਂ ਨਹੀਂ ਬੋਲਿਆ ਜੇ ਕਿਉਂ। ਬਾਕੀ ਉਹਨੂੰ ਇਗਨੋਰ ਕਰਨਾ ਚਾਹੀਦਾ। ਹਾਂ, ਨਵੇਂ ਬੰਦੇ ਉੱਠ ਕੇ ਗੱਲਾਂ ਕਰਦੇ ਆ, ਜਿਹੜੇ ਨਵੇਂ ਮੁੰਡੇ ਲਾ ਲਓ, ਨਵੀਂ ਪਨੀਰੀ ਲਾ ਲਓ, ਜਾਂ ਨਵੇਂ ਲੋਕ, ਉਹ ਤਾਂ ਠੀਕ ਹੈ। ਹੁਣ ਯਾਰ ਤੂੰ ਰਹਿ ਕੇ, ਉਹ ਮੈਂ ਹੈਰਾਨ, ਜਿਹੜੇ ਬੰਦੇ ਮੰਤਰੀ ਰਹੇ, ਪ੍ਰਧਾਨ ਰਹੇ, ਸਭ ਕੁਝ ਰਹੇ, ਅੱਜ ਉਹ ਆ ਕੇ ਸਟੇਟਮੈਂਟਾਂ ਦਿੰਦੇ ਆ ਵੀ ਸ਼੍ਰੋਮਣੀ ਕਮੇਟੀ ਚੋਣ ਆ ਜਾਂਦੇ ਹੋ, ਆਪਾਂ ਰਵੈਤੀਆਂ ਨੂੰ ਬਦਲ ਦਿਓ। ਮਤਲਬ ਸਾਨੂੰ ਬਦਲ ਦਿਓ, ਅਸੀਂ ਤਾਂ ਰਵੈਤੀ ਆ ਨਾ, ਜਦੋਂ ਅਸੀਂ ਪ੍ਰਧਾਨ ਵੀ ਰਹੇ ਸਭ ਕੁਝ। ਮਤਲਬ ਉਹ ਸੋਚਦਾ ਨਹੀਂ ਮੈਂ ਗੱਲ ਕੀ ਕਰ ਰਿਹਾ। ਮਤਲਬ ਗੱਲ ਤੋਲਣ ਬੋਲਣ ਵਾਲੀ ਗੱਲ ਗਈ ਹੋਈ ਹੈ। ਹੁਣ ਮਤਲਬ ਜੋ ਵੀ ਆਉਂਦਾ ਬੋਲੀ ਜਾਂਦੇ ਆ, ਪਰ ਸੋਸ਼ਲ ਮੀਡੀਆ 'ਚ ਨੰਗੇ ਬਹੁਤ ਹੋ ਰਹੇ ਆ। ਜਦੋਂ ਕਹਿੰਦੇ ਮੇਰੀ ਅਰਥੀ ਇਸੇ ਪਾਰਟੀ ਜਾਊ, ਫਿਰ ਕਹਿੰਦੇ ਮੇਰੀ ਅਰਥੀ ਇਸੇ ਪਾਰਟੀ ਜਾਊ, ਚਾਰੇ ਪਾਰਟੀਆਂ ਦੀ ਅਰਥੀ ਆਉਂਦੀ ਹੁੰਦੀ ਹੈ। ਕੇਜਰੀਵਾਲ ਨੇ ਨਿਆਣਿਆਂ ਦੀ ਸਹੁੰ ਖਾ ਕੇ ਕਹਿੰਦਾ ਸੀ ਮੈਂ ਕਾਂਗਰਸ ਨਹੀਂ, ਮੈਂ ਨਿਆਣਿਆਂ ਦੀ ਕਸਮ ਖਾ ਕੇ ਕਹਿੰਦਾ, ਤੇ ਅੱਜ ਕਾਂਗਰਸ ਉਹਨਾਂ ਨੇ ਜੁਆਇਨ ਕਰਨੀ ਪਈ ਆ, ਮਜਬੂਰੀ 'ਚ ਕਰਨੀ ਪਈ ਆ। ਪਾਰਟੀ ਬਦਲਣ ਵਾਲੀ ਗੱਲ ਨਹੀਂ ਜੀ। ਤੁਸੀਂ ਆ ਮੁੱਖ ਮੰਤਰੀ ਪੰਜਾਬ ਨੇ ਤਾਂ ਜਿਹੜੇ ਆਪਾਂ ਫਿਲਮਾਂ 'ਚ ਲੀਡਰ ਵੇਖਦੇ ਹੁੰਦੇ ਸੀ ਨਾ ਜੀ, ਜੋ ਲੀਡਰ ਦਾ ਕਿਰਦਾਰ ਰੋਲ ਵੇਖਦੇ ਹੁੰਦੇ ਸੀ, ਕੇਜਰੀਵਾਲ ਤੇ ਭਗਵੰਤ ਮਾਨ ਤਾਂ ਉਹ ਰੋਲ ਪੇਸ਼ ਕਰਤਾ। ਪਹਿਲਾਂ ਇਕੱਲੀ ਕਹਾਵਤ ਨੂੰ ਸੀ ਵੀ ਲੀਡਰ ਗੱਪੀ ਹੁੰਦੇ ਆ, ਹਾਲਾਂਕਿ ਲੀਡਰਾਂ 'ਚ ਲਿਆਕਤ ਜਿੰਨੇ ਕੁ ਵਾਅਦੇ ਕਰਦੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੇ ਕੋਈ ਕੁਝ ਕਹੀ ਗਿਆ, ਪਰ ਮੈਂ ਪੁੱਛਦਾ ਹੁੰਦਾ ਵੀ ਮੈਨੂੰ ਇੱਕ ਗੱਪ ਤਾਂ ਗਿਣਾ ਦੇ ਵੀ ਆਹ ਗੱਪ ਸੀ, ਫਿਰ ਮੈਂ ਕਹੂੰ ਪੂਰਾ ਨਹੀਂ ਕੀਤਾ। ਉਹਨੇ ਜੋ ਕਿਹਾ, ਲਾਈਟ ਇਹ ਜੋ ਕੁਛ ਕਿਹਾ ਉਹਨੇ ਪੂਰਾ ਕੀਤਾ, ਪਰ ਉਹਨੂੰ ਉਹੀ ਗੱਪੀ ਕਹੀ ਗਈ। ਕੌਣ ਕਹੇ ਸੀ ਭਗਵੰਤ ਮਾਨ, ਪਰ ਗੱਪੀ ਤਾਂ ਇਹ ਨਿਕਲੇ। ਇਹ ਕਹਿੰਦਾ ਸੀ ਮੈਂ ਜੀ ਸਾਰੇ ਥਰਮਲ ਪਲਾਂਟ ਕੰਟਰੈਕਟ ਗਲਤ ਹੋਇਆ, ਲੋਕਾਂ ਨੂੰ ਕਹਿੰਦਾ, ਲੋਕ ਕਹਿੰਦਾ ਭਗਵੰਤ ਮਾਨ ਕਹਿੰਦਾ ਠੀਕ ਗਲਤ ਹੋਇਆ ਹੋਊ, ਪਰ ਅੱਜ ਯਾਰ ਤੂੰ ਕਾਰਵਾਈ ਕਿਉਂ ਨਹੀਂ ਕਰਦਾ? ਜਿਨ੍ਹਾਂ ਨੇ ਕੰਟਰੈਕਟ ਗਲਤ ਕੀਤੇ ਸੀ ਉਹਨਾਂ ਤੇ ਕਿਉਂ ਨਹੀਂ ਪਰਚੇ ਕਰਦਾ? ਸੁਖ ਵਿਲਾਸ ਦਾ ਰੌਲਾ ਪਿਆ ਨਹੀਂ। ਹਾਂ, ਫਿਰ ਤੂੰ ਕਹਿੰਦਾ ਸੀ ਵੀ ਮੈਂ ਥਰਮਲ ਪਲਾਂਟ ਬੰਦ ਕਰੇ ਨਹੀਂ, ਤੂੰ ਕਹਿੰਦਾ ਸੀ ਮੈਂ ਹੋਟਲ ਬੰਦ ਕਰ ਦੂੰ, ਕਰੇ ਨਹੀਂ। ਤੂੰ ਕਹਿੰਦਾ ਸੀ ਮੈਂ ਬੱਸਾਂ ਬੰਦ ਕਰ ਦੂੰ, ਕਰੀਆਂ ਨਹੀਂ। ਤੂੰ ਕਹਿੰਦਾ ਸੀ ਮੈਂ ਇੰਡੋ ਕੈਨੇਡੀਅਨ ਬੰਦ ਕਰ ਦੂੰ, ਉਹ ਜੇ ਪਹਿਲਾਂ 4 ਚੱਲਦੀਆਂ ਸੀ ਅੱਜ 10 ਚੱਲ ਪਈਆਂ। ਪੀਟੀਸੀ ਦੇ 3 ਚੈਨਲ ਸੀ, ਪਹਿਲਾਂ 6 ਹੋ ਗਏ। ਤੇ ਸੁਖ ਵਿਲਾਸ ਤੂੰ ਕਹਿੰਦਾ ਸੀ ਢਾ ਦੂੰਗਾ, ਸਰਕਾਰੀ ਬਿਲਡਿੰਗ ਬਣਾ ਦੂੰ, ਬਣਾਤੀ। ਮਤਲਬ ਤਾਂ ਇੱਥੋਂ ਕੁਝ ਮਤਲਬ ਗੱਪ ਸੀ। ਇਹ ਲੋਕ ਹੁਣ ਸੋਚਦੇ ਆ ਜੀ, ਪੰਜਾਬ ਦੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਵਰਗ ਆ ਨਾ, ਇਹ ਮੈਂ ਸਮਝਦਾ ਇਹ ਪਤਾ ਲੱਗ ਗਿਆ। ਮਤਲਬ ਸਿਕਿਉਰਿਟੀ ਤੌਰ ਤੇ ਕਹਿੰਦੇ ਸੀ, ਅੱਜ ਸਿਕਿਉਰਿਟੀ ਦਾ ਡਰ ਆ। ਬੀਬੀ ਹਰਸਿਮਰਤ ਕੌਰ ਬਾਦਲ ਤੇ ਉਂਗਲ ਚੱਕਦਾ ਸੀ ਭਗਵੰਤ ਮਾਨ, ਉਹ ਇਲੈਕਟਡ ਸੀ, ਚੁਣੀ ਹੋਈ ਸੀ, ਮੈਂਬਰ ਪਾਰਲੀਮੈਂਟ ਸੀ, ਉਹ ਤਾਂ ਲੋਕਾਂ ਜਾਂਦੀ ਸੀ। ਅੱਜ ਭਗਵੰਤ ਮਾਨ ਦੇ ਮਾਤਾ ਜੀ ਲਾਰੇ ਲਈ ਫਿਰਦੇ, ਗੱਡੀਆਂ ਦੇ ਗਨਮੈਨਾਂ ਦੇ, ਭੈਣ ਜੀ ਤੇ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ, ਉਹ ਲਾਰੇ ਲਈ ਫਿਰਦੇ ਆ। ਤੇ ਉਹ ਤੁਸੀਂ ਦੇਖੋ ਮਤਲਬ ਵੀ ਉਹ ਕਿਹੜੀ ਹੈਸੀਅਤ ਨਾਲ ਫਿਰ ਰਹੇ ਨੇ। ਲੋਕਾਂ ਦੇ ਦਸਾਂ ਨੌਹਾਂ ਦੀ ਕਮਾਈ ਹੈ, ਟੈਕਸ ਹੈ ਜਿਹੜਾ ਪੈਸਾ, ਉਹ ਮਿਸਯੂਜ ਹੀ ਕਰ ਰਹੇ ਨੇ। ਇੱਕ ਪਾਸੇ ਹੈਰਾਨ ਹੈ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਦਸਾਂ ਨੌਹਾਂ ਦੀ ਕਿਰਤ ਚੋਂ, ਆਪਦੇ ਦਸਵੰਧ ਚੋਂ ਪੈਸੇ ਕੱਢ ਕੇ ਚੋਣ ਲੜਦੇ ਆ। ਚੋਣ ਲੜਨੀ ਕਿਹੜੀ ਸੌਖੀ ਹੈ ਜੀ? 60 ਪਿੰਡਾਂ ਦੇ ਵਿੱਚ ਗੱਡੀਆਂ ਵੀ ਜਾਣਗੀਆਂ, ਤੇਲ ਵੀ ਮੱਚੂਗਾ, ਲੋਕ ਪ੍ਰਚਾਰ ਕਰਨਾ ਪਊ। ਪਹਿਲਾਂ ਚੋਣ ਲੜਦੇ ਆ ਜੀ, ਫਿਰ ਰੋਜ਼ ਘਰੋਂ ਨਿਕਲ ਕੇ 12 ਮਹੀਨੇ 30 ਦਿਨ 24 ਘੰਟੇ ਵਲੰਟੀਅਰ ਹੀ ਕਰਦੇ ਨੇ, ਕੋਈ ਛੁੱਟੀ ਨਹੀਂ, ਕੋਈ ਰਾਤ ਨੂੰ ਛੁੱਟੀ ਨਹੀਂ, ਕੋਈ ਦਿਨੇ ਛੁੱਟੀ ਨਹੀਂ। ਮੈਂਬਰਾਂ ਨੂੰ 24 ਘੰਟੇ 12 ਮਹੀਨੇ ਵਲੰਟੀਅਰ ਕਰਦੇ ਨੇ, ਘਰੋਂ ਤੇਲ ਫੂਕ ਕੇ ਫਰੀ, ਕੋਈ ਤਨਖਾਹ ਨਹੀਂ, ਕੋਈ ਭੱਤਾ ਨਹੀਂ ਮੈਂਬਰਾਂ ਦਾ, ਕੋਈ ਤਨਖਾਹ ਨਹੀਂ ਨਾ ਜੀ, ਕੋਈ ਮੈਂਬਰ ਦਾ ਤਨਖਾਹ ਨਹੀਂ, ਕੋਈ ਭੱਤਾ ਨਹੀਂ। ਕੰਮ ਤੁਸੀਂ ਕਰਨਾ, ਸੇਵਾ ਕਰਦੇ ਆ। ਪਰ ਇਹਨਾਂ ਨੂੰ ਮਸੰਦ ਕੌਣ ਕਹਿ ਰਿਹਾ?
ਭਗਵੰਤ ਮਾਨ ਜੀ। ਜਿਹੜਾ ਬੰਦੇ ਨੇ ਕਿੱਦੇ ਸੇਵਾ ਕੀਤੀ ਹੈ ਜੀ, ਕਿੱਦੇ ਵਲੰਟੀਅਰ ਕੀਤੀ ਹੈ, ਪੰਜਾਬ ਦਾ ਪੁੱਤ ਕਹਾਈ ਜਾਂਦਾ ਕਹੀ ਜਾਂਦਾ। ਤੁਸੀਂ ਕਮੇਡੀ ਕੀਤੀ ਕਾਹਦੇ ਵਾਸਤੇ ਕੀਤੀ? ਪੈਸੇ ਵਾਸਤੇ ਕੀਤੀ। ਪੈਸਾ ਕਮਾਇਆ ਮੁਹਾਲੀ ਚ, ਪਟਿਆਲੇ ਚ, ਚੰਡੀਗੜ੍ਹ ਚ ਘਰ ਬਣਾ ਲਏ, ਬੜੀਆਂ ਦੌਲਤਾਂ ਬਣਾ ਲਈਆਂ। ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣੇ, 3 ਪਾਰਟੀਆਂ ਬਦਲ ਕੇ, ਕਿਤੇ ਰਾਮੂ ਵਾਲੇ ਨਾਲ ਵਾਗੇ, ਕਿਤੇ ਪੀਪੀ ਚ ਵਾਗੇ, ਕਿਤੇ ਝਾੜੂ ਚ ਵਾਗੇ। ਉੱਥੇ ਜਾ ਕੇ ਤੁਸੀਂ MP ਬਣੇ, ਉੱਥੇ ਤਨਖਾਹਾਂ ਭੱਤੇ। ਤੇ ਅੱਜ ਤੁਸੀਂ ਜੇ ਮੁੱਖ ਮੰਤਰੀ ਬਣ ਗਏ, ਅੱਜ ਸਾਰੇ ਟੱਬਰ ਨੂੰ ਲੈਂਡ ਕਰੂਜ਼ਰਾਂ ਦੇਤੀਆਂ ਤੇ ਪੁਲਿਸ ਦੇਤੀ, ਸਾਰੀ ਲਾਤੀ। ਤੇ ਕੱਲਾ ਇਹੀ ਨਹੀਂ, ਚਲੋ ਸੁੱਖ ਸਹੂਲਤਾਂ ਤੂੰ ਮਾਰ ਰਿਹਾ ਤੇ ਸਾਰਾ ਪੰਜਾਬ ਦਾ ਧਨ ਸਰਮਾਰ ਆਇਆ ਤੂੰ ਲਟਾਈ ਜਾਂਦਾ। ਕੇਜਰੀਵਾਲ ਦੀ 750 ਰੁਪਇਆ, ਕਿੱਥੇ 30 ਕਰੋੜ ਰੁਪਇਆ ਸਾਲ ਦਾ ਐਡਵਰਟਾਈਜ਼ਮੈਂਟ ਦਾ ਬਜਟ ਸੀ ਪੰਜਾਬ ਸਰਕਾਰ ਦਾ ਜੀ, 30 ਕਰੋੜ ਦਾ, ਕਿੱਥੇ 750 ਕਰੋੜ ਰੱਖ ਲਿਆ। ਕਿਹਦੇ ਵਾਸਤੇ? ਕੇਜਰੀਵਾਲ ਨੂੰ ਚਮਕਾਉਣ ਵਾਸਤੇ। ਅੱਜ ਵੀ ਪੰਜਾਬ 'ਚ ਹੜ੍ਹ ਆਏ ਪਏ ਐ, ਪੰਜਾਬ ਡੁੱਬਿਆ ਪਿਆ। ਸਰਕਾਰ ਦੱਸੇ ਕੀ ਕੀਤਾ ਕਿ ਸਾਡੀ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਨੇ, ਉਹ ਆ ਰਹੀ ਹੈ, ਲੰਗਰ ਲਾ ਰਹੀ ਹੈ, ਮਨੀਗੜ੍ਹ ਤੋਂ ਸੰਗਤਾਂ ਲਿਆ ਰਹੀ ਹੈ, ਸਾਰੇ ਚਾਰੇ ਦਾ ਪ੍ਰਬੰਧ ਕਰ ਰਹੀ ਹੈ, ਫੱਕ ਪਨੀਰੀ ਬੀਜ ਰਹੀ ਹੈ, ਸਾਰਾ। ਕਿਹੜੀ ਸ਼੍ਰੋਮਣੀ ਕਮੇਟੀ ਜਿਹਨੂੰ ਇਹਨਾਂ ਨੇ ਬਦਨਾਮ ਕੀਤਾ ਵੀ ਗੋਲਕ 'ਚ ਭਗਵੰਤ ਮਾਨ ਮੁੱਖ ਮੰਤਰੀ ਬਣ ਸਕਦਾ? ਪਤਾ ਕੀ ਕਹਿੰਦਾ ਗੋਲਕਾਂ 'ਚ ਮੱਥਾ ਨਾ ਟੇਕੋ। ਕਿਉਂ? ਕਿਉਂਕਿ ਬਾਬੇ ਨਾਨਕ ਦੇ ਸਿਧਾਂਤ ਨੂੰ ਸੱਟ ਮਾਰਦਾ ਸੀ। ਪਰ ਜੱਬਰ ਸਾਹਿਬ, ਇੱਥੇ ਮੈਂ ਤੁਹਾਨੂੰ ਗੱਲ ਕਰਾਂ, ਉਹਨਾਂ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧਤਾ ਨਹੀਂ ਕਰਦੇ ਜਿੰਨੀ ਵਿਰੋਧਤਾ ਹੋ ਰਹੀ ਹੈ ਇਸ ਲਈ ਬਾਦਲ ਪਰਿਵਾਰ ਦੀ। ਇਹ ਕਿਉਂ ਹੋ ਰਹੀ ਆ? ਇਹ ਤੁਹਾਨੂੰ ਵੀ ਪਤਾ ਕਿਉਂ ਹੋ ਰਹੀ ਆ, ਸਾਰੀ ਸਿੱਖ ਕੌਮ ਨੂੰ ਪਤਾ ਕਿਉਂ ਹੋ ਰਹੀ ਆ, ਪੂਰੇ ਸਿੱਖ ਜਗਤ ਨੂੰ ਪਤਾ। ਜੇ ਆਪਾਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਦੇਖ ਲਈਏ, ਠੀਕ ਆ, ਉਦੋਂ ਇਹਨਾਂ ਦੀ ਸਰਕਾਰ ਸੀ, ਗੋਲੀ ਉੱਥੇ ਚੱਲੀ, 2 ਸਿੰਘ ਉੱਥੇ ਸ਼ਹੀਦ ਹੋ ਜਾਂਦੇ ਨੇ। ਪਰ ਉਦੋਂ ਇਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਪੁਲਿਸ, ਉਹ ਇਹ ਸਰਕਾਰ ਉਹਨਾਂ ਦੋਸ਼ੀਆਂ ਉੱਤੇ ਕਾਰਵਾਈ ਨਹੀਂ ਕਰ ਪਾਈ। ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਰੋਸ ਕਿਉਂ ਆ, ਗੁੱਸਾ ਕਿਉਂ ਆ? ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਚਾਹੀਦੀ ਆ, ਪੰਜਾਬ ਦੀ ਪਾਰਟੀ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ, ਪੰਜਾਬ ਦੇ ਲੋਕਾਂ ਦਾ ਦੁੱਖ ਸੁਣ ਸਕੇ। ਪਰ ਅੱਜ ਬਦਕਿਸਮਤੀ ਸਾਡੀ ਇਹ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਅੱਜ ਰਹੀ ਨਹੀਂ। ਕੀ ਕਾਰਨ ਹੈ ਅੱਜ ਕਿਉਂ ਨਹੀਂ ਰਹੀ? ਲੋਕਾਂ ਦਾ ਮੋਹ ਘਟ ਗਿਆ। ਤੁਸੀਂ ਯਾਦ ਹੋਣਾ ਬਾਦਲ ਜਦੋਂ ਸ਼੍ਰੋਮਣੀ ਗੁਰਦੁਆਰਾ ਜਿਹੜੀ ਆ ਸ਼੍ਰੋਮਣੀ ਆਪਣੀ ਬਾਦਲ ਪਰਿਵਾਰ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਸ ਲਈ ਜਿਹੜੇ ਐਫਰਟ ਕੀਤੇ ਗਏ, ਜਿਹੜੇ ਵੀ ਕੰਮ ਕੀਤੇ, ਉਹ ਸਾਰੇ ਕਿਤੇ ਸਾਰੇ ਸ਼ਲਾਘਾਯੋਗ ਸਨ। ਕਿਉਂਕਿ ਜੇ ਪੰਜਾਬ ਦੇ ਵਿੱਚ ਰੋਡ ਬਣੇ, ਰੋਡ ਮੈਪ ਬਣੇ, ਉਹ ਸਾਰੇ ਇਹਨਾਂ ਦੇ ਬਾਦਲਾਂ ਦੇ, ਇਹਦੇ ਵਿੱਚ ਮੈਂ ਇਹ ਨਹੀਂ ਕੋਈ ਪੱਖਪਾਤ ਨਹੀਂ ਕਰਦਾ, ਜੋ ਵੀ ਰੋਡ ਮੈਪ ਬਣੇ ਉਹ ਜੇ ਹੋਏ ਤਾਂ ਬਾਦਲ ਸਰਕਾਰ ਦੀ ਵੇਲੇ ਉਹ ਕੰਮ ਹੋਏ, ਜ਼ਰੂਰ ਹੋਏ, ਇਹਦੇ ਵਿੱਚ ਸਾਰੀ ਇਹ ਦੁਨੀਆ ਨੂੰ ਪਤਾ। ਪਰ ਕਿਤੇ ਨਾ ਕਿਤੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਮੋਹ ਦਾ ਘਟਣਾ, ਤੁਹਾਨੂੰ ਕੀ ਲੱਗਦਾ ਕੀ ਕਾਰਨ ਆ? ਕਿਉਂ ਲੋਕਾਂ ਨੇ, ਜਿੱਥੇ ਬਹੁਮਤ ਦੇ ਵਿੱਚ ਸਰਕਾਰ ਚੁਣੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ, ਤੇ ਅੱਜ ਇਹਨਾਂ ਨੂੰ ਕੁਝ ਸੀਟਾਂ ਦੇ ਸਿਮਟ ਕੇ, ਜਾਣੀ ਕਿ 2-3 ਸੀਟਾਂ ਤੇ ਸਿਮਟ ਕੇ ਰਹਿ ਗਏ। ਅੱਜ ਕਾਰਨ ਕੀ ਆ? ਲੋਕਾਂ ਦੇ ਦਿਲਾਂ ਦੇ ਵਿੱਚ ਕਿਉਂ ਇਹਨਾਂ ਤੋਂ ਜਿਹੜਾ ਉਹ ਨਰਮੋਹੇ ਹੋ ਗਏ? ਸੰਦੀਪ ਸਿੰਘ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤੇ ਆ। ਚਾਹੇ ਚਲੋ ਆਪਾਂ ਸ਼੍ਰੋਮਣੀ ਕਮੇਟੀ ਦੇ ਮਸਲੇ ਤੇ ਗੱਲਾਂ ਕਰ ਰਹੇ ਸੀ ਪਰ ਚਲੋ ਇੱਧਰ ਮੱਥੇ ਤੋਂ ਨਹੀਂ ਕੁਝ ਵੀ ਹੁੰਦਾ ਕਿਸੇ ਦਾ। ਮੈਨੂੰ ਇਹ ਸੀ ਅੱਜ, ਚਲੋ ਬਹੁਤ ਵਧੀਆ ਸਵਾਲ ਤੁਸੀਂ ਕੀਤਾ, ਪਰ ਇਹਦੇ ਟਾਈਮ ਲੱਗ ਜੂ ਥੋੜਾ ਜਿਹਾ, ਸੁਣਿਓ ਮੇਰੀ ਬੇਨਤੀ ਹੈ। ਬਹੁਤ ਵਧੀਆ ਸਵਾਲ ਹੈ, ਪਰ ਜਿੱਥੋਂ ਤੱਕ ਮੇਰੀ ਸੋਚਣੀ ਹੈ ਜਾਂ ਕੌਮ ਚਿੰਤਤ ਸੋਚ ਰਹੇ ਹੈ, ਗਲਤੀਆਂ ਇਨਸਾਨ ਤੋਂ ਹੁੰਦੀਆਂ, ਕੋਈ ਸ਼ੱਕ ਨਹੀਂ। ਬੰਦਾ ਕੋਈ ਵੀ ਜਿਹੜਾ ਪੂਰਾ ਉਹ ਤਾਂ ਰੱਬ ਹੀ ਹੈ, ਨਹੀਂ ਇਨਸਾਨ ਗਲਤੀਆਂ ਦਾ ਪੁਤਲਾ। ਜਿਹੜਾ ਕੋਈ ਘਰ ਦੀ ਚਲਾਊ, ਘਰ ਦੀ ਗਲਤੀ, ਪਿੰਡ ਦੀ, ਜ਼ਿਲ੍ਹੇ ਦੀ, ਪੰਜਾਬ ਦੀ, ਜਿਵੇਂ ਬੰਦਾ ਗਲਤੀਆਂ ਹੋਈਆਂ ਅਕਾਲੀ ਦਲ ਤੋਂ, ਮੈਂ ਪਹਿਲਾਂ ਮਤਲਬ ਡਿਨਾਈ ਨਹੀਂ ਕਰਦਾ। ਪਰ ਇਹਦੇ ਪਿੱਛੇ ਮੈਂ ਦੱਸਦਾ ਵੀ 5-6 ਕੱਲਾ ਸ਼ਿਕਾਰੀ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ। ਤੁਸੀਂ, ਮੈਂ ਉਹੀ ਕਹਿਣਾ, ਭਾਰਤੀ ਸਟੇਟ ਦੀ ਨੀਅਤ ਪੰਜਾਬ ਤੇ ਅੱਖ ਰਹਿੰਦੀ ਹੈ, ਚਾਹੇ ਅਸੀਂ ਘੱਟ ਹਾਂ, ਛੋਟੇ ਹਾਂ, ਥੋੜੇ ਹਾਂ, ਗਿਣਤੀ ਘੱਟ ਹੈ, ਪਰ ਸਾਡਾ ਖੂਨ ਬਾਗੀ ਹੈ, ਸਾਡਾ ਇਤਿਹਾਸ ਬਹੁਤ ਜ਼ਬਰਦਸਤ ਹੈ। ਵੱਡੇ ਵੱਡੇ ਮੁਗਲਾਂ ਨੂੰ, ਅੰਗਰੇਜ਼ਾਂ ਨੂੰ ਟੱਕਰ ਦਿੱਤੀ ਹੈ, ਭਾਰਤੀ ਹੁਕਮਰਾਨਾਂ ਨੂੰ ਦਿੱਤੀ ਹੈ, ਇਹਨਾਂ ਦੀ ਅੱਖ ਉੱਥੇ ਰਹੀ ਹੈ। ਸੋ 47 ਤੋਂ ਲੈ ਕੇ ਤੁਸੀਂ ਵੇਖੋ, ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ 5 ਸਾਲ ਸਰਕਾਰ ਚੱਲਣ ਨਹੀਂ ਦਿੱਤੀ। ਟਾਰਗੇਟ ਰਹੀ ਹੈ ਅਕਾਲੀ। ਕਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਜਿਹਨੂੰ ਆਪਾਂ ਬੜੇ ਮਾਣ, ਇੱਥੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਅਕਾਲੀ ਦਲ ਦੇ ਪ੍ਰਧਾਨਾਂ ਨੂੰ ਘੜੀਸਿਆ ਗਿਆ ਗੱਡੀਆਂ ਨਾਲ ਬੰਨ੍ਹ ਕੇ, ਸਮੇਂ ਅਸੀਂ ਤੁਹਾਨੂੰ ਪਤਾ ਹੀ ਹੈ। ਇਸ ਕਰਕੇ ਹਰ ਇੱਕ ਅਕਾਲੀ ਦਲ ਦੇ ਪ੍ਰਧਾਨ ਨੂੰ ਟਾਰਗੇਟ ਕੀਤਾ ਅਸੀਂ ਨਹੀਂ, ਸਟੇਟ ਨੇ ਕੀਤਾ। ਕਈ ਗਲਤੀਆਂ ਕਰਾਈਆਂ ਕੁਛ ਵੀ, ਪਰ 47 ਤੋਂ ਬਾਅਦ ਕਿਤੇ 5 ਸਾਲ ਸਰਕਾਰ ਨਹੀਂ ਚੱਲੀ। ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਟਾਰਗੇਟ ਕਿਉਂ ਹੁੰਦਾ? 47 ਤੋਂ ਬਾਅਦ ਸਰਕਾਰ ਕਿਤੇ ਵੀ ਸਾਡੀ 5 ਸਾਲ ਨਹੀਂ ਚੱਲੀ। ਜਦੋਂ 97 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ, ਹਰ ਇੱਕ ਬਾਪ ਨੂੰ ਆਪਦੇ ਜ਼ਿਆਦਾ ਪੁੱਤ ਤੇ ਉਮੀਦ ਹੁੰਦੀ ਹੈ। ਠੀਕ ਹੈ, ਸਮਾਜ ਤੇ ਵੀ ਹੁੰਦੀ, ਲੋਕਾਂ ਤੇ ਵੀ, ਨਾਲ ਦੇ ਤੇ ਵੀ ਹੁੰਦੀ ਹੈ, ਪਰ ਪਿਓ ਦਾ ਸਹਾਰਾ ਅਰਥੀ ਨੂੰ ਮੋਢਾ ਦਾ ਪੁੱਤ ਹੀ ਲਾਉਂਦਾ ਜੀ ਅਖੀਰ ਪੁੱਤ। ਜਦੋਂ ਸੁਖਬੀਰ ਸਿੰਘ ਬਾਦਲ ਆਪਦੇ ਪਿਓ ਦਾ ਸਹਾਰਾ ਨਾਲ ਬਣ ਕੇ ਪੋਲੀਟੀਕਲ ਲਾਈਨ ਚ ਆਇਆ, MP ਸੀ, ਮੈਂਬਰ ਪਾਰਲੀਮੈਂਟ ਸੀ, ਤਾਂ ਦੋਨੇ ਪਿਓ ਪੁੱਤ ਦੀ ਜੋੜੀ ਨੇ 97 ਤੋਂ ਲੈ ਕੇ 2000
2 ਤੱਕ ਸਰਕਾਰ ਚਲਾਈ। ਜਿਹੜੇ ਕਹਿੰਦੀ ਸੀ ਸਟੇਟ ਵੀ ਇਹ ਅਕਾਲੀਆਂ ਨੂੰ ਜਥੇਦਾਰਾਂ ਨੂੰ ਇਕੱਲੇ ਧਰਨੇ ਲਾਉਣੇ ਆਉਂਦੇ ਆ, ਇਕੱਲੇ ਮੁਜ਼ਾਹਰੇ ਕਰਨੇ ਆਉਂਦੇ ਆ, ਤੁਸੀਂ ਸਿੱਖੋ ਸਰਕਾਰ ਬਣਾ ਦਿੰਦੇ ਹੋ, ਇਹਨਾਂ ਨੂੰ ਚਲਾਉਣੀ ਨਹੀਂ ਆਉਂਦੀ, ਆਹ ਦੇਖੋ ਫਿਰ ਇਹਨਾਂ ਨੇ ਤੋੜ ਲਈ, ਖਰਾਬ ਕਰ ਲਿਆ। ਉਹ ਤੋੜ ਦੀ ਸਟੇਟ ਸੀ ਬਦਨਾਮ ਕਰਨ ਵਾਸਤੇ। ਉਹ ਡਿੱਗਦੇ ਪੈਂਦੇ ਦੋਨੇ ਪਿਓ ਪੁੱਤਾਂ ਨੇ 97 ਤੋਂ ਲੈ ਕੇ 2 ਤੱਕ ਇਕੱਲੀ ਸਰਕਾਰ ਚਲਾਈ ਨਹੀਂ। ਸਰਕਾਰ ਵਿੱਚ ਉਦੋਂ ਭਨਿਆਰਾਂ ਵਾਲਾ, ਨੂਰ ਮਹਿਲ ਵਾਲਾ ਰੌਲੇ ਉਦੋਂ ਹੀ ਬਹੁਤ ਪਏ ਸੀ, ਪਰ ਜਦੋਂ ਵੀ ਡਿਸਟਰਬੈਂਸ ਉਹ ਅਕਾਲੀ ਸਰਕਾਰ ਵੇਲੇ ਹੁੰਦੀ ਹੈ ਪੰਜਾਬ 'ਚ। ਕਿਉਂ? ਕਿਉਂਕਿ ਸੈਂਟਰ ਕਰਾਉਂਦੀ ਹੈ, ਅਲਝਾਉਂਦੀ ਹੈ ਕੋਸ਼। ਪਰ ਦੋਨੇ ਪਿਓ ਪੁੱਤਾਂ ਨੇ ਇਕੱਲੀ ਸਰਕਾਰ ਨਹੀਂ ਚਲਾਈ ਜੀ, ਵੱਖਰੀਆਂ ਪੈੜਾਂ ਪਾਈਆਂ। ਤੁਸੀਂ ਵੇਖੇ ਹੋ ਸੰਗਤ ਦਰਸ਼ਨ ਜੋਗੀ ਨੇ ਕੋਸ਼ਿਸ਼ ਕੀਤੀ, ਕੇਜਰੀਵਾਲ ਨੇ ਕੋਸ਼ਿਸ਼ ਕੀਤੀ, ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ, ਚੱਲਿਆ ਨਹੀਂ। ਪਰ ਬਾਦਲ ਨੇ ਦਿਖਾਤਾ ਵੀ ਸੂਬੇ ਦਾ ਮੁੱਖ ਮੰਤਰੀ ਸੱਤ 'ਚ ਵੀ ਬਹਿ ਸਕਦਾ, ਲੋਕਾਂ ਨੂੰ ਪੁੱਛ ਸਕਦਾ ਵੀ ਦੱਸੋ ਭਾਈ ਕੀ ਪ੍ਰੋਬਲਮ ਹੈ, ਕੀ ਤਕਲੀਫ ਹੈ। ਮਤਲਬ ਹੋਰ ਕਿੰਨੀ ਸਗਨ ਸਕੀਮਾਂ, ਧਰਮਸ਼ਾਲਾ, ਮਤਲਬ ਤੁਸੀਂ ਕਿਸੇ ਕੰਧ ਤੇ ਹੱਥ ਲਾਓ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਬੋਲੂ, ਕਿਸੇ ਸੜਕ ਤੇ ਕਿਤੇ ਵੀ ਲਾਓ, ਕੋਈ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਕਿਤੇ ਗੱਲ ਕਰੋ। ਫਿਰ 2 ਤੋਂ ਲੈ ਕੇ 7 ਤੱਕ ਕੈਪਟਨ ਸਰਕਾਰ ਬਣ ਗਈ, ਕੋਈ ਹਾਲਾਤ ਖਰਾਬ ਹੋਏ, ਪੀਸ ਚੱਲੀ, ਕੋਈ ਡਿਸਟਰਬੈਂਸ ਨਹੀਂ। ਜਦੋਂ 7 'ਚ ਦੁਬਾਰੇ ਅਕਾਲੀ ਗਵਰਨਮੈਂਟ ਆ ਗਈ, ਉਹਦੀ ਸਟੇਟ ਨੇ ਫਿਰ ਰਣਨੀਤੀ ਘੜ ਲਈ ਵੀ ਹੁਣ ਆਪਾਂ ਸਿੱਖਾਂ ਦੀ ਅਕਾਲੀ ਸਰਕਾਰ ਚੱਲਣ ਨਹੀਂ ਦੇਣੀ। ਉਦੋਂ ਹਾਲਾਤ ਪੰਜਾਬ 'ਚ ਕੀ ਸੀ? 24 ਘੰਟੇ 'ਚ 1 ਘੰਟਾ ਲਾਈਟ ਆਉਂਦੀ ਸੀ, ਕੋਈ ਸੜਕ ਨਹੀਂ ਸੀ, ਬੁਰਾ ਹਾਲ ਨਹੀਂ ਸੀ। ਆਹ ਮਾਲ, ਸ਼ੋਰੂਮ, ਕਾਲਜ, ਯੂਨੀਵਰਸਿਟੀ ਦਾ ਜਾਣਾ ਦੂਰ ਦੀ ਗੱਲ। ਇਨਵੈਸਟਮੈਂਟ ਵੀ ਉਸੇ ਸੂਬੇ 'ਚ ਹੋਊ ਨਾ ਜਿੱਥੇ ਲਾਈਟ ਹੈ, ਸੜਕਾਂ ਨੇ, ਏਅਰਪੋਰਟ ਨੇ। ਪਰ ਦੋਨੇ ਪਿਓ ਪੁੱਤ ਦੀ ਸਰਕਾਰ, ਜੋ ਅਕਾਲੀ ਦਲ ਦੀ ਸਰਕਾਰ ਆ ਗਈ, ਸਟੇਟ ਨੇ ਉਹਦੀ ਸਰਸਿਆਲ ਨੂੰ ਭੇਜਤਾ। ਏਜੰਸੀਆਂ ਦੇ ਪਾਲੇ ਹੋਏ ਨੇ ਜਿੰਨੇ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਵੀ ਤੇ ਅਕਾਲੀ ਦਲ ਖਿਲਾਫ ਬਹੁਤ ਸਾਜ਼ਿਸ਼ਾਂ ਹੋਈਆਂ। ਤੇ ਜਿਹੜੇ ਡੇਰਾਬਾਦ ਹੈ, ਬਾਬਾਬਾਦ ਹੈ, ਜਿਹੜੇ ਆਹ ਨੂਰ ਮਹਿਲੀ ਵਾਲਾ, ਬਿਆਸ ਵਾਲਾ, ਸਰਸੇ ਵਾਲਾ, ਸਭ ਸਟੇਟ ਦੇ ਪਾਲੇ ਹੋਏ ਆ, ਵੀ ਪੰਜਾਬ 'ਚ ਪਾਲੇ ਆ, ਕਿਉਂਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ। ਮੈਂ ਬੇਨਤੀ ਕਰਦਾ ਸੀ, ਜਿਹੜੀ ਸਟੇਟ ਨੇ ਸਰਸੇ ਵਾਲਾ ਭੇਜਤਾ, ਸਵਾਂਗ ਰਚ ਲਿਆ, ਸਰਕਾਰ ਉਲਝਾਲੀ। ਜੇ ਸਰਕਾਰ ਮਤਲਬ ਚਲੋ ਕੰਟਰੋਲ ਹੋਊਗੀ, ਹਾਲਾਤ ਇਹ ਬਣ ਗਏ, ਟੁੱਟੂਗੀ 6 ਮਹੀਨਿਆਂ ਬਾਅਦ ਇਹ ਸਰਕਾਰ ਟੁੱਟੂਗੀ। ਮੈਂ ਵਿੱਚ ਸੀ ਸਾਰੇ ਮਸਲੇ ਦੇ, ਪਰ ਡਿੱਗਦੇ ਪੈਂਦਿਆਂ ਨੇ ਚਲੋ ਫਿਰ ਸਿੱਖ ਪ੍ਰੇਮੀ ਦੀ ਲੜਾਈ ਚੱਲ ਪਈ ਬੜਾ। ਜੇ ਸਤਸੰਗ ਹੁੰਦੀ ਹੈ ਤਾਂ ਵੀ ਮਤਲਬ ਕਸੂਰ, ਜੇ ਨਹੀਂ ਹੁੰਦੀ ਤਾਂ ਵੀ, ਜੇ ਕਰਦੇ ਨੇ ਪ੍ਰੇਮੀ, ਜੇ ਸਰਕਾਰ ਰੋਕਦੀ ਹੈ ਤਾਂ ਜੁਡੀਸ਼ਰੀ ਲਾ ਕੇ ਆਪਦੇ ਘਰੇ ਕੁਛ ਮਰਜ਼ੀ ਕਰੇ। ਜੇ ਨਹੀਂ ਕਰਨ ਦਿੰਦੇ ਸਿੱਖ ਕੌਮ ਦੇ, ਰੋਕਦੇ ਸਿੰਘਾਂ ਨੂੰ, ਮੇਰੇ ਵਰਗੇ ਸਿੰਘ, ਮੈਂ ਵੀ ਜਾਂਦਾ ਰਿਹਾ ਕਿਰਪਾਨਾਂ ਲੈ ਕੇ, ਜੇ ਸਾਨੂੰ ਰੋਕਦੇ ਅਸੀਂ ਕਹਿੰਦੇ ਸੀ ਵੀ ਸਾਡੀ ਸਰਕਾਰ ਹੈ, ਜਦ ਸਾਨੂੰ ਰੋਕਦੀ ਆ ਪ੍ਰੇਮੀਆਂ ਨੂੰ ਸਤਸੰਗ ਕਰਾਈ ਜਾਂਦੀ ਹੈ। ਇਹ ਡਿਸਟਰਬੈਂਸ ਲੜਾਈ ਸੀ, ਭਰਾ ਮਾਰੂ ਜੰਗ ਸੈਂਟਰ ਨੇ, ਸਟੇਟ ਨੇ ਕਰਵਾਤੀ ਸੀ ਕਿਸੇ ਹਿਸਾਬ ਨਾਲ ਜਾਲ ਬੁਣ ਕੇ ਆਪਦਾ। ਪਰ ਫਿਰ ਵੀ ਤੁਸੀਂ ਵੇਖਿਆ 7 ਤੋਂ ਲੈ ਕੇ 17 ਤੱਕ ਨਾ ਤਾਂ ਸਰਸੇ ਵਾਲਾ ਬਲਾਤਕਾਰ ਦੋਸ਼ੀ ਸੀ, ਨਾ ਬੇਅਦਬੀ 'ਚ, ਨਾ ਕਤਲ 'ਚ। ਉਹ ਤਾਂ ਸਤਸੰਗਾਂ ਦਾ ਰੋਜ਼ ਵਿਰੋਧ ਹੁੰਦਾ ਸੀ। ਅੱਜ ਸਰਸੇ ਵਾਲਾ ਬਲਾਤਕਾਰ 'ਚ ਵੀ ਦੋਸ਼ੀ ਹੈ, ਕਤਲ 'ਚ ਵੀ ਦੋਸ਼ੀ ਹੈ, ਜੇਲ੍ਹ ਦੇ ਵਿੱਚ ਹੈ, ਤੇ ਬੇਅਦਬੀ 'ਚ ਵੀ ਉਹਦਾ ਨਾਂ ਆ ਗਿਆ। ਸਾਰਾ ਕੁਝ ਦੱਸਦਾ ਵੀ ਸੰਦੀਪ ਬਰੇਟਾ, ਅਸ਼ਤੂਰੀ, ਪ੍ਰਦੀਪ ਕਲੇਰੀ ਐਡਮਨ ਬਲਾਕ ਦੇ ਵਿੱਚ ਬਹਿ ਕੇ ਬਾਬੇ ਦੀ ਅਗਵਾਈ ਦੇ ਵਿੱਚ ਸਰੂਪ ਦੀ ਬੇਅਦਬੀ ਕੀਤੀ ਹੈ ਤੇ ਅੰਗ ਪਾੜ ਕੇ ਬਿੱਟੂ ਹੋਰਾਂ ਨੂੰ ਪਾ ਕੇ ਦਿੱਤੇ ਹੈ। ਪਰ ਅੱਜ ਕਿਤੇ ਤੁਸੀਂ ਵੇਖਿਆ 17 ਤੋਂ ਬਾਅਦ ਜਿਉਂ ਅਕਾਲੀ ਗਵਰਨਮੈਂਟ ਬਾਗੀ, ਕਿਤੇ ਕਿਸੇ ਸਰਸੇ ਵਾਲੇ ਦੀ ਸਤਸੰਗ ਦਾ ਵਿਰੋਧ ਕੀਤਾ ਕਿਸੇ ਸਿੱਖ ਨੇ? ਨਹੀਂ ਕੀਤਾ। ਸਿਰਫ ਆਪਦੀ ਸਰਕਾਰ ਡਿਸਟਰਬ ਕਰਨੀ ਹੈ ਸਿੱਖਾਂ ਨੇ। ਸੋ ਇਸ ਕਰਕੇ ਸਰਕਾਰ ਨੂੰ ਬਹੁਤ, ਹਾਂ, ਪਰ ਮੈਂ ਇਹ ਮੰਨਦਾ ਵੀ ਅਕਾਲੀ ਦਲ, ਜਿਵੇਂ ਆਪਾਂ ਇਨਸਾਨ ਜਦੋਂ ਘਰ ਬਣਾਉਣ ਲੱਗ ਜੇ ਨਾ ਜੀ, ਘਰ ਪੱਕਾ ਕਰਨ ਲੱਗ ਜੇ, ਬੰਦੇ ਦਾ ਕਈ ਵਾਰੀ ਨਿਤਨੇਮ 'ਚ ਵੀ ਕਮੀ ਘਾਟੇ, ਜਿੱਥੇ 2 ਘੰਟੇ ਨਿਤਨੇਮ ਕਰਦਾ ਉਹ ਘੰਟਾ ਕਰਦਾ, ਮਿਸਤਰੀ ਆਉਣ ਵਾਲੇ ਆ ਜੀ, ਇਹ ਕਰਨ ਵਾਲਾ। ਤੇ ਐਂ ਜਿਵੇਂ ਧਾਰਮਿਕ ਗਤੀਵਿਧੀ ਘਟ ਜਾਂਦੀ ਹੈ ਬੰਦੇ, ਪਾਠ ਪੂਜਾ, ਐਂ ਅਕਾਲੀ ਦਲ ਵੀ ਮੈਨੂੰ ਲੱਗਦਾ 7 ਤੋਂ ਲੈ ਕੇ 17 ਤੱਕ ਕੱਲਾ ਪੰਜਾਬ ਨੂੰ ਸੋਹਣਾ ਬਣਾਉਣ ਵਾਲੇ ਪਾਸੇ ਹੋ ਗਿਆ, ਡਿਵੈਲਪਮੈਂਟ, ਵਿਕਾਸ ਕਰਨ ਵਾਲੇ ਪਾਸੇ ਹੋ ਗਿਆ। ਪਰ ਕਿਤੇ ਨਾ ਕਿਤੇ ਧਰਮ ਵਾਲੇ ਪਾਸੇ ਸਟੇਟ ਧਰਮ ਵਾਲਾ ਏਜੰਡਾ ਲਿਆ ਕੇ ਭੇਜਦੀ ਸੀ ਸਰਸੇ ਵਾਲੇ ਵਰਗਿਆਂ ਨੂੰ, ਜਿਵੇਂ ਬੇਅਦਬੀ ਵਾਲੀ ਗੱਲ ਕਲੀਅਰ ਹੈ। ਕੋਸ਼ਿਸ਼ ਅਕਾਲੀ ਦਲ ਨੇ ਬਹੁਤ ਕੀਤੀ, ਪਰ ਇਹ ਮਸਲਾ ਨਿਕਲੀ 17 ਤੋਂ ਬਾਅਦ ਹੈ, ਜਦੋਂ ਮੌੜ ਬੰਬ ਕਾਂਡ ਹੋ ਗਿਆ, ਉਦੋਂ ਬਾਅਦ ਆ ਕੇ ਨਿਕਲਿਆ। ਪਰ ਉਦੋਂ ਮਤਲਬ ਡਿਸਟਰਬ ਕਰਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਹੋਈ। ਪਰ ਠੀਕ ਹੈ, ਉਦੋਂ ਕੱਲੀ ਡਿਵੈਲਪਮੈਂਟ, ਵਿਕਾਸ ਵਾਲੇ ਚੱਕਰ 'ਚ ਹੋ ਕੇ ਪੰਥਕ ਮਸਲਿਆਂ ਤੇ, ਜਿਵੇਂ ਗੋਲੀ ਵਾਲੀ ਗੱਲ ਹੈ, ਉਦੋਂ ਬਾਅਦ ਭਗਵੰਤ ਮਾਨ ਕਹਿੰਦਾ ਹੁੰਦਾ ਸੀ, ਜਿਹੜੀ ਗੋਲੀ ਚੱਲੀ ਹੈ, ਬਾਦਲ ਦੋਸ਼ੀ ਨੇ, ਮੁੱਖ ਮੰਤਰੀ ਸੀ, ਤੇ ਉਦੋਂ ਬਾਅਦ ਕਿੰਨੇ ਐਕਸੀਡੈਂਟ ਹੋ ਗਏ ਪੰਜਾਬ 'ਚ, ਰੋਜ਼ ਡਾਂਗ ਖੜਕਦੀ ਹੈ। ਕਿਤੇ ਮੁੱਖ ਮੰਤਰੀ ਨੇ ਕਿਹਾ ਭਾਈ ਮੇਰੀ ਹੁਕਮ ਤੇ ਹੋਇਆ, ਮੇਰੇ ਆਰਡਰ ਤੇ ਹੋਇਆ। ਸੋ ਇਸ ਕਰਕੇ ਅੱਖ ਸੈਂਟਰ ਦੀ ਹੈ ਸਰਕਾਰ। ਇਹ ਬਾਦਲ ਪਰਿਵਾਰ ਤਾਂ ਟਾਰਗੇਟ ਹੈ ਵੀ ਦੋਨੇ ਪਿਓ ਪੁੱਤ ਦੀ ਜੋੜੀ ਸਿਆਸੀ ਲਿਆਕਤ ਨਾਲ, ਜਿੱਥੇ ਸਰਕਾਰਾਂ ਚਲਾਤੀਆਂ 15 ਸਾਲ, ਉੱਥੇ ਪੰਜਾਬ ਦੁਨੀਆ ਦੇ ਵਿੱਚ ਇਤਿਹਾਸ ਬਣਾਤਾ ਵੀ ਕੋਈ ਪਾਲਿਸੀ ਹੈ, ਸਭ ਤੋਂ ਪਹਿਲਾਂ ਦੇਸ਼ ਦੀ ਸਰਕਾਰ ਤੋਂ ਪਹਿਲਾਂ ਪੰਜਾਬ ਸੂਬੇ ਦੀ ਸਰਕਾਰ ਚਲਾਉਂਦੀ ਹੈ, ਬਣਾਉਂਦੀ ਹੈ। ਕੌਣ ਬਣਾਉਂਦਾ? ਅਕਾਲੀ ਬਣਾਉਂਦੀ ਹੈ, ਸਿੱਖ ਬਣਾਉਂਦੀ ਹੈ। ਚੱਬਰ ਸਾਹਿਬ, ਇੱਥੇ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਨਾ, ਜੇ ਤੁਸੀਂ ਸੈਂਟਰ ਦੀ ਗੱਲ ਕਰਦੇ ਆ, ਆਪਾਂ ਸੈਂਟਰ ਤੇ ਸਾਰਾ ਕੁਝ ਮੜ ਰਹੇ ਆ, ਤੇ ਭਾਈਵਾਲ ਸੈਂਟਰ ਦੇ, ਅਕਾਲੀ ਦਲ ਦੀ ਭਾਈਵਾਲੀ ਸਰਕਾਰ ਹੈ ਸੈਂਟਰ ਦੇ ਵਿੱਚ। ਇਹ ਬਹੁਤ ਵਧੀਆ ਗੱਲ ਕੀਤੀ। ਅੱਜ ਭਗਵੰਤ ਮਾਨ ਵੀ ਕਹਿ ਰਿਹਾ ਵੀ ਸਾਨੂੰ ਸੈਂਟਰ ਨਹੀਂ ਚੱਲਣ ਦੇ ਰਹੀ। ਅੱਜ ਕੇਜਰੀਵਾਲ ਵੀ ਕਹਿ ਰਿਹਾ ਸਾਨੂੰ ਸੈਂਟਰ ਨਹੀਂ ਚੱਲਣ ਦਿੰਦੀ। ਜੇ ਅੰਦਰੋਂ ਵੇਖੀਏ ਉੱਤੋਂ ਵਿਰੋਧ ਹੈ, ਅੰਦਰੋਂ ਏਜੰਡਾ ਤਾਂ ਇੱਕ ਹੈ ਨਾ, ਸੋਚ ਤਾਂ ਇੱਕ ਹੈ ਨਾ, ਕੱਟੜ ਹਿੰਦੂ ਰਾਸ਼ਟਰ ਦੀ ਸੋਚ ਹੈ ਕੇਜਰੀਵਾਲ ਤੇ RSS BJP ਦੀ ਸਾਰਿਆਂ ਦੀ। ਜਦੋਂ ਉਹ ਲਾਂਭਾ ਦੇ ਰਹੇ ਹੈ
ਤੇ ਸਾਨੂੰ ਜਿਹੜੀ ਸਿੱਖਾਂ ਦੀ ਸੋਚ ਵਾਲੀ ਪਾਰਟੀ ਹੈ, ਸਿੱਖਾਂ ਦੀ ਪਾਰਟੀ ਹੈ, ਅਕਾਲੀ ਦਲ ਦੀ, ਉਹਨੂੰ ਕਿੱਥੇ ਸੈਂਟਰ ਚੱਲਣ ਦੀ ਉੱਤੋਂ ਠੀਕ ਹੈ ਰਿਲਾਇੰਸ ਹੈ, ਪਰ ਵਿੱਚੋਂ ਗੱਲਾਂ ਵੱਢ ਰਹੇ ਸੀ। ਚੱਬਰ ਸਾਹਿਬ ਇਹੋ ਜਿਹੀ ਪਾਰਟੀ ਦੇ ਨਾਲ ਫਿਰ ਸੰਬੰਧ ਰੱਖਣੇ ਕਿੱਥੋਂ ਤੱਕ ਜਾਇਜ਼? ਮੈਨੂੰ ਇਹ ਲੱਗਦਾ ਵੀ ਜਿਵੇਂ ਅੱਜ ਹੈ ਨਹੀਂ ਕਰਨੇ ਚਾਹੀਦੇ, ਪਰ ਉਦੋਂ ਹਾਲਾਤ ਕੀ ਸੀ? 84 ਤੁਸੀਂ ਮੇਰੇ ਨਾਲੋਂ ਵੱਡੇ ਹੋ, ਪਰ ਸਿੱਖਾਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕੀਤਾ। ਨਵੰਬਰ 84 ਆ ਗਈ ਜਦੋਂ ਆਪਾਂ ਬਦਲਾ ਲਿੱਤਾ, ਇੰਦਰਾ ਗਾਂਧੀ ਠੋਕੀ ਹੈ, ਉਸ ਤੋਂ ਸਿੱਖਾਂ ਨੂੰ ਕੌੜੀ ਅੱਖ ਨਾਲ ਵੇਖਿਆ ਜਾ ਰਿਹਾ। ਜੇ ਪਤਾ ਸੀਗਾ, ਅਡਵਾਨੀ ਦੀ ਆਪਾਂ ਗੱਲ ਕਰੀਏ, ਉਹਨੇ ਕਿਹਾ ਇੰਦਰਾ ਗਾਂਧੀ ਦੇ ਹਮਲੇ ਕਰਾਉਣ ਤੋਂ ਪਹਿਲਾਂ ਜੇ ਮੈਂ ਹੁੰਦਾ, ਮੇਰੇ ਹੱਥ ਪਾਵਰ ਹੁੰਦੀ ਤਾਂ ਮੈਂ 6 ਮਹੀਨੇ ਪਹਿਲਾਂ ਦਰਬਾਰ ਸਾਹਿਬ ਦੇ ਅਟੈਕ ਕਰਵਾ ਦੇਣਾ ਸੀ। ਸ਼ਾਇਦ ਤੁਹਾਡੇ ਧਿਆਨ 'ਚ ਨਹੀਂ ਹੋਣਾ ਸੰਦੀਪ ਸਿੰਘ, ਅਡਵਾਨੀ ਜਦੋਂ 12 ਦੇ ਵਿੱਚ, ਮੈਂ 18 ਸਤੰਬਰ 2011 'ਚ ਮੈਂਬਰ ਬਣਿਆ, ਜਨਵਰੀ 12 'ਚ ਅਡਵਾਨੀ ਦਰਬਾਰ ਸਾਹਿਬ ਆਇਆ, ਸਭ ਤੋਂ ਪਹਿਲਾਂ ਅੱਗੇ ਹੋ ਕੇ ਜੋ ਸਿੱਖ ਕੌਮ ਨੇ ਮੈਨੂੰ ਸੇਵਾ ਦਿੱਤੀ ਸੀ, ਮੈਂਬਰ ਚੁਣਿਆ ਸੀ ਅਡਵਾਨੀ ਨੂੰ। ਹਰਮੰਦਰ ਸਾਹਿਬ 'ਚ ਮੈਂ ਸਾਰੇ ਅਰਦਾਸੀਆ ਸਿੰਘਾਂ ਨੂੰ, ਚਾਹੇ ਉਹਨਾਂ ਨੇ ਚਲੋ ਆਪ ਵੀ ਨਹੀਂ ਕਰਨਾ ਸੀ ਇਹ, ਪਰ ਮੈਂ ਮੈਂਬਰ ਹੋਣ ਦੇ ਨਾਤੇ ਅਰਦਾਸੀਆ ਨੂੰ ਵੀ ਬੇਨਤੀ ਕੀਤੀ, ਮੈਨੇਜਰ ਮੱਲੀ ਨੂੰ, ਜਲਮੇਰ ਸਿੰਘ ਸਕੱਤਰ ਸੀ ਵੀ ਸਰੋਪਾ ਨਹੀਂ ਪਾਉਣਾ ਇਹਨੂੰ, ਕਿਤੇ ਹਰਮੰਦਰ ਸਰੋਪਾ ਨਾ ਪਾ ਦਿਓ। ਨਵਜੋਤ ਸਿੱਧੂ MP ਸੀ BJP ਦਾ, ਉਹ ਕਹਿੰਦਾ ਅਡਵਾਨੀ ਦੇ ਸਰੋਪਾ ਪਾਉਣਾ, ਅੰਦਰ ਖੜ ਗਿਆ, ਮੈਂ ਉਹਦੀ ਬਾਂਹ ਫੜ ਕੇ ਬਾਹਰ ਕੱਢਿਆ ਹਰਮੰਦਰ ਸਾਹਿਬ ਚੋਂ। ਮੈਂ ਚੱਲ ਭਾਈ ਤੇ ਸਰੋਪਾ ਇਹ ਜੇ ਦੋਸਤ ਨੂੰ ਪਾਵਾਂਗੇ ਅਸੀਂ। ਮੈਂ ਅਡਵਾਨੀ ਨੂੰ ਕਿਹਾ, ਮੈਂ ਅਡਵਾਨੀ ਸਾਹਿਬ ਤੁਸੀਂ ਕਹਿੰਦੇ ਹੋ ਵੀ ਆਪਰੇਸ਼ਨ ਬਲੂ ਸਟਾਰ ਮੈਂ ਕਰਵਾਇਆ ਸੀ, ਤੁਹਾਨੂੰ ਪਤਾ 20,000 ਬੰਦਾ ਸ਼ਹੀਦ ਹੋਇਆ ਸੀ, ਉਹ ਹਿੰਦੂ ਵੀ ਸੀ, ਸਿੱਖ ਵੀ ਸੀ, ਮੁਸਲਮਾਨ ਵੀ ਸੀ, ਤੇ ਮੈਂ ਸਿੱਧੂ ਨੂੰ ਕਿਹਾ ਵੀ ਇੱਥੇ ਸਰੋਪੇ ਭਾਲਦਾ। ਮੇਰੀ ਗੱਲ ਹੀ ਬਹੁਤ ਵਾਇਰਲ ਹੋਈ ਸੀ, ਅਖਬਾਰਾਂ 'ਚ ਲੱਗੀ ਸੀ, ਸਿੱਧੂ ਤੇ ਝੱਬਰ ਦੀ ਹੋਈ ਤੂੰ ਮੈਂ ਤਾਂ ਜੋਕਰ ਨਿਕਲ ਗਿਆ ਸੀ ਤੁਹਾਡੀ ਜਿਹੜੀ ਸਟੇਟਮੈਂਟ ਤੁਹਾਡੀ ਸੁਣੀ ਸੀ। ਪਰ ਝੱਬਰ ਸਾਹਿਬ ਇੱਥੇ ਸਵਾਲ ਇੱਕ ਪੈਦਾ ਇਹ ਹੁੰਦਾ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਨਾਲ ਜਿਹੜੀ ਪਾਰਟੀ, ਸਾਡੇ ਜਿਹਦੇ ਨਾਲ ਅਸੀਂ ਨੇੜਤਾ ਕਰ ਰਹੇ ਹਾਂ, ਉਹ ਸਾਡੇ ਦਿਲੋਂ ਸਾਡੀਆਂ ਉਹ ਜੜ੍ਹਾਂ ਵੱਢ ਰਹੀ ਆ, ਸਾਡੇ ਜਿਹੜੇ ਸ਼ੁਰਾ ਫੇਰ ਰਹੀ ਆ, ਤਾਂ ਅੱਜ ਉਸ ਪਾਰਟੀ ਨਾਲ ਭਾਈਵਾਲ ਰੱਖਣੀ ਕਿੱਥੋਂ ਤੱਕ ਜਾਇਜ਼ ਹੈ? ਕਿਉਂਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖ ਲਈਏ, ਜੋ ਦੂਜਾ ਇੱਕ ਸੰਗਠਨ ਸ਼ਿਵ ਸੈਨਾ ਦੀ ਆਪਾਂ ਗੱਲ ਕਰ ਲਈਏ, ਤੇ ਅਕਾਲੀ ਦਲ ਨੇ ਸ਼ਿਵ ਸੈਨਾ ਦੇ ਨਾਲ ਵੀ ਜਦੋਂ ਵੋਟਾਂ ਸੀਗੀਆਂ, ਜਦੋਂ ਇਲੈਕਸ਼ਨ ਸੀਗੇ, ਉਹਨਾਂ ਨਾਲ ਵੀ ਜਿਹੜੀ ਨੇੜਤਾ ਰੱਖੀ ਤੇ ਉਹਨਾਂ ਨਾਲ ਵੀ ਭਾਈਵਾਲੀ ਜਿਹੜੀ ਉਹ ਸਹਿਮਤ ਕੀਤੀ। ਚਲੋ ਸਾਡਾ ਅੱਜ ਇਹ ਮੁੱਦਾ ਨਹੀਂ ਸੀਗਾ, ਅੱਜ ਅਸੀਂ ਮੁੱਦਾ ਸਾਡਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਕੀ ਕੰਮ ਕਰਦੇ, ਕੀ ਉਹਨਾਂ ਦੇ ਨਿਯਮ ਨੇ। ਪਰ ਝੱਬਰ ਸਾਹਿਬ ਇੱਕ ਮੇਰੇ ਦਿਲ ਵਿੱਚ ਸਵਾਲ ਆ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵਿਲੱਖਣਾ ਇਤਿਹਾਸ ਆ। ਜੇ ਆਪਾਂ ਦੇਖੀਏ ਤਾਂ 100 ਸਾਲ ਤੋਂ ਜਿਹੜਾ ਵੱਧ ਦਾ ਸਮਾਂ ਹੋ ਚੁੱਕਿਆ, ਪਰ ਅੱਜ ਵੀ ਜਿਹੜੀਆਂ ਕੁਝ ਊਣਤਾਈਆਂ ਨੇ, ਉਹਨਾਂ ਊਣਤਾਈਆਂ ਦਾ ਹੋਣਾ ਪੈਸੇ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ। 51 ਲੱਖ ਦਾ ਘਪਲਾ ਹੁੰਦਾ ਆ ਇਸ ਲਈ ਥੋੜ੍ਹੇ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ, ਸ਼ਾਇਦ ਤੁਸੀਂ ਇੱਥੇ ਇੰਗਲੈਂਡ ਹੀ ਹੋਵੋਗੇ ਜਾਂ ਭਾਰਤ ਹੋਵੋਗੇ। ਕੀ ਕਾਰਨ ਹੈ ਅੱਜ ਗੁਰੂ ਦਾ ਸਿੱਖ ਹੋ ਕੇ ਇਹੋ ਜਿਹੀਆਂ ਛੋਟੀਆਂ ਜਿਹੜੀਆਂ ਕਮੀਆਂ, ਪੈਸਾ ਕਿਸੇ ਨੇ ਨਾਲ ਨਹੀਂ ਲੈ ਜਾਣਾ, ਇੱਥੇ ਰਹਿ ਜਾਣਾ, ਸਭ ਕੁਝ ਇੱਥੇ ਛੱਡ ਜਾਣਾ, ਪਰ ਇਹੋ ਜਿਹੇ ਇਲਜ਼ਾਮ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਲੱਗਣ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਇਹ ਮੈਨੂੰ ਇਹ ਲੱਗਦਾ ਜੀ ਪਾਰਦਰਸ਼ਤਾ ਦੀ ਗੱਲ ਹੀ ਹੈ। ਸਾਡੀ ਇਹ ਵਿਲੱਖਣ ਹੈਗੀ ਹੈ ਸਾਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸਰਕਾਰਾਂ ਨੂੰ ਵੀ ਵਿਲੱਖਣ ਹੈ, ਵੱਖਰਾ ਹੈਗਾ। ਮੈਂ ਦੱਸਦਾ, ਮੈਂ ਤੁਹਾਨੂੰ ਬੇਨਤੀ ਕਰਦਾ, ਜੋ ਇਹ ਵੀ ਮਸਲਾ ਹੈਗਾ, ਚਲੋ ਹਜੇ ਚਾਹੇ ਕਮੇਟੀ ਬਣੀ ਹੈ, ਇਨਕੁਆਰੀ ਚੱਲ ਰਹੀ ਹੈ, ਪਰ ਪਾਰਦਰਸ਼ਤਾ ਦਿਖਾਉਂਦੇ ਹੋਏ 2 ਮਸਲੇ ਉੱਠੇ ਸੀਗੇ। ਕਰਪਸ਼ਨ, ਪਰ ਮੈਂ ਹਰ ਇੱਕ ਦੀ ਜ਼ਿੰਮੇਵਾਰੀ ਲੈ ਸਕਦਾ, ਕਿਉਂਕਿ 22,000 ਮੁਲਾਜ਼ਮ ਹੈ, ਉਹ ਕੌਮ ਦੇ ਬੱਚੇ ਨੇ, ਗੁਰਸਿੱਖ ਪਰਿਵਾਰਾਂ ਦੇ ਲੋੜਵੰਦ, ਕੋਈ ਸ਼ਹੀਦ ਪਰਿਵਾਰਾਂ ਚੋਂ ਆ, ਕੋਈ ਧਰਮੀ ਫੌਜੀਆਂ ਚੋਂ ਆ, ਕੋਈ ਬੰਦੀ ਸਿੰਘਾਂ ਚੋਂ ਆ, ਕੌਮ ਦੇ ਵਿੱਚੋਂ ਨੇ ਲੋੜਵੰਦ ਪਰਿਵਾਰਾਂ ਦੇ ਜੋ ਮੁੰਡੇ ਜੌਬ ਕਰਦੇ ਆ, ਕੋਈ ਪੜ੍ਹੇ ਲਿਖੇ, ਕੋਈ ਕਿਵੇਂ, ਚਲੋ ਜੇ ਵੀ ਮੈਰਿਟ ਦੇ ਆਧਾਰ ਤੇ ਬੰਦੇ ਗਲਤੀਆਂ ਦੇ ਪੁਤਲੇ ਆ ਇਨਸਾਨ। ਪਰ ਇਹ ਮਸਲੇ 'ਚ ਜਿੱਥੋਂ ਤੱਕ ਮੈਂ ਸਟੱਡੀ ਇੱਥੋਂ ਕੀਤੀ ਹੈ ਉੱਥੇ ਸਾਰੀ, ਤੇ ਬਾਹਰ ਵੀ ਆ ਜੂਗੀ, ਇਹ 'ਚ ਕੋਈ ਇਹ ਨਹੀਂ ਵੀ 51 ਲੱਖ ਗਾਬਨ ਕਰ ਗਿਆ, ਜੇਬ 'ਚ ਪਾ ਗਿਆ। ਇਹ 'ਚ ਵੀ ਪਾਰਦਰਸ਼ਤਾ ਵਾਲੀ ਗੱਲ ਹੀ ਹੈ। ਤੁਸੀਂ ਇਹ ਦੇਖੋ, ਪਹਿਲੀ ਤਾਂ ਕਿਤੇ ਵੀ ਦੁਨੀਆ ਦੇ ਵਿੱਚ ਹੈ, ਝੂਠ ਹੈ ਜਿਹੜੀ ਉਹ ਵੇਸਟ ਜਾਂਦੀ ਹੈ, ਡੋਲਦੇ ਆ ਨਾ, ਪਰ ਇਹ ਕੌਮ ਦੀ ਸੰਸਥਾ ਹੋਣ ਦੇ ਨਾਂ ਤੇ, ਕੌਮ ਨੂੰ ਜਵਾਬਦੇਹ ਹੋਣ ਦੇ ਨਾਂ ਤੇ, ਜਾਂ ਕੌਮ ਬਾਰੇ ਸੋਚਣ ਪ੍ਰਤੀ ਜੋ ਵੀ ਝੂਠ ਆਉਂਦੀ ਹੈ ਉਹਨੂੰ ਕੰਟਰੋਲ ਕਰਕੇ, ਸਾਂਭ ਕੇ, ਟੈਂਡਰ ਕਰਕੇ ਵੇਚਿਆ ਜਾਂਦਾ ਜੀ। ਪਰ ਜਿੱਥੋਂ ਤੱਕ ਮੈਨੂੰ ਪਤਾ ਹਜੇ, ਕੱਲ ਨੂੰ ਹੋਰ ਵੀ ਕਮੇਟੀ ਨੇ ਤੱਥ ਰੱਖਣੇ ਸਾਹਮਣੇ, ਪਰ ਜਿੰਨੀ ਕੁ ਰਿਪੋਰਟ ਆਈ ਹੈ ਵੀ ਇਹਦੇ ਵਿੱਚ ਕੋਈ ਇਹ ਨਹੀਂ ਜੇਬ 'ਚ ਪਾ ਗਿਆ। ਸ਼੍ਰੋਮਣੀ ਕਮੇਟੀ ਦੇ ਵੱਖਰੇ ਮਤਲਬ ਵਿੰਗ ਨੇ, ਡਿਪਾਰਟਮੈਂਟ ਨੇ, ਵੱਖਰੇ ਧਰਮ ਪ੍ਰਚਾਰ ਹੋ ਗਿਆ, ਟਰਸਟਾਂ ਹੋ ਗਿਆ, ਇਮਾਰਤੀ ਵਿਭਾਗ ਹੋ ਗਿਆ, ਦਰਬਾਰ ਸਾਹਿਬ ਹੋ ਗਿਆ, ਐਜੂਕੇਸ਼ਨ ਹੋ ਗਿਆ ਜੀ। ਇਹ ਜਿਹੜੀ ਝੂਠ ਵਾਲੀ ਗੱਲ ਹੈ, ਇਹ ਪੈਸੇ ਆਉਂਦੇ ਸੀ, ਚੈੱਕ ਲੈਂਦੇ ਸੀ, ਇਹ ਆਪਾਂ ਕਿਤੇ ਦਰਬਾਰ ਸਾਹਿਬ ਅਕਾਊਂਟ ਜਮ੍ਹਾਂ ਕਰਾਤਾ, ਅੱਛਾ ਜੀ, ਕਿਤੇ ਦੂਜੇ ਕਿਸੇ ਹੋਰ ਅਕਾਊਂਟ 'ਚ ਕਰਾਤਾ, ਸ਼੍ਰੋਮਣੀ ਕਮੇਟੀ 'ਚ ਜਮ੍ਹਾਂ ਹੁੰਦੇ ਸੀ। ਇਹਨਾਂ 'ਚ ਝੂਠ ਤਾਂ ਇੱਕ ਮੁਲਾਜ਼ਮ ਨੇ ਬਹੁਤ ਵਧੀਆ ਲਿਖਿਆ ਸ਼੍ਰੋਮਣੀ ਕਮੇਟੀ ਦੇ ਨੇ ਵੀ ਅਸੀਂ ਝੂਠ 'ਚੋਂ ਤਨਖਾਹ ਲੈ ਕੇ ਵੀ ਸੰਤੁਸ਼ਟ ਹਾਂ, ਵੀ ਕੌਮ ਦੀ ਸੇਵਾ ਕਰਦੇ ਹਾਂ ਤੇ ਸਾਨੂੰ ਝੂਠ 'ਚੋਂ ਤਨਖਾਹ ਮਿਲਦੀ ਹੈ, ਕੋਈ ਝੂਠ ਤੋਂ ਵਿਕਦੀ ਉਹਦੇ ਪੈਸੇ ਆਉਂਦੇ ਤੇ ਉਹ ਪੈਸਿਆਂ ਦੀ ਤਨਖਾਹ ਮਿਲਦੀ ਹੈ ਨਾ। ਉਹ ਕਹਿੰਦੇ ਝੂਠ ਲੈ ਕੇ ਵੀ ਕੌਮ ਦੀ ਅਸੀਂ ਸੰਤੁਸ਼ਟ ਹਾਂ, ਵੀ ਭਾਗਾਂ ਵਾਲੇ ਸਮਝਦੇ ਹਾਂ। ਪੈਸੇ ਜਮ੍ਹਾਂ ਹੋਏ ਨੇ,
ਪਰ ਉਹ ਥੋੜੀ ਪਾਰਦਰਸ਼ਤਾ ਵਾਲੀ ਗੱਲ ਨਹੀਂ ਆਈ। ਇਹ ਰਿਕਾਰਡ ਦੀ ਜਿਵੇਂ ਨਹੀਂ ਉਹ 328 ਵਾਲੇ ਸਰੂਪਾਂ ਵਾਲੇ ਰਿਕਾਰਡ ਦੀ ਹੇਰ-ਫੇਰ ਦਾ ਮਸਲਾ, ਹੇਰ-ਫੇਰ ਦੀ ਗੱਲ ਹੈ, ਤੇ ਉਹੀ ਗੱਲ ਇੱਥੇ ਰਿਕਾਰਡ ਦਾ ਚੱਕਰ ਹੈ ਵੀ ਤੁਸੀਂ ਜ਼ਿੰਮੇਵਾਰੀ ਬਣਦੀ ਸੀ, ਤੁਸੀਂ ਸੈਕਟਰੀ ਮੈਨੇਜਰ ਹੋ, ਤੁਸੀਂ ਸੁਪਰਵਾਈਜ਼ਰ ਹੋ, ਤੁਸੀਂ ਕਿਉਂ ਸੰਸਥਾ ਦੇ ਧਿਆਨ 'ਚ ਲੈ ਕੇ ਤੁਸੀਂ ਆਹ ਕੰਮ ਕਿਉਂ ਨਹੀਂ ਕੀਤਾ ਜੋ ਪਾਰਦਰਸ਼ਤਾ ਚਾਹੀਦੀ ਸੀ? ਇਹ ਸਿੱਧੇ ਅਕਾਊਂਟ 'ਚ ਕਿਉਂ ਜਮ੍ਹਾਂ ਕਰਾਈ ਗਏ? ਇਹ ਹੈ ਵੀ ਵੱਖਰਾ ਤੁਸੀਂ ਆਪਦਾ ਲੰਗਰ ਵਾਲੇ ਫੰਡ 'ਚ ਕਿਉਂ ਨਹੀਂ ਚਲਾਈ ਗੱਲ? ਇਹ ਗੱਲ ਹੈ ਜੀ, ਇਹ ਰੌਲਾ। ਬਾਕੀ ਇਹ ਮਤਲਬ ਹਜੇ ਤੱਕ ਜਿਹੜੀ ਆ ਉਹ ਸਪਸ਼ਟ ਸ਼ੀਸ਼ਾ ਸਾਹਮਣੇ ਹੈ, ਆਊਗਾ ਆਉਣ ਵਾਲੇ ਸਮੇਂ ਪਰ ਸ਼੍ਰੋਮਣੀ ਕਮੇਟੀ ਦੀ ਪਾਰਦਰਸ਼ਤਾ ਬਾਰੇ ਮੈਂ ਇੰਨਾ ਕੁ ਦੱਸ ਦਿਆਂ, ਜੋ ਮੈਂਬਰ ਪਾਰਲੀਮੈਂਟ ਰਹੇ ਆਮ ਆਦਮੀ ਵੱਲੋਂ ਹਰਿੰਦਰ ਸਿੰਘ ਨਾਰਵੇ ਫਤਿਹਗੜ੍ਹ ਸਾਹਿਬ ਤੋਂ, ਜਦੋਂ ਨਾਰਵੇ ਸੀ ਅਸਤੀਫਾ ਦੇ ਕੇ ਆ ਗਏ, ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾ ਸੈਕਟਰੀ ਦੀ ਮਿਲ ਗਈ, ਉਹ ਰਿਕਾਰਡ ਵੇਖ ਕੇ ਨਾ, ਸਾਰਾ ਸਿਸਟਮ ਵੇਖ ਕੇ ਉਹ ਕਹਿੰਦਾ ਇੰਨੀ ਪਾਰਦਰਸ਼ਤਾ ਮੈਂ ਨਹੀਂ ਵੇਖੀ। ਹਰਚਰਨ ਸਿੰਘ ਤੁਸੀਂ ਚੀਫ ਸੈਕਟਰੀ ਸੁਣਿਆ ਹੋਊ ਸ਼੍ਰੋਮਣੀ ਕਮੇਟੀ ਦਾ, ਉਹ ਬੜੇ ਆਰਟੀਕਲ ਲਿਖਦਾ ਸੀ ਇੱਕ ਅਖਬਾਰ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ। ਫਿਰ ਉਹਨੂੰ ਕਿਹਾ ਵੀ ਚੱਲ ਤੂੰ ਆ ਸੰਸਥਾ 'ਚ ਕਰ ਸੁਧਾਰ ਭਾਈ। ਉਹਨੂੰ ਜੋ ਕਹਿੰਦਾ ਤਨਖਾਹ ਮੇਰੀ ਇੰਨੀ ਹੈ, 10 ਲੱਖ ਲੈਂਦਾ ਰਿਹਾ, 3 ਲੱਖ ਲਊਂ, ਚਲੋ ਇੱਕ ਹਸਪਤਾਲ ਦਾ ਸੀਏ ਦੇ ਵੇਖੀ ਪ੍ਰਾਈਵੇਟ ਦਾ 5-5 ਲੱਖ ਲੈਂਦੇ ਨੇਗੇ ਮਹੀਨੇ ਦਾ ਤਨਖਾਹ। ਅਸੀਂ ਕਿਹਾ ਚਲੋ ਸ਼੍ਰੋਮਣੀ ਕਮੇਟੀ ਨੇ ਸਾਰੇ ਵੱਡਿਆਂ ਨੇ ਸੋਚਿਆ ਵੀ 3 ਲੱਖ ਕੀ ਹੈ, ਠੀਕ ਹੈ, ਪੜ੍ਹਿਆ ਲਿਖਿਆ ਹੈਗਾ, ਤੇ ਉਹ ਲਾਇਆ। ਉਹ 1 ਸਾਲ ਬਾਅਦ ਤੌਬਾ ਕਰ ਗਿਆ ਸੀ ਵੀ ਐਡਾ ਪਾਰਦਰਸ਼ੀ ਕੰਮ ਯਾਰ, ਇੰਨਾ ਮਤਲਬ ਮੈਂ ਦੇਖਦਾ ਨਾ ਜੀ, ਮਤਲਬ 1000 ਰੁਪਏ ਦਾ ਚੈੱਕ ਆ ਜਿਹੜਾ, ਉਹ ਵੀ ਕਿੰਨਾ ਆਡਿਟ ਤਾਂ ਹੋਣਾ ਹੀ ਹੋਣਾ, ਸਾਰਾ ਆਡਿਟ ਹੁੰਦਾਗਾ। ਮਤਲਬ ਜਿਵੇਂ ਸੀਏ ਤੇ ਵੀ ਪਤਾ ਕੀ ਗੱਲ ਹੈ, ਜਿਵੇਂ ਪਹਿਲਾਂ ਤੁਸੀਂ ਫੇਰ ਕਹੋਗੇ ਵਿੱਚ ਲਿਆਇਆ ਸੁਖਵੀਰ ਨੂੰ, ਪਰ ਲਿਆਉਣਾ ਪੈਂਦਾ, ਪ੍ਰਧਾਨ ਹੈ ਸੰਸਥਾ ਦਾ ਮੁਖੀ, ਉਹ ਤੇ ਸਵਾਲ ਵੀ ਉੱਠਦੇ ਨੇ। ਸੁਖਵੀਰ ਪੜ੍ਹਿਆ ਲਿਖਿਆ ਸੀ, ਨਵੇਂ ਯੁੱਗ ਦਾ, ਉਦੋਂ 97 ਚ ਪਿਓ ਨਾਲ ਲਾ ਕੇ ਸਰਕਾਰ ਚਲਾਤੀ, ਡਿਵੈਲਪਮੈਂਟ ਵਿਕਾਸ ਕਰਤੀ। ਅੱਜ ਤੱਕ ਸੁਖਵੀਰ ਪੜ੍ਹਿਆ ਲਿਖਿਆ ਲੀਡਰ ਮਿਲ ਗਿਆ ਇੱਕ ਪੰਜਾਬ ਨੂੰ, ਅਕਾਲੀ ਮਤਲਬ ਪਾਰਟੀ ਨੂੰ, ਅਕਾਲੀ ਦਲ ਨੂੰ ਲਾ ਲਓ, ਸ਼੍ਰੋਮਣੀ ਅਕਾਲੀ ਦਲ ਨੂੰ। ਉਹਨੇ ਅਸੀਂ ਉਹ ਸ਼੍ਰੋਮਣੀ ਕਮੇਟੀ ਬਾਰੇ ਵੀ ਚਿੰਤਤ ਰਹਿੰਦੇ। ਹਾਲਾਂਕਿ ਮੈਂ ਕਹਿਣਾ ਹੁੰਦਾ ਵੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਨੂੰ ਦਖਲਅੰਦਾਜ਼ੀ ਕਰਿਆ ਕਰੋ, ਕਰਨੀ ਚਾਹੀਦੀ ਹੈ, ਪਰ ਉਹ ਕਰਦੇ ਨਹੀਂ। ਆਹ ਸੀਏ ਵਾਲਾ ਮਸਲਾ ਵੀ ਇਹੀ ਸੀ, ਪਹਿਲਾਂ ਮਾੜੀ ਮੋਟੀ ਫਿਰ ਪੁਰਾਣੇ ਸਮਿਆਂ 'ਚ ਚੱਲ ਜਾਂਦੀ ਸੀਗੀ, ਉਹ ਹਾਲਾਤ ਉਹ ਸੀ। ਪਰ ਇਹਨਾਂ ਨੇ ਕਿਹਾ ਮੇਨਟੇਨ ਰੱਖਣ ਵਾਸਤੇ ਵੀ ਸਰਕਾਰੀ ਆਰਡਰ ਹੁੰਦਾ ਵੀ ਆਪਾਂ ਪ੍ਰਾਈਵੇਟ ਸੀਏ ਹੋਵੇ ਆਪਣਾ, ਤਾਂ ਸਾਡੇ ਮੁਲਾਜ਼ਮ ਕਹਿੰਦੇ ਸੀ, ਮੈਂ ਮੈਂਬਰ ਬਣਿਆ ਸੀ 11 'ਚ। ਉਹ ਪਤਾ ਕੀ ਕਰਨ, ਮੈਂਬਰ ਸਾਹਿਬ ਉਹ ਤਾਂ ਠੀਕ ਹੈ ਜੀ, ਬਸ ਸਮਾਰ ਕੇ ਸਾਈਨ ਕਰਾ ਲਿਓ ਜੀ, ਸਮਾਨ ਕੇ ਸਾਈਨ ਕਰ ਦਿਓ ਜੀ। ਉਹ ਹਰੀ ਸਾਈ ਵਾਲੇ ਬੜਾ ਤੰਗ ਕਰਦੇ ਆ। ਅੱਛਾ, ਹਰੀ ਸਾਈ ਵਾਲੇ ਗੜਬੜ ਨਹੀਂ ਹੋਣ ਦਿੰਦੇ ਸੀ, ਤੁਹਾਨੂੰ ਤਾਂ ਪਤਾ ਹੀ ਹੈ, ਪੜ੍ਹੇ ਲਿਖੇ ਹੋਏ ਸੀਏ ਆ। ਸੋ ਇਸ ਕਰਕੇ 1000 ਰੁਪਏ ਦੀ ਉੱਥੇ ਇਹ ਨਹੀਂ ਹੈਗਾ ਵੀ ਆਹ ਸੁੱਚ ਮਤਲਬ ਮਰਜ਼ੀ ਨਾਲ ਕੋਈ ਬੰਦਾ ਲਿਆਓ। ਜੇ ਸਵਿੱਚ ਖਰਾਬ ਹੋ ਗਈ ਨਾ, ਉਹਦੇ ਵੀ ਸਪੈਸ਼ਲ ਰਿਪੋਰਟਾਂ ਹੋਣਗੀਆਂ, ਕੰਡੀਸ਼ਨਾਂ ਪੈਣਗੀਆਂ। ਫਿਰ ਹੁੰਦਾ ਮਤਲਬ ਬਹੁਤ ਵਿੱਚ ਵੜ ਕੇ ਬੇਨਤੀ ਹੈ ਸਾਰੀ ਕੌਮ ਨੂੰ, ਇੱਥੇ ਬੈਠੇ ਭਰਾ ਜੋ ਵੀ ਚੈਨਲ ਤੇ ਸੁਣ ਰਹੇ ਨੇਗੇ ਆਪਣੇ PBC ਤੇ, ਵੀ ਸ਼੍ਰੋਮਣੀ ਕਮੇਟੀ ਦੇ ਠੀਕ ਹੈ ਮੈਂਬਰਾਂ ਨੂੰ ਕੋਸੋ, ਲੀਡਰਾਂ ਨੂੰ ਸੋਚੋ, ਪਾਰਟੀ ਸੋਚੋ, ਕੋਸੋ, ਪਰ ਇਹ ਸੰਸਥਾ ਤੁਹਾਡੀ ਹੈ, ਇਹਦੇ ਵਿੱਚ ਸਟੱਡੀ ਕਰੋ, ਸੰਸਥਾ ਬਾਰੇ ਨਾ ਕਰੋ। ਜਿਵੇਂ ਸਰੂਪਾਂ ਵਾਲਾ ਮਸਲਾ ਕਰ ਲਿਆ, ਆਪਾਂ ਸਰੂਪ ਗਵਣੀ ਕਹਿ ਦਿੰਦੇ ਆ, ਯਾਰ ਸਾਡਾ ਗੁਰੂ ਹੈ, ਪੂਰੀ ਦੁਨੀਆ ਵੇਖ ਰਹੀ ਹੈ, ਪੂਰੀ ਅਸੀਂ ਜਾਗਤ ਜੋਤ ਮੰਨਦੇ ਆ, ਪਰ ਕੀ ਤੁਹਾਡੇ ਗੁਰੂ ਗਾਇਬ ਹੋ ਗਏ? ਇਹੋ ਜਿਹੀਆਂ ਗੱਲਾਂ ਮਤਲਬ ਕਈ ਵਾਰੀ ਸਿਆਸਤ ਕਰਦੇ ਨਾ ਆਪਾਂ, ਇਸੇ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰਦੇ, ਸੋਚਦੇ ਨਹੀਂ ਸਾਨੂੰ ਸਾਡੇ ਧਰਮ ਨੂੰ ਕਿੱਡੀ ਠੇਸ ਪਹੁੰਚੂਗੀ, ਕਿਉਂਕਿ ਅਸੀਂ ਗੁਲਾਮ ਤਾਂ ਹੈਗੀ ਆ, ਕੋਈ ਸ਼ੱਕ ਨਹੀਂ, ਠੀਕ ਹੈ, ਇੰਨੇ ਇੰਡੀਪੈਂਡੈਂਟ ਨਹੀਂ ਜਿੰਨੇ ਹੋਣੇ ਚਾਹੀਦੇ। ਜਿਹਨੇ ਸਾਨੂੰ ਕਿਹਾ ਸੀ ਵੀ 47 ਤੋਂ ਬਾਅਦ ਸਾਨੂੰ ਅਧਿਕਾਰ, ਹੱਕ, ਤੁਸੀਂ ਆਜ਼ਾਦ ਰਹੋਗੇ ਆਪਦੇ ਖਿੱਤੇ ਦੇ ਵਿੱਚ, ਉਹਨੇ ਨਹੀਂ ਹੈਗੇ। ਤਾਈਓ ਅੱਜ ਕਹਿ ਦਿੰਦੇ ਜੀ ਪਾਣੀਆਂ ਦਾ ਮਸਲਾ ਹੱਲ ਨਹੀਂ ਹੋਇਆ, ਚੰਡੀਗੜ੍ਹ ਦਾ ਮਸਲਾ ਹੱਲ ਨਹੀਂ ਹੋਇਆ, ਪੁਰਾਣੇ ਮਸਲਾ ਤਾਂ ਸਾਨੂੰ ਰੋਜ਼ ਨਵਾਂ ਦਿੰਦੇ ਨੇ। ਅੱਜ ਦੀਪ ਸਿੱਧੂ ਵਾਲਾ ਕਰਤਾ, ਅੱਜ ਅੰਮ੍ਰਿਤਪਾਲ ਵਾਲਾ ਕਰਤਾ, ਅੱਜ ਆਹ ਨਵਾਂ ਡੈਮ ਖੋਲੇ ਸਾਡੇ, ਅੱਜ ਸਾਡੇ BSF ਅੰਦਰ ਵੜ ਗਈ, ਤੇ ਅੱਜ ਸਾਡੇ ਵਿਧਾਨ ਸਭਾ ਨਵੀਂ ਬਣਾਤੀ, ਤੇ ਇੱਕ ਬੰਦੀ ਸਿੰਘਾਂ ਦਾ ਮੋਰਚਾ ਲਾਉਣੇ ਆ, ਉਹ ਮੋਰਚੇ 'ਚ ਹੀ ਕੁੱਟ ਦਿੰਦੇ ਆ, ਸਾਨੂੰ ਡਾਂਗਾ ਮਾਰਦੇ ਆ, ਬੰਦੇ ਫੜ ਲੈਂਦੇ ਆ, ਉਹਨਾਂ ਨੂੰ ਛਡਾਉਣ ਲੱਗ ਗਏ ਨੇ ਆ, ਪਿਛਲੇ ਮੋਰਚੇ ਵਾਲੇ ਭੁੱਲ ਜਾਂਦੇ ਆ। ਸੋ ਇਸ ਕਰਕੇ ਸਾਨੂੰ ਦਿੱਲੀ ਭਾਰਤੀ ਸਟੇਟ ਰੋਜ਼ ਨਵਾਂ ਮੁੱਦਾ ਦਿੰਦੀ ਹੈ। ਸੋ ਇਸ ਕਰਕੇ ਕੌਮ ਦਾ ਜੋ ਅਗਵਾਈ ਕਰਦਾ ਹੁੰਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਾਰੇ ਤੁਹਾਨੂੰ ਪਤਾ ਕਿੰਨੀ ਸਾਫ਼ ਸਵੀ ਵਾਲੇ ਇਨਸਾਨ, ਪੜ੍ਹੇ ਲਿਖੇ ਵਕੀਲ ਨੇਗੇ, ਮਿਹਨਤੀ ਨੇ, ਪਰ ਉਹਨਾਂ ਤੇ ਵੀ ਅਟੈਕ ਕਰਦੇ ਨੇ ਜੀ ਆਪਾਂ। ਜੇ ਤਾਂ ਕਿਸੇ ਪ੍ਰੋਗਰਾਮ 'ਚ ਜਾਂਦੇ ਆ ਜੀ, ਫਿਰ ਤਾਂ ਆਪਾਂ ਅਟੈਕ ਕਰਦੇ ਆ, ਜੇ ਨਾਲ ਇਹ ਕਹਿੰਦੇ ਖੱਲ੍ਹ ਪਾਉਣ ਆ ਗਏ ਜੀ। ਜੇ ਨਹੀਂ ਜਾਂਦੇ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਹਾਲਾਂਕਿ ਦੂਜਾ ਸਾਨੂੰ ਜਿਵੇਂ ਸਟੇਟ ਨੇ ਉਲਝਾਇਆ ਹੋਇਆ, ਬਾਕੀ ਅਸੀਂ ਗੁਰੂ ਸਾਹਿਬ ਵੱਲੋਂ ਆਜ਼ਾਦ ਆ, ਸਿੱਖ ਵਿਲੱਖਣ ਆਜ਼ਾਦ ਹੈ, ਇਹਦਾ ਗੁਲਾਮ ਨਹੀਂ। ਇਸ ਕਰਕੇ ਕੋਈ ਸਿੱਖ ਕਿਤੇ ਮੋਰਚਾ ਲਾਉਂਦਾ, ਕੋਈ ਕਿਤੇ ਲਾਉਂਦਾ, ਵਧੀਆ ਗੱਲ ਹੈ, ਵਧੀਆ ਖੂਬਸੂਰਤੀ ਹੈ, ਪਰ ਉੱਥੇ ਪ੍ਰੋਬਲਮ ਇਹ ਆਉਂਦੀ ਹੈ ਵੀ ਹਰ ਇੱਕ ਥਾਂ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨਹੀਂ ਪਹੁੰਚਿਆ ਜੀ, ਉਹ ਤਾਂ ਜੀ ਇੱਕ ਦਿਨ ਥਾਂ ਹੀ ਪਹੁੰਚੂਗਾ ਨਾ ਜੀ। ਸੋ ਇਸ ਕਰਕੇ ਤਾਂ ਉਲਝਣ ਨਹੀਂ ਹੈ। ਹਜੇ ਸਾਡੇ ਬੰਦੀ ਸਿੰਘਾਂ ਨੇ ਫਾਰਮ ਸਾਈਨ ਕੀਤੇ ਪਏ ਹੈ, ਗਵਰਨਰ ਕੋਲੇ ਜਾਣਾ ਸੀ, ਆ ਨਵਾਂ ਭਗਵੰਤ ਮਾਨ ਨੇ TV ਵਾਲਾ ਵਾੜਤਾ, ਉਹਦੇ ਮਸਲੇ ਤੇ ਮਿਲਣ ਲੱਗੇ, ਸਾਨੂੰ ਨਵਾਂ ਮੁੱਦਾ ਉਠਾਉਂਦੇ ਸਾਡੇ ਖਿਲਾਫ, ਨਵਾਂ ਫੋੜਾ ਕਰਦੇ ਆ, ਉਧਰ ਮੱਲਣ ਲਾਉਣੇ ਆ, ਮਗਰਲਾ ਹਜੇ ਪਈ ਹੁੰਦਾ, ਨਵਾਂ ਫੋੜਾ ਹੋ ਜਾਂਦਾ ਸਾਡੇ। ਸੋ ਇਸ ਕਰਕੇ ਗੁਰਪ੍ਰੀਤ ਸਿੰਘ ਜੀ, ਇਹ ਮੈਂ ਤੁਹਾਡੇ ਨਾਲ ਇਹ ਜਿੱਦਾਂ ਤੁਸੀਂ ਹੁਣ ਗੱਲ ਕਰ ਹੀ ਦਿੱਤੀ ਹੈ ਕਿ ਚੈਨਲਾਂ ਦੀ, ਕਿ ਬਹੁਤ ਸਾਰਾ ਇਹ ਵਿਵਾਦ ਬਣਿਆ ਹੋਇਆ ਕਿ ਇਸ ਦੇ ਜੋ ਸਰਕਾਰ ਕਰ ਰਹੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ, ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਰਹੇ ਨੇ, ਤੇ ਹੁਣ ਤਾਂ ਚਲੋ ਉਹਨਾਂ ਦਾ ਜਿਹੜਾ ਤਬਾਦਲਾ ਕਰ ਦਿੱਤਾ ਗਿਆ, ਤੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜੇ ਤੱਕ ਆਪਣਾ ਚੈਨਲ ਕਿਉਂ ਨਹੀਂ ਸਟੈਬਲਿਸ਼ ਕਰ ਸਕੀ, ਜਦ ਕਿ ਜਥੇਦਾਰ ਸਾਹਿਬ ਹੋਣਾ ਨੇ ਇੱਕ ਹੀ ਗੱਲ ਕਹੀ ਸੀ। ਦੂਸਰਾ ਸਵਾਲ ਮੇਰਾ ਸ਼ਾਰਟ 'ਚ ਦਿਓ ਤੁਸੀਂ ਆਨਸਰ, ਕਿਉਂਕਿ ਸਮਾਂ ਸਾਡੇ ਕੋਲ 5 ਮਿੰਟ ਦਾ। ਲੋਕ ਬਹੁਤ ਸਾਰੇ ਕਹਿੰਦੇ ਨੇ ਕਿ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿਹੜੀ ਆਪਣਾ ਸਕੂਲ ਆ, ਕਿਹੜੀ ਆਪਣੀ ਯੂਨੀਵਰਸਿਟੀ ਆ, ਜਾਂ ਕਿਹੜਾ ਆਪਣਾ ਹਸਪੀਟਲ ਹੈ ਜਿੱਥੇ ਸਿੱਖਾਂ ਦਾ ਫ੍ਰੀ ਇਲਾਜ ਹੋ ਸਕੇ। ਬਹੁਤ ਸਾਰਿਆਂ ਦੇ ਇਹ ਸਵਾਲ ਨੇ। ਅੱਜ ਤੁਸੀਂ ਆਪਣੇ ਮੂੰਹ ਹੀ ਇਸ ਬਾਰੇ ਸਪਸ਼ਟੀਕਰਨ ਜ਼ਰੂਰ ਦਿਓ, ਅਸਲੀਅਤ ਹੈ ਕੀ? ਕੋਸ਼ਿਸ਼ ਕਰੋ ਜੀ 5 ਮਿੰਟ 'ਚ ਦੇਣ ਦੀ, ਵੱਡੀਆਂ ਗੱਲਾਂ ਸਾਰਾ ਕੁਝ ਇਹ ਸਮੁੰਦਰ ਬੰਦ ਕਰਨ ਵਾਲੀ ਗੱਲ ਹੋ ਜੂ। ਪਹਿਲੀ ਗੱਲ ਤਾਂ ਚੈਨਲ ਵਾਲੀ ਆਪਣਾ ਹੋਣਾ ਚਾਹੀਦਾ, ਕੋਈ ਸ਼ੱਕ ਨਹੀਂ, ਹਰ ਇੱਕ ਸਿੱਖ ਦੀ ਮੰਗ ਹੈ। ਪਰ ਸੰਸਥਾ ਦਾ ਜਿਹੜਾ ਪ੍ਰਬੰਧਕ ਹੁੰਦਾ ਉੱਥੇ ਪਤਾ ਲੱਗਦਾ। ਤੁਸੀਂ ਵੈਸੇ ਮੈਨੂੰ ਇਹ ਲੱਗਦਾ ਵੀ ਮੰਨੂ ਸਾਡੀ ਦਾਤਰੀ, ਅਸੀਂ ਮੰਨਦੇ ਸੋਏ ਜਿਉਂ ਜਿਉਂ ਮੰਨੂ ਵੜਦਾ ਸੀ ਦੂਣ ਸੋਇਆ ਹੋਏ। ਭਗਵੰਤ ਮਾਨ ਨੂੰ ਮੈਂ ਬਹੁਤ ਵਾਰੀ ਕਿਹਾ ਵੀ ਸਿੱਖ ਕੌਮ ਸਪਰਿੰਗ ਦੇ ਵਾਂਗ ਹੈ, ਜਿੰਨੀ ਦੱਬੇਗਾ ਉੱਠੂਗੀ। ਆਹ ਮਸਲੇ ਤੇ ਬਹੁਤ ਕਲੀਅਰ ਪਿਕਚਰ ਹੋ ਗਈ, ਤੁਸੀਂ ਡਿਬੇਟਾਂ 'ਚ ਵੇਖਿਆ, ਚੈਨਲਾਂ 'ਚ। ਮੁੱਖ ਮੰਤਰੀ ਜਿਵੇਂ ਦੱਸਿਆ ਸ਼ਰਾਰਤੀ ਹੈ, ਜਵਾਨ ਦੇ ਸਿਰ ਤੇ ਕਮੇਟੀਅਨ ਬਣ ਗਿਆ, ਜਵਾਨ ਦੇ ਸਿਰ ਤੇ ਮੁੱਖ ਮੰਤਰੀ ਬਣ ਗਿਆ, ਪਰ ਜਵਾਨ ਨਾਲ ਢਿੱਡ ਨਹੀਂ ਭਰਦਾ। ਹੁਣ ਲੋਕ ਮੰਗ ਕਰਦੇ ਵੀ ਹੜ੍ਹ ਆਏ ਪਿਆ ਜੇ ਵੋ। ਅੱਜ ਭਗਵੰਤ ਮਾਨ ਦੇ ਵੇਖੋ 3 ਟਵੀਟ ਨੇ, ਕੀਤੇ ਹੈ ਸੰਸਥਾ ਤੇ ਕੌਮ ਦੀ ਤੇ ਸ਼੍ਰੋਮਣੀ ਕਮੇਟੀ ਤੇ। ਸਾਰਾ ਪੰਜਾਬ ਡੁੱਬ ਗਿਆ, ਉਹਦੇ ਬਾਰੇ ਕੋਈ ਟਵੀਟ ਨਹੀਂ, ਕੁਝ ਨਹੀਂ ਕਰ ਰਹੇ, ਕੁਝ ਦੇ ਨਹੀਂ ਰਹੇ। ਤੇ ਤੁਸੀਂ ਵੇਖਿਆ ਉਧਰ ਤੁਰਿਆ ਫਿਰਦਾ ਮੁੱਖ ਮੰਤਰੀ ਨੂੰ ਲੈ ਕੇ ਜਹਾਜ਼ ਚੜਾ ਕੇ, ਪਰ ਉਹ ਸ਼ਰਾਰਤ ਛੱਡ ਦਿੰਦਾ ਵੀ ਆਪਾਂ ਹੁਣ ਲੋਕਾਂ ਨੂੰ ਇੱਧਰ ਲਿਜਾ ਦਈਏ, ਜਾਣਾ ਇੱਧਰ ਹੈ, ਲੋਕਾਂ ਨੂੰ ਇੱਧਰ ਨੂੰ ਤੋਰ ਦਿੰਦਾ। ਤੁਸੀਂ ਇਹ ਚੈਨਲ ਵਾਲੀ ਗੱਲ ਕੀਤੀ, ਕਿਹਦੇ ਕਰਤੇ ਸ਼ਰਾਰਤ ਹੋਈ ਹੈ? ਉਹਦਾ ਜਿਹੜਾ ਪੰਨੂ ਹੈਗਾ ਬਲਦੇਵ ਪੰਨੂ, ਉਹਦੇ ਕਰਕੇ ਉਧਰੋਂ ਸ਼ਰਾਰਤ ਚੱਲੀ, ਸੁਣੀ ਸੁਣਾਈ ਛੱਡ ਦਿੰਦਾ। ਮਚੌਰ ਲੀਡਰ, ਜ਼ਿੰਮੇਵਾਰ ਲੀਡਰ ਉਹ ਹੁੰਦਾ ਵੀ ਸੁਣੇ ਸਭ ਦੀ, ਕਰੇ ਰਾਏ ਕਰਕੇ, ਮੰਥਨ ਕਰਕੇ। ਪਰ ਇਹਨੇ ਪੰਨੂ ਨੇ ਕਹਿਤਾ, ਉਹ ਛੱਡਤੀ ਸ਼ਰਾਰਤ। ਉਹਦੇ ਵਿੱਚ ਤੁਸੀਂ ਵੇਖੀ ਆ ਕਿਵੇਂ ਕਿਤੇ ਹੋਇਆ ਜੀ ਕਿਸੇ ਸੂਬੇ ਦੀ ਸਰਕਾਰ ਕੋਈ ਕਰੇ, ਉਹ ਲੌਂਕੇ ਕਿੰਨੇ ਮਸਲੇ ਲੌਂਕ ਗਏ, ਕਿੰਨੇ ਬਿਆਨ। ਤੁਸੀਂ ਫਿਰ ਗੱਲ ਟੇਢੀ ਵਗ ਜੂਗੀ, ਕਿਤੇ ਆ 에ਅਰ ਮਤਲਬ ਲੈਣ ਦੇ ਵਿੱਚੋਂ ਤਾਰ ਦੇਣਾ ਸ਼ਰਾਬ ਪੀਤੀ ਦੇ ਵਿੱਚ, ਤੇ ਕਿਤੇ ਡਬਲਯੂ ਵਾਲੀ ਗੱਡੀਆਂ ਵਾਲਾ, ਕਾਰਾਂ ਵਾਲਾ, ਕਿਤੇ ਉਹਦੇ ਜਿਹੜਾ ਗੈਂਗਸਟਰ ਸੀਗਾ ਤੇ ਉਹਦੇ ਵਾਲੇ ਮਸਲੇ ਤੇ ਵੀ ਫੜਿਆ ਗਿਆ। ਕਿੰਨਿਆਂ 'ਚ ਫੇਲ ਹੋਏ ਇਹ ਮਸਲੇ ਤੇ। ਤੁਸੀਂ ਕੌਮ ਨਾਲ ਪੰਗਾ ਲੈ ਲਿਆ ਮਤਲਬ ਇੱਕ ਪੰਨੂ ਦੇ ਕਹਿਣ ਤੇ। ਉਹ ਤੁਸੀਂ ਵੇਖੀ ਹੈ ਕਿਸ ਤਰ੍ਹਾਂ ਸੰਘਰਸ਼ ਕਰ ਰਹੀ ਸ਼੍ਰੋਮਣੀ ਕਮੇਟੀ 98 ਤੋਂ ਲੈ ਕੇ ਅੱਜ ਤੱਕ ਸੰਘਰਸ਼ ਕਰਦੀ ਸੀ ਵੀ ਸਾਡਾ, ਵੈਸੇ ਪਹਿਲਾਂ ਮੋਰਚੇ ਵੀ ਲੱਗੇ ਵੀ ਲਾਈਵ ਪ੍ਰਸਾਰਣ ਹੋਵੇ ਦਰਬਾਰ ਸਾਹਿਬ ਤੋਂ, ਉਹਦੇ ਵਾਸਤੇ ਚੱਲਿਆ। ਤੁਸੀਂ ਸਾਰਾ ਵੇਖੀ ਹੋਊਗਾ, ਜੋ ਪੀਟੀਸੀ ਦਾ ਜਿਹੜਾ ਡਾਇਰੈਕਟਰ ਹੈ ਕੀ ਨਾਂ ਨਰਿੰਦਰ ਹੈ, ਉਹਦੀ ਤੁਸੀਂ ਸਾਰੀ ਸੁਣੀ ਹੋਊਗੀ, ਕਿੰਨੀ ਸਟਰਗਲ ਹੋਈ, ਕਿੰਨਾ ਮੱਥਾ ਵੱਜ ਕੇ। ਚਲੋ ਇਹ ਚੱਲ ਪਈ, ਬਹੁਤ ਵਧੀਆ ਗੱਲ ਹੈ, ਕੋਈ ਇਹ ਨਹੀਂ ਨਿੱਜੀ ਬੈਨੀਫਿਟ ਵੀ ਹੁੰਦੀ ਹੀ ਹੈ, ਪਰ ਅਗਰ ਕੇਰਾਂ ਤਾਂ ਸਟਰਗਲ ਕਰਨੀ ਪੈਂਦੀ ਹਰ ਇੱਕ ਮਸਲੇ ਤੇ। ਉਹ ਚੱਲੀ ਤੇ ਉਹ ਕਲੀਅਰ ਹੋ ਗਿਆ ਸੰਗਤਾਂ ਦੇ ਸਾਹਮਣੇ ਵੀ ਸ਼੍ਰੋਮਣੀ ਕਮੇਟੀ ਕੱਲੀ ਹੈ ਜਿਨ੍ਹਾਂ ਨੂੰ ਡੋਨੇਸ਼ਨ, ਜਿਹੜਾ ਤੁਸੀਂ ਗੱਲ ਮੈਂ ਸਵਾਲ ਦਾ ਜਵਾਬ ਦੇਵਾਂਗਾ ਵੀ ਬੱਚਿਆਂ ਨੂੰ, ਤੇ 2 ਕਰੋੜ ਰੁਪਇਆ ਸਾਲ ਦਾ ਇਹ ਚੈਨਲ ਦੇ ਰਿਹਾ। ਦੂਜੀ ਗੱਲ, ਅੱਜ ਵੀ ਭਗਵੰਤ ਮਾਨ ਸ਼੍ਰੋਮਣੀ ਕਮੇਟੀ ਨੇ ਕਹਿਤਾ ਸੀ, ਭਗਵੰਤ ਮਾਨ ਨੇ ਕਿਹਾ ਵੀ ਸਾਰੇ ਚੈਨਲਾਂ ਨੂੰ ਦੇਵੇ। ਸ਼੍ਰੋਮਣੀ ਕਮੇਟੀ ਨੇ ਕਹਿਤਾ ਸੀ ਵੀ, ਮੈਂ ਧਾਮੀ ਸਾਹਿਬ ਦੇ ਨਾਲ ਬੈਠਾ ਸੀ ਜਦੋਂ ਕਿਹਾ ਸੀ ਵੀ ਹਾਂ ਭਗਵੰਤ ਮਾਨ ਸਾਹਿਬ 23 ਤਰੀਕ 24 ਤਰੀਕ ਟੈਂਡਰ ਖਤਮ ਹੋ ਜਾਊਗਾ, ਲਿਆਓ ਤੁਹਾਡੇ ਕਿਹੜੇ ਚੈਨਲ ਨੇ, ਲਿਆਓ ਜਿਹੜਾ ਚੈਨਲ ਲੈਣਾ ਚਾਹੁੰਦੇ। ਅੱਜ ਵੀ ਕੋਈ ਚੈਨਲ ਪਹੁੰਚਿਆ ਨਹੀਂ ਉੱਥੇ, ਜਿਹੜਾ ਇਹ ਸੈਟੇਲਾਈਟ ਚੈਨਲ ਅੱਜ ਇੱਕ ਵੀ ਨਹੀਂ। ਯਾਰ ਕਿ ਮੈਂ ਇਹ ਬੇਨਤੀ ਹੈ ਸੰਦੀਪ ਸਿੰਘ ਜੀ, ਕਿਹੜਾ ਅਡਾਨੀ ਹਵਾਨੀ ਤੁਹਾਡੀ ਗੁਰਬਾਣੀ ਦਿਖਾਉਣਗੇ ਘਰ ਘਰ ਜਾ ਕੇ? ਤੁਸੀਂ ਦੇਖੋ ਸਿੱਖਾਂ ਦਾ ਚੈਨਲ ਕਿਹੜਾ, ਦੱਸੋ ਤਾਂ ਸਹੀ। ਇੱਕ ਚੈਨਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪੀਟੀਸੀ, ਉਹਨੂੰ ਜਨੂਨ ਹੈ, ਉਹਨੂੰ ਜਜ਼ਬਾ, ਉਹਨੇ ਸੰਘਰਸ਼ ਕੀਤਾ, ਉਹਨੇ ਕੌਮ ਨੇ, ਉਹਨੂੰ ਗੁਰੂ ਨੇ ਬਹੁਤ ਕੁਝ ਦਿੱਤਾ ਹੈਗਾ, ਰਾਜ ਸੱਤਾ ਦਿੱਤੀਆਂ ਨੇਗੀਆਂ, ਔਲਾਦ ਚੰਗੀ ਦਿੱਤੀ ਹੈਗੀ, ਤਾਂ ਜਾ ਕੇ ਉਹ ਸੇਵਾ ਦਾ ਜਜ਼ਬਾ ਜਨੂਨ ਹੈ, ਤਾਂ ਉਹਨਾਂ ਨੇ ਗੁਰਬਾਣੀ ਪ੍ਰਸਾਦ, ਤੁਸੀਂ ਨਰਿੰਦਰ ਨੂੰ ਸੁਣਿਆ ਹੋ, 7 ਤੱਕ ਸੰਘਰਸ਼ ਚੱਲਦਾ ਰਿਹਾ। ਕਿਤੇ ਕੋਈ ਚੈਨਲ ਭੱਜ ਗਿਆ, ਕੋਈ ਚੈਨਲ ਆ ਗਿਆ, ਕੋਈ ਕੰਟਰੈਕਟ ਵਿਚਾਲੋਂ ਛੱਡ ਗਿਆ, ਵਿਚਾਲੋਂ ਭੱਜ ਜਾਂਦੇ ਸੀ, ਵਿਚਾਲੋਂ ਭੱਜ ਜਾਂਦੇ ਸੀ। ਹਰੇ ਕਹਿੰਦੇ ਘਾਟੇ ਦਾ ਸੌਦਾ, ਕਿਉਂਕਿ ਤੁਸੀਂ ਅੱਜ ਵੀ ਵੇਖਿਓ ਕਹਿੰਦੇ ਗੁਰਬਾਣੀ ਵੇਚੀ। ਗੁਰਬਾਣੀ ਸਾਹਿਬ ਜੇ ਵੇਚਣ ਦੀ ਗੱਲ ਹੈ, ਬੰਗਲਾ ਸਾਹਿਬ ਤੋਂ ਮੁੱਲ ਪੈਸੇ ਦੇ ਕੇ ਦਿੱਲੀ ਕਮੇਟੀ ਪ੍ਰਸਾਰਨ ਕਰਾ ਰਹੀ ਹੈ, ਪਟਨਾ ਸਾਹਿਬ ਪੈਸੇ ਦੇ ਕੇ ਪ੍ਰਸਾਰਨ ਕਰਾ ਰਿਹਾ, ਸਾਰੇ ਗੁਰਦੁਆਰਾ ਸਾਹਿਬ ਤੋਂ ਪੈਸੇ ਦੇ ਕੇ। ਇੱਥੇ ਜਦੋਂ ETC ਜਵਾਬ ਦੇ ਗਿਆ ਸਕਾਈ ਨੂੰ ਦੇਣ ਵਾਸਤੇ, ਤਾਂ ਫਿਰ ਨਰਿੰਦਰ ਹੋਣੇ 60 ਬੰਦੇ ਬਗਾਵਤ ਕਰ ਗਏ ਚੈਨਲ ਦੇ ਵੀ ਅਸੀਂ ਛੱਡ ਦੇ, ਤੇ 60 ਬੰਦਿਆਂ ਨੇ ਤਾਂ ਬਗਾਵਤ ਕਰਦੀ ਚੈਨਲ ਤੋਂ ਵੀ ਤੁਹਾਡਾ ਗੁਰਬਾਣੀ ਪ੍ਰਸਾਰਨ ਗਾਹਾਂ ਨਹੀਂ ਦੇ ਰਹੇ, ਤੂੰ ਆਪਦਾ ਹੱਕ ਅਧਿਕਾਰ ਜਿਤਾਉਣਾਗਾ, ਤੇਰੇ ਨਾਲ ਐਗਰੀਮੈਂਟ ਹੋਇਆ, ਪਰ ਅਸੀਂ ਗੁਰਬਾਣੀ ਸਕਾਈ ਤੇ ਜਾਣ ਨਾਲ ਸਾਰੀ ਦੁਨੀਆ 'ਚ ਫੈਲੂਗੀ, ਕਿਉਂ ਨਹੀਂ ਦੇ ਰਿਹਾ? ਉਹ ਕਹਿੰਦਾ ਮੇਰੀ ਮਿਹਨਤ ਸੁਣੋ, ਉਦੋਂ ਫਿਰ ਇਹ 60 ਜਾਣਿਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਚਲਾਉਣੀ ਹੈ ਗੁਰਬਾਣੀ, ਘਰ ਘਰ 'ਚ ਫ੍ਰੀ ਪਹੁੰਚਾਉਣੀ ਹੈ, ਕਿਵੇਂ ਜਾਊ? ਉਹ ਕਹਿੰਦੇ ਜੀ ਇੰਨੀ ਪੇਮੈਂਟ ਲੱਗੂ, ਕਹਿੰਦਾ ਚੱਕੋ 9.5 ਕਰੋੜ ਰੁਪਇਆ, 9.5 ਕਰੋੜ ਰੁਪਇਆ 8 ਦੇ ਵਿੱਚ ਨਰਿੰਦਰ ਹੋਰਾਂ ਨੂੰ ਦੇਤਾ। ਤੇ ਉਸ ਦੀ ਬਦੌਲਤ ਇਹ ਮੂਹਰੇ ਆ ਗਈ ਸੁਖਬੀਰ ਨੇ, ਜਿੱਥੇ ਕੱਲੀ ਆਪਾਂ ਵਿਰਾਸਤ-ਏ ਖਾਲਸਾ ਵੇਖੀਏ, ਸੜਕਾਂ ਦੀ, 에ਅਰਪੋਰਟ ਦੀ, ਕਿਤੇ ਵੇਖੀਏ ਬਾਦਲਾਂ ਦਾ ਨਾਂ ਚਮਕਦਾ ਅਕਾਲੀ ਦਲ ਦਾ। ਭਈ ਹੁਣ ਪਤਾ ਲੱਗਿਆ ਗੁਰਬਾਣੀ ਪ੍ਰਸਾਰਨ ਵੀ ਸੁਖਬੀਰ ਸਿੰਘ ਬਾਦਲ ਤੋਂ ਸੇਵਾ ਲਿੱਤੀ ਆ ਗੁਰੂ ਨੇ, ਉਹਨੇ 9.5 ਕਰੋੜ ਨਰਿੰਦਰ ਨੂੰ ਦਿੱਤਾ, ਤੇ ਤਾਂ ਨਰਿੰਦਰ ਨੇ ਇਹ ਚੈਨਲ ਚਲਾਇਆ, ਘਰ ਘਰ ਦੇ ਵਿੱਚ ਫ੍ਰੀ ਗੁਰਬਾਣੀ ਪਹੁੰਚ ਗਈ, ਘਰ ਘਰ ਦੇ ਵਿੱਚ। ਪਰ ਹੁਣ ਜਦੋਂ ਖਤਮ ਹੋ ਗਿਆ ਟੈਂਡਰ, ਤਾਂ ਕਿਹਾ ਵੀ ਲਿਆਓ ਭਾਈ ਆਓ, ਕਿਹੜਾ ਚੈਨਲ ਚਲਾਓ? 5 ਘੰਟੇ 3 ਵਜੇ ਤੋਂ ਲੈ ਕੇ 8:30 ਵਜੇ ਤੱਕ ਐਡ ਤੋਂ ਬਿਨਾਂ ਕਿਹੜਾ ਚੈਨਲ ਚਲਾਊਗਾ ਜੀ? ਗੁਰਪ੍ਰਸਾਦ ਜੀ, ਮੈਨੂੰ ਲੱਗਦਾ
ਸੀ, ਜਿੱਥੋਂ ਤੱਕ ਮੇਰੀ ਸੋਚ ਆ, ਕਿ ਕਿਸੇ ਤੇ ਡਿਪੈਂਡ ਹੋਣਾ ਹੀ ਨਹੀਂ ਚਾਹੀਦਾ ਸੀ। ਹਾਂ, ਆਪਣਾ ਚੈਨਲ ਚਾਹੀਦਾ, ਆਪਣਾ ਚਾਹੀਦਾ ਸੀ। ਹੁਣ apply Satellite ਕੀਤਾ। ਜੇ ਆਪਾਂ ਗੱਲ ਕਰੀਏ ਨਾ, ਆਪਾਂ ਕਿਸੇ ਤੇ ਡਿਪੈਂਡ ਕਿਉਂ ਹੋਈਏ ਬਈ? ਮੈਂ ਤੁਹਾਨੂੰ ਇਹ ਸਾਡੀ ਐਡੀ ਵੱਡੀ ਸਿਰਮੌਰ ਸਿੱਖਾਂ ਦੀ ਸੰਸਥਾ ਆ। ਤੁਸੀਂ ਅੱਜ ਕਿਸੇ ਨੂੰ 2 4 5 ਨੂੰ ਹੁਕਮ ਲਾ ਦਿਓ, ਮੈਨੂੰ ਤਾਂ ਲੱਗਦਾ 9 ਕਰੋੜ 5-7 ਬੰਦੇ ਸਿੱਖ ਐਡੇ ਵੱਡੇ ਧਨੀ ਬੈਠੇ ਨੇ, ਉਹ ਦੇ ਸਕਦੇ ਨੇ। ਪਰ ਅੱਜ ਸਾਡੀ ਬਦਕਿਸਮਤੀ ਆ, ਅਸੀਂ ਕਿਉਂ ਕਿਸੇ ਉੱਤੇ ਡਿਪੈਂਡ ਹੋਈਏ? ਜੇ ਅਸੀਂ ਆਪ ਚਲਾਉਣ ਦੇ ਸਮਰੱਥ ਆ ਤੇ ਅਸੀਂ ਸੈਟੇਲਾਈਟ ਟੈਲੀਵਿਜ਼ਨ ਆਪ ਨਹੀਂ ਚਲਾ ਸਕਦੇ ਸੰਦੀਪ ਹਾਂ। ਸਿੰਘ ਜੀ, ਦੂਸਰੇ ਪਾਸੇ ਨਿੱਜੀ ਬੰਦੇ ਚਲਾਉਣਾ ਬਹੁਤ ਸੌਖਾ ਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਈਟੀ ਵਿੰਗ ਦੀ ਗੱਲ ਚਲਾਉਣ ਚੱਲਦਾਗਾ 5 ਸਾਲ ਤੋਂ, ਪਰ ਉੱਥੇ ਬਹੁਤ ਕੁਝ, ਕਿਉਂਕਿ ਜਵਾਬਦੇਹੀ ਸੰਸਥਾ, ਪਬਲਿਕ ਦੀ ਸੰਸਥਾ, ਕੌਮ ਦੀ ਸੰਸਥਾ, ਉੱਥੇ ਹਰ ਇੱਕ ਸਟੈਪ ਬੋਚ ਕੇ, ਪ੍ਰਵਾਨਗੀਆਂ, ਪਰਮਿਸ਼ਨਾਂ ਸੋਚ ਕੇ ਹਨਾ ਫੇਰ ਕਰਨੇ ਪੈਂਦੇ ਆ। ਜਿਹੜਾ ਨਿੱਜੀ ਬੰਦਾ ਰਿਸਕ ਲੈ ਲੈਂਦਾ, ਨਿੱਜੀ ਨੂੰ ਕਰਨਾ ਬਹੁਤ ਸੌਖਾ, ਬਿਲਕੁਲ, ਮੈਂ ਪਰ ਤੁਹਾਡੀ ਗੱਲ ਜਵਾਬਦੇਹੀ ਜ਼ਰੂਰ ਆ। ਉਦੋਂ ਪਹਿਲਾਂ ਪਤਾ ਕੀ ਸੀਗਾ ਜੀ, ਉਦੋਂ ਚਾਹੀਦਾ ਸੀ ਚੈਨਲ ਚਲਾਉਣਾ, ਕੋਈ ਸ਼ੱਕ ਨਹੀਂ, ਮੈਂ ਮੰਨਦਾ ਚਾਹੀਦਾ ਸੀ, ਪਰ ਕਈ ਵਾਰੀ ਹਾਲਾਤ ਹੁੰਦੇ ਆ। ਅੱਜ ਵੀ ਲੋਕ ਤਾਂ ਇਹ ਕਹਿੰਦੇ ਆ ਜੀ ਪੰਜਾਬ ਸਰਕਾਰ ਜਿੱਦਾਂ ਬਜਟ ਹੈ ਜੀ, ਹਾਲਾਂਕਿ ਸੰਗਤ ਨੂੰ ਪਤਾ ਥੋੜੀ ਹੈਗਾ ਨਹੀਂ, ਅਸਲੀਅਤ ਦੇ ਵਿੱਚ ਕੀ ਆ ਉਹ ਨਹੀਂ ਪਤਾ। ਲੋਕ ਪਤਾ ਕਹਿੰਦੇ ਆ, ਕਹਿੰਦੇ ਪੰਜਾਬ ਸਰਕਾਰ ਜਿੱਦਾਂ ਬਜਟ ਹੈ, ਹਾਲਾਂਕਿ ਤੁਸੀਂ ਸਰਚ ਤਾਂ ਮਾਰੋ ਗੂਗਲ ਤੇ ਵੇਖੋ, ਸ਼੍ਰੋਮਣੀ ਕਮੇਟੀ ਦਾ ਬਜਟ ਲੁਧਿਆਣਾ ਕਾਰਪੋਰੇਸ਼ਨ ਨੂੰ ਵੀ ਘੱਟ ਹੈ, ਉਹਦਾ 1800 ਕਰੋੜ ਦਾ, ਸ਼੍ਰੋਮਣੀ ਕਮੇਟੀ ਦਾ 1100 ਕਰੋੜ ਦਾਗਾ। ਉਹ ਅਸੀਂ ਦੱਸ ਦਿੰਦੇ ਆ ਭਈ ਆ 1100 ਕਰੋੜ ਕੌਮ ਵੱਲੋਂ ਆਇਆਗਾ, ਆਊਗਾ, ਤੇ ਹਰ ਇੱਕ ਮਹੀਨੇ ਗੱਜਟ ਵੀ ਛਾਪਦੇ ਆ ਤੇ ਬਜਟ ਵੀ ਆ ਜਾਂਦਾ, ਤੇ ਪੰਜਾਬ ਸਰਕਾਰ ਦਾ 2,85,000 ਕਰੋੜ ਹੈ, ਪਰ ਉਹ ਫਿਰ ਵੀ ਨਹੀਂ ਪਹੁੰਚਦੀ, ਨਹੀਂ ਕੁਝ ਕਰਦੀ। ਇਸ ਕਰਕੇ ਕਈ ਗੱਲਾਂ 'ਚ ਭੁਲੇਖੇ ਜ਼ਰੂਰ ਨੇ ਸੰਗਤਾਂ ਦੇ ਵਿੱਚ। ਗੁਰਪ੍ਰੀਤ ਸਿੰਘ ਜੀ, ਇੱਕ ਲਾਸਟ ਦੇ ਵਿੱਚ ਆ ਜਿਹੜਾ ਹੋ ਨਾ, ਇਹ ਸ਼ਸ਼ੋਪਨ, ਇਹ ਥੋੜਾ ਕਲੀਅਰ ਕਰੋ ਕਿ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਤਾਂ ਆਪਣਾ ਹਸਪੀਟਲ, ਨਾ ਆਪਣਾ ਕੋਈ ਸਕੂਲ, ਨਾ ਆਪਣੀ ਕੋਈ ਯੂਨੀਵਰਸਿਟੀ, ਨਾ ਆਪਣਾ ਕੋਈ ਇਹੋ ਜਿਹਾ ਅਦਾਰਾ ਜਿੱਥੇ ਆਪਣਾ ਬੱਚਿਆਂ ਨੂੰ ਸਿੱਖ ਕੌਮ ਦੇ ਨਾਲ ਰਹਿ ਗਿਆ। ਬਹੁਤ ਵਧੀਆ, ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਇਹ ਸ਼ਸ਼ੋਪਨ ਨੂੰ ਕਲੀਅਰ ਕਰੋ ਵੀ ਅਸਲ ਦੇ ਵਿੱਚ ਸੱਚਾਈ ਹੈ ਕੀ ਇਹਦੇ ਵਿੱਚ। ਬਹੁਤ ਵਧੀਆ ਗੱਲ ਕੀਤੀ। ਜਿਵੇਂ ਮੈਂ ਦੱਸਿਆ, ਬਜਟ 1100 ਕਰੋੜ ਦਾ, ਉਹਦੇ ਵਿੱਚੋਂ 65 ਕਰੋੜ ਮਹੀਨੇ ਦੀ ਤਨਖਾਹ ਕੱਢਦੇ ਹੋ ਜੀ ਤੁਸੀਂ, 65 ਕਰੋੜ ਮਹੀਨਾ। ਕੀ ਇੰਨੇ ਮੁਲਾਜ਼ਮ ਰੱਖਣੇ ਜ਼ਰੂਰੀ ਨੇ? ਜ਼ਰੂਰੀ ਹੈ ਜੀ, ਮਤਲਬ ਹਜੇ ਵੀ ਪ੍ਰੋਬਲਮ ਆ ਰਹੀਆਂ ਬਹੁਤ ਗੁਰੂ ਘਰਾਂ ਦੇ ਵਿੱਚ, ਕਿਉਂਕਿ ਕਿਤੇ ਵੀ ਸੰਗਤ ਕਿੰਨੇ ਬੰਦੇ ਵੀ ਜਾ ਸਕੇ। ਇਹ ਤਾਂ ਹੈ ਨਹੀਂ ਵੀ ਜੇ ਆਪਾਂ ਅੱਜ ਫੜ ਦੋ, ਅੱਜ ਛੱਡ ਦਿਓ, ਬੰਦੇ ਲਾਉਣ ਲੱਗ ਗਏ, ਫਿਰ ਤਾਂ ਕਰਪਸ਼ਨ ਹੋ ਜੂ ਜੀ, ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਐਕਟ 'ਚ ਆ ਕੇ ਉਸੇ ਤਰ੍ਹਾਂ ਸਾਡੇ ਟੀਚਰ ਨੇ, ਸਟਾਫ ਹੈ, 52 ਸਕੂਲ ਹੈ, 39 ਕਾਲਜ ਹੈ, 2 ਯੂਨੀਵਰਸਿਟੀਆਂ, 2 ਹਸਪਤਾਲ ਹੈ, ਗੁਰੂ ਰਾਮਦਾਸ ਹਸਪਤਾਲ ਬੱਲੇ ਆ, ਤੁਸੀਂ ਜਾਓ, ਸਾਰਾ ਮਾਝਾ ਬਹੁਤ ਫਾਇਦਾ ਲੈਂਦਾਗਾ, ਬਹੁਤ ਜਾਂਦੇ ਆ। ਅਸੀਂ ਸਕੂਲਾਂ ਦੇ ਵਿੱਚ ਵਜੀਫਾ ਗਾ, ਜਿਹੜੇ ਗੁਰਸਿੱਖ ਬੱਚੇ ਆ, ਗੁਰਸਿੱਖ ਪਰਿਵਾਰਾਂ ਦੇ, ਉਹਨਾਂ ਦਾ ਵਜੀਫਾ ਜੀ, ਉਹਨਾਂ ਨੂੰ ਵਜੀਫਾ ਮਿਲਦਾ। ਵੈਸੇ ਵੀ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ 'ਚ ਫੀਸ ਆ, ਤੁਸੀਂ ਪਤਾ ਕਰਿਓ, ਦੂਜੇ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਅੱਧੀ ਹੈ, ਘੱਟ ਹੈ, ਪਹਿਲੀ ਗੱਲ। ਫਿਰ ਉਸ ਤੋਂ ਬਾਅਦ ਵਜੀਫਾ ਮਿਲਦਾ, ਤੇ ਟੀਚਰਾਂ ਨੂੰ ਤਨਖਾਹ ਫੁੱਲ ਪੂਰੇ ਪੇ ਸਕੇਲ ਤੇ ਗਵਰਨਮੈਂਟ ਵੇਖਦੀ ਹੈ। ਗਵਰਨਮੈਂਟ ਵੱਲੋਂ ਆਪਾਂ ਦੇ ਤਾਂ ਨਹੀਂ, ਪ੍ਰਾਈਵੇਟ ਦਾ ਬੰਦਾ ਪ੍ਰਿੰਸੀਪਲ ਨਾਂ ਦਾ ਰੱਖ ਲੈਂਦਾ, ਤਨਖਾਹ ਨੂੰ ਪ੍ਰਿੰਸੀਪਲ ਵਾਲੀ ਦਿੰਦੀ, 10,000 ਦਿੰਦੇ ਨੇਗੇ, ਪ੍ਰਾਈਵੇਟ ਤੇ ਹੈ। ਆਪਾਂ ਨੂੰ ਤਾਂ ਕੌਮ ਦੀ ਸੰਸਥਾ ਤੋਂ 19 ਦੇਣੀ ਪਊਗੀ ਜਿੰਨੀ ਉਹਦੀ ਪੇ ਸਕੇਲ ਬਣਦਾ, ਤਨਖਾਹ 19 ਮਿਲਦੀ ਹੈ, ਸਾਡੇ ਵੀ ਕੌਮ ਦੇ ਬੱਚੇ, ਯਾਨੀ ਕਿ ਪੈਸਾ ਆਪਣੇ ਕੋ ਘਟਿਆ, ਕੌਮ ਦੇ ਪੈਸੇ। ਦੂਜੀ ਗੱਲ, ਵਿਦਿਆਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸੰਦੀਪ ਸਿੰਘ ਸਾਹਿਬ ਜੀ, ਮੈਂ ਦੱਸਦਾ, ਸ਼੍ਰੋਮਣੀ ਕਮੇਟੀ ਇੱਕ ਤਰ੍ਹਾਂ ਦਾ ਸਿੱਖ ਧਰਮ ਦੇ ਬੱਚਿਆਂ ਨੂੰ ਗੋਦ ਲੈਂਦੀ ਹੈ, ਜਿਹੜੇ ਲੋੜਵੰਦ ਨੇ। ਉਹਦੇ ਵਿੱਚੋਂ ਨਿਕਲੇ ਕੌਣ ਨੇ? ਸਾਡਾ ਚੀਫ ਸੈਕਟਰੀ ਰੂਪ ਸਿੰਘ, ਸਾਡਾ ਧਰਮ ਪ੍ਰਚਾਰ ਦਾ ਸਕੱਤਰ ਕਾਲਮਾ ਸਾਹਿਬ, ਅੱਜ ਜਿੰਨੇ ਸ਼੍ਰੋਮਣੀ ਕਮੇਟੀ ਦੇ ਵੱਡੇ ਸਕੱਤਰ ਨੇ, ਉਹ ਸ਼੍ਰੋਮਣੀ ਕਮੇਟੀ ਨੇ ਗੋਦ ਲੈ ਕੇ ਪਹਿਲਾਂ ਪਾਲੇ ਨੇ। ਗੋਦ ਕਿਵੇਂ? ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਸੁਣ ਲਓ ਤੁਸੀਂ, ਉਹ ਸਾਰੀ ਗੱਲ ਕੁਝ ਇਸ ਵਾਲੀ ਗੱਲ ਹੀ ਹੋ ਜੂ। ਸਿੰਘ ਸਾਹਿਬ ਜੋ ਸਿੱਖ ਕੌਮ ਦਾ ਮੁਖੀ ਹੈੱਡ ਰਿਹਾ 5 ਸਾਲ, ਗਿਆਨੀ ਹਰਪ੍ਰੀਤ ਸਿੰਘ ਜੋ ਅੱਜ ਵੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ। ਤੁਸੀਂ ਉਹ ਦੇਖੋ, ਉਹ 10ਵੀਂ ਕਰ ਲਈ, ਪੜ੍ਹ ਲਈ ਉਹਨਾਂ ਨੇ। ਉਦੋਂ ਬਾਅਦ ਚਲੋ ਮਾਪਿਆਂ ਨੇ ਨਹੀਂ ਪੜਾਉਣ ਵੀ, ਚਲੋ ਹੁੰਦਾ ਗੁੰਜਾਇਸ਼ ਪਰਿਵਾਰ ਦੀ ਵੀ ਲੋੜ ਨਹੀਂ, ਖਰਚਾ ਹੁੰਦਾ ਹਨਾ, ਚਲੋ ਉਹ ਰੌਲ ਲਾਉਣ ਲੱਗੇ ਕਿਤੋਂ। ਗੱਲ ਮੈਂ ਕਹੋ, ਸ਼੍ਰੋਮਣੀ ਪਰਿਵਾਰ ਨੂੰ ਪਤਾ ਲੱਗਿਆ, ਸ਼੍ਰੋਮਣੀ ਕਮੇਟੀ ਨੇ ਗੋਦ ਲੈ ਲਿਆ ਉਹ ਦਮਦਮਾ ਸਾਹਿਬ, ਜੋ ਤਖਤ ਸ੍ਰੀ ਦਮਦਮਾ ਸਾਹਿਬ ਵਿਦਿਆਲੇ ਦੇ ਵਿੱਚ ਛੱਡ ਗਏ। ਵਿਦਿਆਲੇ ਕੀ ਨੇ? ਉੱਥੇ ਬੱਚੇ ਦੀ ਪੜ੍ਹਾਈ ਵੀ ਫ੍ਰੀ, ਰਹਿਣ ਦਾ ਖਰਚਾ ਸ਼੍ਰੋਮਣੀ ਕਮੇਟੀ ਦਾ, ਲੰਗਰ ਦਾ ਖਰਚਾ ਸ਼੍ਰੋਮਣੀ ਕਮੇਟੀ ਦਾ, ਕੱਪੜੇ ਲੀੜੇ ਦਾ ਖਰਚਾ, ਨਾਲ ਦੁਨਿਆਵੀ ਵਿੱਦਿਆ ਵੀ ਮਿਲਣੀ ਹੈ, ਚੱਲਣੀ ਹੈ ਯੂਨੀਵਰਸਿਟੀਆਂ ਦੀਆਂ, ਤੇ ਨਾਲ ਧਾਰਮਿਕ ਕਥਾਵਾਚਕ, ਪ੍ਰਚਾਰਕ, ਢਾਡੀ, ਰਾਗੀ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਮਿਲਦੇ ਆ। ਜਿੰਨੇ ਬੱਚੇ ਵਿਦਿਆਲਿਆਂ 'ਚ ਪੜ੍ਹਦੇ ਆ ਤਕਰੀਬਨ ਹੀ ਸਰਕਾਰੀ ਜੋਬਾਂ ਤੇ ਜਾਂਦੇ ਨੇ ਵੈਸੇ ਤਾਂ, ਪਰ ਨਹੀਂ, ਅਖੀਰ ਸ਼੍ਰੋਮਣੀ ਕਮੇਟੀ ਤਾਂ ਉਹ ਭਰਤੀ ਹੋ ਹੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਸਾਰਾ ਪਤਾ। ਇਹਦੀ ਮਿਸਾਲ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਆਪਾਂ ਕਹਿ ਦਿੰਦੇ ਆ ਵੀ ਫਲਾਨੀਆਂ ਕੌਮਾਂ ਪੈਦਾ ਕਰਦੀਆਂ, ਆਪਾਂ ਵੀ ਪੈਦਾ ਕਰਦੇ ਆ। ਸ਼੍ਰੋਮਣੀ ਕਮੇਟੀ ਤੁਹਾਡੀ ਸੰਸਥਾ, ਉਹ ਵੀ ਪੈਦਾ ਕਰਦੀ ਹੈ। ਤੁਸੀਂ ਵਿਦਿਆਲਿਆਂ 'ਚ ਐਡਮਿਸ਼ਨ ਤਾਂ ਕਰਾਓ। ਹੁਣ ਮੈਨੇਜਮੈਂਟ ਦੇ ਕੋਰਸ ਹੋ ਰਹੇ ਨੇਗੇ ਟੌੜਾ ਇੰਸਟੀਚਿਊਟ ਦੇ ਵਿੱਚ, ਬਹਾਦਰਗੜ੍ਹ, ਉੱਥੇ ਵੀ ਸਭੀ ਗੁਰਦੁਆਰਿਆਂ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ, ਗੁਰਦੁਆਰਿਆਂ ਦੀ ਪ੍ਰਬੰਧਕ ਕਿਵੇਂ ਬਣਨਾ, ਉਹ ਮੈਨੇਜਮੈਂਟ ਕੋਰਸ ਕੀ ਚੱਲ ਰਹੇ ਨੇਗੇ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਾਲੀ ਯੂਨੀਵਰਸਿਟੀ ਚੱਲ ਰਹੀ ਹੈ, ਇਹ ਉਹ ਬੱਚਿਆਂ ਦਾ ਸਾਰੇ ਹੀ ਖਰਚਾ ਸ਼੍ਰੋਮਣੀ ਕਮੇਟੀ ਕਰਦੀ ਹੈ। ਇੱਕ ਤਰ੍ਹਾਂ ਦਾ ਬੱਚਾ 10ਵੀਂ ਤੋਂ ਬਾਅਦ ਗੋਦ ਲੈ ਲੈਂਦੀ ਹੈ, ਤੇ ਨਾਲੇ PhD ਤੱਕ ਪੜ੍ਹਾਈ ਵੀ ਸ਼੍ਰੋਮਣੀ ਕਮੇਟੀ ਕਰਾਉਂਦੀ ਹੈ, ਤੇ ਕੋਰਸ ਵੀ ਕਰਾਉਂਦੀ ਹੈ, ਤੇ ਉਸ ਤੋਂ ਬਾਅਦ
ਸਾਨੂੰ ਹੀ ਕੰਮ ਆਉਂਦੇ ਆ, ਪ੍ਰਚਾਰਕ ਬਣਦੇ ਜੀ। ਆ, ਪ੍ਰਚਾਰਕ ਬਣਦੇ ਨੇ। ਬਿਲਕੁਲ। ਸੋ ਇਸ ਕਰਕੇ ਆਪਾਂ ਸਟੱਡੀ ਕਰਨ ਦੀ ਲੋੜ ਹੈ। ਮਤਲਬ ਬੇਨਤੀ ਹੈ, ਗਿਲੇ ਸਿਕਵੇ ਹੁੰਦੇ ਆ, ਆਪਦੇ ਘਰ ਦਾ ਜਿਹੜਾ ਮੁਖੀ ਹੈ, ਘਰ ਚਲਾਉਂਦਾ, ਉਹ ਤੇ ਅੱਧੇ ਟੱਬਰ ਦੇ ਤੌਖਲੇ ਹੁੰਦੇ ਆ, ਗਿਲੇ ਹੁੰਦੇ ਆ, ਕਰਨੇ ਵੀ ਜ਼ਰੂਰੀ ਹੈ, ਫੇਰ ਹੀ ਉਹ ਸਿਆਣਾ ਬਣ ਕੇ ਰਹਿੰਦਾ, ਨਹੀਂ ਤਾਂ ਫਿਰ ਉਹ ਮਨਮਰਜ਼ੀ ਡਿਕਟੇਟਰਸ਼ਿਪ ਕਰਨ ਲੱਗ ਜੀ। ਸੋ ਇਸ ਕਰਕੇ ਸ਼੍ਰੋਮਣੀ ਕਮੇਟੀ ਤੁਹਾਡੀ ਸੰਸਥਾ, ਉਹ ਤੇ ਸਟੱਡੀ ਕਰੋ, ਕਿੰਤੂ ਵੀ ਕਰੋ, ਸਵਾਲ ਵੀ ਉਠਾਓ, ਪਰ ਜਦੋਂ ਬੇਨਤੀ ਇਹ ਹੈ, ਬਹੁ ਗਿਣਤੀ ਨੂੰ ਪਤਾ ਨਹੀਂ ਹੁੰਦਾ ਸੱਚਾਈ ਦਾ, ਉਹ ਵਿਚਾਰੇ ਭੋਲਪਣੇ 'ਚ ਬੋਲੀ ਜਾਂਦੇ, ਗਲਤ ਬੋਲ ਲੈਂਦੇ ਆ, ਨੁਕਸਾਨ ਸੰਸਥਾ ਦਾ। ਪਰ ਮੈਂ ਦੱਸਦਾ ਸਾਰੀ ਕੌਮ ਨੂੰ ਬੇਨਤੀ ਕਰਦਾ, ਜਿਵੇਂ ਡੋਗਰੇ ਹੁੰਦੇ ਸੀ ਪਹਿਲਾਂ ਵੀ ਤੇ ਹੁਣ ਵੀ ਡੋਗਰੇ ਹੈਗੇ ਨੇ, ਬਹੁਤ ਨੂੰ ਪਤਾ ਵੀ ਇਹ ਮਸਲਾ ਕੀ ਹੈ, ਅਸਲੀਅਤ ਪਤਾ, ਪਰ ਸਿਰਫ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਅਕਾਲ ਤਖਤ ਨੂੰ ਬਦਨਾਮ ਕਰਨ ਵਾਸਤੇ ਭਾਰਤੀ ਸਟੇਟ ਦੇ ਇਸ਼ਾਰੇ ਤੇ ਚੱਲਦੇ ਆ। ਫਿਰ ਉਹ ਤੁਸੀਂ ਵੇਖੋ, ਚਾਹੇ ਵੱਖਰੀਆਂ ਕਮੇਟੀਆਂ ਬਣਵਾ ਲੈਂਦੇ ਆ, ਚਾਹੇ ਸਾਡੇ ਜੋ ਪ੍ਰਬੰਧ ਹੈ ਉਹਨਾਂ ਨੂੰ ਰੋਕ ਲੈਂਦੇ ਆ, ਉਹ 'ਚ ਡਿੱਕਾ ਬੰਦੇ। ਹੁਣ ਗੁਰਬਾਣੀ ਪ੍ਰਸਾਰਣ ਤੇ ਮੈਂ ਇੰਗਲੈਂਡ 'ਚ ਵੀ ਸੁਣ ਰਿਹਾ ਵੀ 24 ਤੋਂ ਬਾਅਦ ਕਿੱਥੇ ਵੇਖਾਂਗੇ ਜੀ, ਵੀ ਬੰਦ ਨਾ ਕਰੇ, ਤੁਸੀਂ ਕਹਿ ਦਿਓ ਫੋਨ ਕਰਕੇ ਪੀਡੀਸੀ ਤੋਂ ਬੰਦ ਨਾ ਹੋਵੇ, ਘੱਟੋ ਘੱਟ ਸਾਨੂੰ ਕੀ ਹੈ, ਅਸੀਂ ਤਾਂ ਗੁਰਬਾਣੀ ਸੁਣਨੀ ਹੈ, ਚਾਹੇ ਪੀਡੀਸੀ ਤੇ ਕਿਸੇ ਮਰਜ਼ੀ ਆਵੇ। ਸੋ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਮੈਂ ਟੀਮ ਨੂੰ ਬੇਨਤੀ ਕਰੂੰਗਾ, ਸਿਰਫ 2 ਮਿੰਟ ਦੇ ਵਿੱਚ ਮੈਂ ਇੱਕ ਪ੍ਰੋਗਰਾਮ ਖਤਮ ਕਰ ਦੇਣਾ। ਇੱਕ ਸਵਾਲ ਆ ਮੇਰੇ ਦਿਲ ਦੇ ਵਿੱਚ, ਜਦੋਂ ਵੀ ਆਪਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਆ, ਚਾਹੇ ਇਥੋਂ ਬਾਹਰੋਂ ਸੰਗਤਾਂ ਜਾਂਦੀਆਂ ਨੇ, ਚਾਹੇ ਪੰਜਾਬ ਦੇ ਕਿਸੇ ਪਾਸਿਓਂ ਜਾਂਦੀਆਂ ਨੇ, ਜਾਂ ਭਾਰਤ ਦੇ ਵਿੱਚੋਂ ਕਿਸੇ ਸੂਬੇ ਦੇ ਵਿੱਚੋਂ ਜਾਂਦੀਆਂ ਨੇ, ਬਹੁਤ ਆਪਾਂ ਨਿਮਾਣੇ ਹੋ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਆ, ਉੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ। ਤਕਰੀਬਨ 3.5 ਸਾਢੇ 4 ਘੰਟੇ ਵੀ ਲੱਗ ਜਾਂਦੇ ਨੇ ਸਾਨੂੰ ਲਾਈਨ ਵਿੱਚ ਲੱਗਿਆ ਹੋਇਆ। ਇੱਕ ਕਾਰਪੋਰੇਟ ਘਰਾਣਾ ਆਉਂਦਾ, ਇੱਕ ਬੰਬੇ ਤੋਂ ਕੋਈ ਐਕਟਰ ਆਉਂਦਾ, ਇੱਕ ਬੰਬੇ ਤੋਂ ਕੋਈ ਡਾਇਰੈਕਟਰ ਆਉਂਦਾ, ਜਾਂ ਇੱਕ ਪੰਜਾਬ ਦੇ ਵਿੱਚੋਂ ਕੋਈ ਲੀਡਰ ਆਉਂਦਾ। ਸਾਰੀਆਂ ਸੰਗਤਾਂ ਨੂੰ ਇੱਕ ਪਾਸੇ ਰੋਕ ਦਿੱਤਾ ਜਾਂਦਾ ਤੇ ਉਸ ਲੀਡਰ ਨੂੰ, ਐਕਟਰ ਨੂੰ, ਡਾਇਰੈਕਟਰ ਨੂੰ, ਜਿਹੜਾ ਵੀ ਹੋਵੇ, VIP ਸਹੂਲਤਾਂ ਦਰਬਾਰ ਸਾਹਿਬ ਦੇ ਵਿੱਚ ਦਿੱਤੀਆਂ ਜਾਂਦੀਆਂ। ਇਹਦਾ ਕੀ ਕਾਰਨ ਹੈ? ਇਹ ਜੀ ਮੇਰੇ ਮਨ 'ਚ ਵੀ ਇਹ ਸੀਗਾ। ਤੇ ਵੈਸੇ ਤਾਂ 2 ਲਾਈਨਾਂ ਨੇ, ਇੱਕ ਵੱਡੀ ਲਾਈਨ ਹੈ, ਇੱਕ ਪਤਲੀ ਲਾਈਨ ਹੈ, ਸਿੰਗਲ, ਤੁਸੀਂ ਵੇਖੀ ਹੋਊਗੀ। ਚੱਬਰ ਸਾਹਿਬ, ਉਹ ਸੰਗਤਾਂ ਨੂੰ ਰੋਕ ਦਿੱਤਾ ਜਾਂਦਾ ਜਿੰਨਾ ਚਿਰ ਉਹ ਦਰਬਾਰ ਸਾਹਿਬ 'ਚ ਐਂਟਰ ਹੁੰਦੇ ਆ। ਇਹ ਐਂਟਰ ਹੁੰਦੇ ਆ ਪਰਿਕਰਮਾ ਕਰਦੇ ਆ, ਤਕਰੀਬਨ 40-45 ਮਿੰਟ ਦਾ ਸਮਾਂ ਲੱਗਦਾ। ਉਹ ਸੰਗਤਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਤੇ ਇੱਥੋਂ ਤੱਕ ਵੀ ਸੰਗਤਾਂ ਦਾ ਰੋਸ ਹੈ ਕਿ ਕੁਝ ਸੇਵਾਦਾਰ ਇੱਥੋਂ ਤੱਕ ਵੀ ਪਾਏ ਗਏ ਜਿਹੜੇ ਪੈਸੇ ਲੈ ਕੇ ਮੱਥਾ ਪਹਿਲਾਂ ਟਿਕਾਉਂਦੇ ਸੀ। ਨਹੀਂ ਜੀ, ਇਹ ਤੁਹਾਨੂੰ ਦੱਸੇ ਹੈ, ਜਿਵੇਂ ਹੁਣ ਨਾ ਤੁਸੀਂ ਖੰਨੇ ਵਾਲਾ, ਝਾੜੂ ਵਾਲਾ MLA ਸ਼ਰਾਰਤ ਕਰ ਰਿਹਾ ਸੀਗਾ, ਤੁਸੀਂ ਵੇਖਿਆ ਹੋਊਗਾ। ਇਸ ਕਰਕੇ ਵੀ ਇਹੋ ਜਿਹਾ ਕੋਈ ਮਸਲਾ ਨਹੀਂ। ਨਾ ਚੱਬਰ ਸਾਹਿਬ, ਇਹ VIP ਸਿਸਟਮ ਹੈ, ਇਹ ਤੁਸੀਂ ਮੰਨੋ ਚਾਹੇ ਨਾ। ਮੈਂ ਬੇਨਤੀ ਕਰੋ, ਮੈਂ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ। ਆਪਣੀ ਕੌਮ ਦਾ ਸਭ ਤੋਂ ਵੱਡਾ ਕੇਂਦਰੀ ਸਥਾਨ ਹੈ, ਸ਼ਾਂਤੀ ਦਾ ਸੋਮਾ, ਪੂਰੀ ਦੁਨੀਆ ਕਹਿੰਦੀ ਹੈ, ਠੀਕ ਹੈ। ਉੱਥੇ ਆ 40 ਮਿੰਟ ਨਹੀਂ ਕੋਈ ਰੁਕਦਾ, ਲਾਈਨ ਪਤਲੀ ਦੇ ਵਿੱਚ ਲਿਆਉਂਦੇ ਆ VIP ਪਰਸਨ ਨੂੰ ਤੇ ਨਗਾ ਕੇ ਮੱਥਾ ਟਿਕਾ ਦਿੰਦੇ ਆ। ਵੱਡੀ ਗੱਲ ਜਿਹੜੀ ਤੁਸੀਂ ਕੀਤਾ ਸਵਾਲ, VIP ਕਿਉਂ, ਚਾਹੇ 5 ਮਿੰਟ ਰੋਕਦੇ ਸੰਗਤ ਨੂੰ, ਵੀ 5 ਮਿੰਟ ਵੀ ਕਿਉਂ ਰੋਕਿਆ, VIP ਨੂੰ ਮੱਥਾ ਕਿਉਂ ਟਿਕਾਇਆ? ਉਹ ਨਾਰਮਲ ਲਾਈਨ ਦੇ ਵਿੱਚ ਕਿਉਂ ਨਹੀਂ ਲੱਗਦਾ? ਬਸ ਇਹ ਪ੍ਰੋਬਲਮ, ਇਹ ਕੰਟਰੀਆਂ ਦੇ ਵਿੱਚ ਫਰਕ ਹੈ। ਆਪਣੇ ਸ਼ਰਾਰਤਾਂ ਤੁਹਾਨੂੰ ਪਤਾ ਹੈ ਸੰਦੀਪ ਸਿੰਘ ਜੀ, ਹਰਮੰਦਰ ਸਾਹਿਬ ਦੇ ਵਿੱਚ ਏਜੰਸੀਆਂ ਨੇ ਬੰਦਾ ਭੇਜਦਾ ਸੀ, ਉਹਦਾ ਗੁਰੂ ਸਾਹਿਬ ਨੇ ਕਲਾ ਵਰਤਾਈ 7 ਮਿੰਟਾਂ 7 ਸਕਿੰਟਾਂ 'ਚ। ਨਾ ਤਾਂ ਸਾਡਾ ਜੋ ਸਿੰਘ ਪਾਠ ਕਰ ਰਿਹਾ ਸੀ ਰਹਿਰਾ ਸਾਹਿਬ, ਨਾ ਤਾਂ ਉਹ ਡੋਲਿਆ, ਗੁਰੂ ਵਸਿਆ ਉਹ 'ਚ, ਗੁਰੂ ਨੇ ਕਲਾ ਵਰਤਾਈ, ਨਾ ਤਾਂ ਉਹ ਡੋਲਿਆ ਤੇ ਨਾ ਕੋਈ ਬੇਅਦਬੀ ਹੋਈ। ਨਹੀਂ, ਸਟੇਟ ਦਾ ਇਹ ਸੀ, ਜਦੋਂ ਉੱਥੇ ਬੇਅਦਬੀ ਹੋ ਜਾਂਦੀ, ਸਰਕਾਰਾਂ ਨੇ ਬੰਦਾ ਅੱਜ ਵੀ ਨਹੀਂ ਦੱਸਿਆ ਕੌਣ ਸੀ, ਕੀ ਸੀ, ਨਹੀਂ ਸਰਕਾਰਾਂ ਕੋਲ ਡਾਟੇ ਹੁੰਦੇ ਆ। ਪਰ ਇਹ ਮਤਲਬ ਸਾਰੀਆਂ ਤੋਪਾਂ ਦੇ ਮੂੰਹ ਨਾ ਸ਼੍ਰੋਮਣੀ ਕਮੇਟੀ ਵੱਲ ਕਰਾਉਣੇ ਸੀਗੇ ਵੀ ਆਹ ਦੇਖੋ ਜੀ, ਉੱਥੇ ਮਰਿਆਦਾ ਨਹੀਂ ਰੱਖੀ ਗਈ, ਬੇਅਦਬੀ ਹੋ ਗਈ, ਪਰ ਗੁਰੂ ਆਪ ਵਸਿਆ ਉੱਥੇ। ਪਰ ਹੁਣ ਵੀ ਜਿਹੜੇ ਆਉਂਦੇ ਆ ਬੰਦੇ, ਕੋਈ ਪਰਸਨ ਜੋ VIP ਪਰਸਨ ਲਾ ਲਓ ਜਾਂ ਸ਼ਖਸੀਅਤ ਲਾ ਲਓ, ਨਾਮਵਰ, ਉਹ ਇਹ ਸਕਾਊਡੀ ਤੌਰ ਤੇ ਕਰਨਾ ਪੈਂਦਾ ਵੀ ਜੇ ਕਿਤੇ ਜਾਣੇ ਕੋਈ ਬੰਦਾ ਕੋਈ ਤੱਪੜ ਮਾਰੇ, ਸ਼ਰਾਰਤ ਕਰਦੇ, ਕੁਝ ਵੀ ਕਰਦੇ, ਕੀ ਪਤਾ ਕਿਸੇ ਚੀਜ਼ 3 ਲੱਖ ਬੰਦਾ ਉੱਥੇ ਸੰਗਤ ਦਾ, ਉਹਦੇ ਵਿੱਚੋਂ ਕੌਣ ਹੈ ਜੋ ਸਟੇਟ ਵੀ ਭੇਜ ਸਕਦੀ ਹੈ। ਇਸ ਕਰਕੇ ਵੀ ਸਕਾਊਟੀ ਪਰਪਸ ਤੋਂ ਮੱਥਾ ਟਿਕਾ ਕੇ ਲੰਘਾਉਣਾ ਪੈਂਦਾ, ਵੱਡਾ ਛੋਟਾ ਕੋਈ ਨਹੀਂ। ਹਾਂ, ਬਹੁਤ ਮਤਲਬ ਜਿਹੜੇ ਬਿਨਾਂ ਸਕਾਊਟੀ ਵਾਲੇ ਨੇ, ਵੱਡੇ ਤੁਸੀਂ ਵੇਖਿਆ ਹੋਊ ਬਹੁਤ ਲਾਈਨਾਂ 'ਚ ਲੱਗਦੇ ਨੇ ਜੀ, ਜਿਹਨਾਂ ਨੂੰ ਸਕਾਊਟੀ ਨਹੀਂ, ਜ਼ਿਆਦਾਤਰ ਸਕਾਊਟੀ ਵਾਲਿਆਂ ਨੂੰ ਲੰਘਾਉਂਦੇ ਨੇ। ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਨਾ, ਆਪਾਂ ਨਿਮਾਣੇ ਹੋ ਕੇ ਜਾਣਾ ਚਾਹੀਦਾ ਨਾ, ਚਾਹੇ ਆਪਾਂ ਗੱਲ ਕਰੀਏ, ਚਾਹੇ ਮੰਤਰੀ ਹੋਵੇ, ਚਾਹੇ ਕੋਈ ਸੰਤਰੀ ਹੋਵੇ, ਚਾਹੇ ਕੋਈ ਵੀ ਹੋਵੇ, ਕਿਸੇ ਅਹੁਦੇ ਤੇ ਵੀ ਹੋਵੇ। ਪਰ ਜਦੋਂ ਤੁਸੀਂ ਗੁਰੂ ਘਰ ਦੇ ਵਿੱਚ ਜਾਂਦੇ ਹੋ, ਗੁਰੂ ਦੇ ਦਰ ਦੇ ਉੱਤੇ ਜਾਂਦੇ ਹੋ, ਤਾਂ ਨਿਮਾਣੇ ਹੋ ਕੇ ਜਾਣਾ ਚਾਹੀਦਾ, ਕਿਉਂਕਿ ਉਹਨਾਂ ਲੋਕਾਂ ਵੱਲ ਵੀ ਦੇਖਣਾ ਚਾਹੀਦਾ ਜਿਹੜੇ ਸਵੇਰੇ 3:30-4 ਵਜੇ ਲਾਈਨ ਵਿੱਚ ਲੱਗ ਜਾਂਦੇ ਨੇ ਤੇ ਜਾ ਕੇ 7:30-8 ਵਜੇ ਵਾਰੀ ਆਉਂਦੀ ਹੈ। ਬਸ ਸਿਕਿਉਰਿਟੀ ਪਰਪਸ ਦੀ ਜਦ ਮੈਂ ਵੀ ਕਰਿਆ ਸੀ ਸਵਾਲ ਇਹ ਵੀ ਇਹ ਆਪੇ ਵਾਲਾ ਅਕਾਲ ਤਖਤ ਸਾਹਿਬ ਦੇ ਟੇਕ ਕੇ ਮੁੜ ਜੇ ਵੀ ਉੱਥੇ, ਫਿਰ ਉਹ ਨਹੀਂ ਕਹਿੰਦੇ ਵੀ ਅਗਲਾ ਕਿਤੋਂ ਵੀ ਦੁਨੀਆ ਚੋਂ, ਦੇਸ਼ ਚੋਂ ਚੱਲ ਕੇ ਆਉਂਦਾ ਤੇ ਫਿਰ ਸਿਕਿਉਰਿਟੀ ਪਰਪਸ ਤੋਂ
ਪਹਿਲੀ ਲੈਟਰ ਆ ਜਾਂਦੇ ਆ ਵੀ ਇਹਨਾਂ ਨੂੰ ਜੈਡ ਸਿਕਿਉਰਿਟੀ ਆ ਫਲਾਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਗੁਰਪ੍ਰੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹ ਅਹਿਮ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਾਨੂੰ ਦਿੱਤੀ। ਤੇ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਪਣੇ ਵਿਚਾਰ ਦੇਣੇ ਚਾਹੁੰਦੇ ਹੋ ਤਾਂ PBC ਦਾ ਸੋਸ਼ਲ ਮੀਡੀਆ ਦਾ ਪੇਜ ਤੁਸੀਂ ਉਹ ਆਪਣੇ ਕਮੈਂਟਾਂ ਰਾਹੀਂ ਤੁਹਾਨੂੰ ਵਿਚਾਰ ਜ਼ਰੂਰ ਦਿਆ ਕਰੋ ਕਿ ਜੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਤੁਹਾਨੂੰ ਕੋਈ ਗੱਲ ਚੰਗੀ ਲੱਗਦੀ ਆ ਜਾਂ ਤੁਸੀਂ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਿਆ ਕਰੋ। ਸਕਾਈ 775 ਤੇ ਤੁਸੀਂ ਕਾਲ ਕਰਕੇ ਵੀ ਤੁਸੀਂ PBC ਦੇ ਉੱਤੇ ਆਪਣੇ ਵਿਚਾਰ ਦੇ ਸਕਦੇ ਹੋ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਸਿੰਘ ਚੰਬਰ ਸਾਹਿਬ ਜੀ। ਤੇ ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ। ਜਿਹੜੀ ਰੱਖਿਓ ਆਪਣਾ ਖਿਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।